ਹਾਲੇਲੂਇਆ। ਖੁਦਾ ਦਾ ਸ਼ੁਕਰ ਕਰਦੇ ਹਾਂ ਅੱਜ ਦੇ ਇਸ ਅੱਛੇ ਸਮੇਂ ਦੇ ਲਈ। ਉਹਨੇ ਫਿਰ ਇੱਕ ਵਾਰ ਇਹ ਕਿਰਪਾ ਕੀਤੀ ਕਿ ਅਸੀਂ ਸਭ ਲੋਕ ਪਰਮੇਸ਼ਵਰ ਦੇ ਦਿੱਤੇ ਹੋਏ ਇਸ ਇੰਤਜ਼ਾਮ ਨੂੰ ਇਸਤੇਮਾਲ ਕਰਦੇ ਹੋਏ ਆਨਲਾਈਨ ਅਸੀਂ ਫੈਲੋਸ਼ਿਪ ਕਰ ਸਕੀਏ। ਸੋ ਵਚਨ ਦੱਸਦਾ ਸਭੇ ਚੀਜ਼ਾਂ ਪ੍ਰਭੂ ਯਿਸੂ ਮਸੀਹ ਦੇ ਦੁਆਰਾ ਤੇ ਉਸੇ ਦੇ ਲਈ ਤਿਆਰ ਕੀਤੀਆਂ ਗਈਆਂ। ਸੋ ਅਸੀਂ ਸਮਝਦੇ ਹਾਂ ਕਿ ਜਿਹੜੀ ਇੰਟਰਨੈਟ ਸੇਵਾ, ਇਹ ਜੋ ਵੀ ਸੋਸ਼ਲ ਮੀਡੀਆ ਦਾ ਸਿਸਟਮ ਆ, ਇਹ ਵੀ ਸਾਡੇ ਪ੍ਰਭੂ ਦੇ ਦੁਆਰਾ ਤੇ ਸਾਡੇ ਪ੍ਰਭੂ ਦੇ ਲਈ ਹੈ। ਦੁਨੀਆ ਦੇ ਕੋਨੇ ਤੱਕ ਤੁਸੀਂ ਮੇਰੇ ਗਵਾਹ ਠਹਿਰੋ। ਇਹ ਵਰਸਾਂ ਜਿਹੜੀਆਂ ਆ ਇਹ ਉਦੋਂ ਪੂਰੀਆਂ ਹੁੰਦੀਆਂ ਜਦੋਂ ਅਸੀਂ ਦੇਖਦੇ ਹਾਂ ਕਿ ਦੁਨੀਆ ਦੇ ਕੋਨੇ ਤੱਕ ਜਿੱਥੇ ਸਾਡੇ ਲਈ ਪਹੁੰਚਣਾ ਵੀ ਮੁਸ਼ਕਿਲ ਆ, ਲੇਕਿਨ ਇੰਟਰਨੈਟ ਸੇਵਾਵਾਂ, ਸੋਸ਼ਲ ਮੀਡੀਆ ਉੱਥੇ ਤੱਕ ਪਹੁੰਚਿਆ ਹੋਇਆ ਔਰ ਉਹਦੇ ਦੁਆਰਾ ਵੀ ਅਸੀਂ ਪ੍ਰਭੂ ਦੀ ਮਨਾਦੀ ਕਰ ਰਹੇ ਹਾਂ। ਸੋ ਇਹਨਾਂ ਚੀਜ਼ਾਂ ਨੂੰ ਲੋਕ ਕਈ ਪਾਪ ਦੇ ਲਈ ਵੀ ਇਸਤੇਮਾਲ ਕਰਦੇ ਆ, ਲੇਕਿਨ ਅਸੀਂ ਇਹਨੂੰ ਧਰਮ ਦੇ ਕੰਮਾਂ ਦੇ ਲਈ ਇਸਤੇਮਾਲ ਕਰਦੇ ਹਾਂ, ਕਿਉਂਕਿ ਸਾਨੂੰ ਇਹ ਪਤਾ ਹੈ ਕਿ ਪ੍ਰਭੂ ਯਿਸੂ ਮਸੀਹ ਦੇ ਦੁਆਰਾ ਤੇ ਉਹਦੇ ਲਈ ਆ ਸਭ ਕੁਛ। ਕਈ ਲੋਕਾਂ ਨੂੰ ਭਰਮ ਹੈ ਸ਼ਾਇਦ ਅਸੀਂ ਆਨਲਾਈਨ ਜ਼ਿਆਦਾ ਤਾਂ ਆਉਂਦੇ ਹਾਂ, ਅਵੇਲੇਬਲ ਤਾਂ ਆਉਂਦੇ ਹਾਂ ਵੀ ਅਸੀਂ ਆਪਣੇ ਆਪ ਨੂੰ ਫੇਮਸ ਕਰਨਾ ਚਾਹੁੰਦੇ ਹਾਂ, ਲੋਕਾਂ ਦੇ ਵਿੱਚ ਜ਼ਿਆਦਾ ਆਪਣੇ ਆਪ ਨੂੰ ਹੀਰੋ ਬਣਾ ਕੇ ਪੇਸ਼ ਕਰਨਾ ਚਾਹੁੰਦੇ ਹਾਂ। ਸੋ ਹਰੇਕ ਦੀ ਆਪਣੀ ਸਮਝ ਆ, ਆਪਣੀ ਸੋਚ ਆ, ਔਰ ਹਰੇਕ ਕੋ ਹੱਕ ਆ ਕਿ ਉਹ ਸਾਡੇ ਪ੍ਰਤੀ ਕਿਹੋ ਜਿਹਾ ਸੋਚ ਰੱਖਦਾ, ਕਿਹੋ ਜਿਹੀ ਸਮਝ ਰੱਖਦਾ ਹੈ। ਕਿਉਂਕਿ ਦੁਨੀਆ ਹੀ ਆ, ਦੁਨੀਆ ਦੇ ਕਈ ਲੋਕ ਸਾਨੂੰ ਕਹਿੰਦੇ ਵੀ ਤੁਸੀਂ ਅੱਛੀ ਰਾਹ 'ਤੇ ਹੋ, ਚੰਗੇ ਕੰਮ ਕਰ ਰਹੇ ਹੋ। ਉਸੇ ਦੁਨੀਆ ਦੇ ਲੋਕ ਕਹਿੰਦੇ ਆ ਵੀ ਤੁਸੀਂ ਠੀਕ ਨਹੀਂ ਹੋ, ਤੁਸੀਂ ਹੀਰੋ ਬਣਨਾ ਚਾਹੁੰਦੇ ਹੋ, ਤੁਸੀਂ ਫੇਮਸ ਹੋਣਾ ਚਾਹੁੰਦੇ ਹੋ। ਸੋ ਇਹ ਲੋਕਾਂ ਦੇ ਵਿਚਾਰ ਆ, ਉਹਨਾਂ ਦਾ ਹੱਕ ਹੈ, ਸਾਡੇ ਲਈ ਜੋ ਮਰਜ਼ੀ ਕਹਿ ਸਕਦੇ ਆ। ਸਾਨੂੰ ਨਾ ਤੇ ਆਪਣੀ ਤਾਰੀਫ ਸੁਣ ਕੇ ਜ਼ਿਆਦਾ ਖੁਸ਼ੀ ਹੁੰਦੀ ਹੈ ਤੇ ਨਾ ਬੇਇੱਜ਼ਤੀ ਸੁਣ ਕੇ ਕੋਈ ਜ਼ਿਆਦਾ ਅਫਸੋਸ ਹੀ ਹੁੰਦਾ ਹੈ। ਕਿਉਂਕਿ ਜਿਹੜਾ ਮਸੀਹ ਵਿੱਚ ਆ ਗਿਆ ਔਰ ਜਿਹਨੇ ਜੀਵਨ ਮਸੀਹ ਨੂੰ ਦੇ ਦਿੱਤਾ, ਉਹਦੇ ਲਈ ਇਹ ਚੀਜ਼ਾਂ ਕੋਈ ਮਾਇਨਾ ਨਹੀਂ ਰੱਖਦੀਆਂ। ਸੋ ਆਓ ਛੋਟੀ ਦੁਆ ਕਰਦੇ ਹਾਂ, ਉਹਦੇ ਨਾਲ ਸ਼ੁਰੂ ਕਰਦੇ ਹਾਂ। ਪਿਆਰੇ ਬਾਪ ਸਮਾਨੀ, ਤੇਰਾ ਧੰਨਵਾਦ ਕਰਦੇ ਹਾਂ ਤੇਰੀ ਵੱਡੀ ਰਹਿਮਤ ਦੇ ਵਾਸਤੇ, ਅੱਜ ਦੇ ਤੇਰੇ ਇਸ ਦਿੱਤੇ ਹੋਏ ਸਮੇਂ ਦੇ ਲਈ। ਖੁਦਾਵੰਦ, ਜਦੋਂ ਤੁਸੀਂ ਇਹ ਬਖਸ਼ਿਸ਼ ਕੀਤੀ ਕਿ ਅਸੀਂ ਸਭ ਤੇਰੀ ਹਜ਼ੂਰੀ ਦੇ ਵਿੱਚ ਤੇਰੇ ਬਖਸ਼ੇ ਹੋਏ ਇਸ ਇੰਤਜ਼ਾਮ ਦੇ ਦੁਆਰਾ ਇਕੱਠੇ ਹੋ ਸਕੀਏ ਔਰ ਤੇਰੇ ਵਚਨ ਨੂੰ ਸਿੱਖ ਸਕੀਏ। ਖੁਦਾਵੰਦ, ਇੱਕ ਜ਼ਿੰਦਗੀ ਜੋ ਸੁਣਨ ਵਾਲੇ ਹਨ ਖੁਦਾਵੰਦ, ਜੋ ਆ ਚੁੱਕੇ ਹਨ ਔਰ ਜੋ ਆਨਲਾਈਨ ਆ ਰਹੇ ਹਨ ਖੁਦਾਵੰਦ, ਹਰੇਕ ਜ਼ਿੰਦਗੀ ਨੂੰ ਤੇਰੇ ਤਖਤ ਦੇ ਅੱਗੇ ਪੇਸ਼ ਕਰਦੇ ਹਾਂ। ਤੁਸੀਂ ਬੁੱਧੀ ਔਰ ਸਮਝ ਨੂੰ ਖੋਲੋ ਖੁਦਾਵੰਦਾ, ਔਰ ਆਪਣੇ ਵਚਨ ਨੂੰ ਸਮਝਣ ਦੀ ਸਮਝ ਦਿਓ, ਕਿਉਂਕਿ ਤੁਸੀਂ ਨਾ ਸਮਝਾਓ ਤੇ ਇਹਦੇ ਇੱਕ ਸ਼ਬਦ ਨੂੰ ਵੀ ਸਮਝਣਾ ਇਨਸਾਨ ਦੇ ਲਈ ਬੜਾ ਮੁਸ਼ਕਿਲ ਹੈ। ਆਪਣੇ ਲਈ ਵੀ ਪ੍ਰਾਰਥਨਾ ਕਰਦਾ ਖੁਦਾਵੰਦਾ, ਤੇਰਾ ਰੂਹ ਮੈਨੂੰ ਇਸਤੇਮਾਲ ਕਰੇ ਖੁਦਾਵੰਦ, ਔਰ ਇਸ ਪੂਰੇ ਫੈਲੋਸ਼ਿਪ ਦੇ ਵਿੱਚ ਖੁਦਾਵੰਦ ਕਿਤੇ ਵੀ ਕੋਈ ਵੀ ਮੇਰੀ ਬੁੱਧੀ ਦੇ ਦੁਆਰਾ ਨਹੀਂ, ਬਲਕਿ ਤੇਰੇ ਆਤਮਾ ਦੀ ਅਗਵਾਈ ਦੇ ਨਾਲ ਹੀ ਹਰ ਗੱਲ ਪੇਸ਼ ਹੋਵੇ ਖੁਦਾਵੰਦ। ਕੋਈ ਵੀ ਐਸਾ ਪ੍ਰਕਾਸ਼ਨ, ਕੋਈ ਵੀ ਐਸਾ ਭੇਤ ਮੇਰੀ ਆਪਣੀ ਬੁੱਧ ਦੇ ਦੁਆਰਾ ਨਾ ਹੋਵੇ ਜਿਹੜਾ ਕਲੀਸਿਆ ਦਾ ਨੁਕਸਾਨ ਕਰੇ ਖੁਦਾਵੰਦ, ਬਲਕਿ ਹਰ ਚੀਜ਼, ਹਰ ਗੱਲ ਜੋ ਤੁਸੀਂ ਇਸ ਆਨਲਾਈਨ ਸੇਵਾ ਦੇ ਵਿੱਚ ਆਉਣ ਤੋਂ ਪਹਿਲਾਂ ਜ਼ਾਹਰ ਕੀਤੀਆਂ ਜਾਂ ਜਿਹੜੀਆਂ ਤੁਸੀਂ ਬਾਅਦ 'ਚ ਜ਼ਾਹਰ ਕਰੋਗੇ ਖੁਦਾਵੰਦ, ਸਭ ਤੁਹਾਡੇ ਰੂਹ ਵੱਲੋਂ ਹੁਣ ਖੁਦਾਵੰਦ, ਔਰ ਹਰੇਕ ਜ਼ਿੰਦਗੀ ਦੇ ਲਈ ਲਾਭਦਾਇਕ ਠਹਿਰਨ, ਸੁਣਨ ਵਾਲਿਆਂ ਦੇ ਲਈ, ਮੇਰੇ ਲਈ ਖੁਦਾਵੰਦ, ਔਰ ਜਿਹੜੇ ਬਾਅਦ ਵਿੱਚ ਸੁਣਨ ਸਭਨਾਂ ਦੇ ਲਈ ਤੇਰੀ ਆਸ਼ੀਸ਼ ਨੂੰ ਮੰਗਦੇ ਹਾਂ ਖੁਦਾਵੰਦ। ਸਾਡੀ ਪ੍ਰਾਰਥਨਾ ਸੁਣੋ, ਕਬੂਲ ਕਰੋ ਮਸੀਹ ਯਿਸੂ ਦੇ ਨਾਮ ਦੇ ਵਿੱਚ, ਆਮੀਨ ਆਮੀਨ। ਸੋ ਤਬੀਅਤ ਮੈਂ ਦੱਸਿਆ ਖਰਾਬ ਚੱਲ ਰਹੀ ਹੈ, ਲੇਕਿਨ ਫਿਰ ਵੀ ਅਸੀਂ ਬਣੇ ਰਵਾਂਗੇ ਖੁਦਾ ਦੀ ਕਿਰਪਾ ਦੇ ਵਿੱਚ। ਜਦੋਂ ਤੱਕ ਸਾਹ ਆ ਔਰ ਜਦੋਂ ਤੱਕ ਉਹਨੇ ਬੋਲਣ ਦੀ ਹਿੰਮਤ ਦਿੱਤੀ ਹੈ, ਉਦੋਂ ਤੱਕ ਬੋਲਦੇ ਰਵਾਂਗੇ। ਬਾਕੀ ਫਿਰ ਉੱਥੇ ਜਾ ਕੇ ਨਾਅਰੇ ਲਾਵਾਂਗੇ। ਸੋ ਸਾਡੇ ਲਈ
ਜਿਉਣਾ ਮਸੀਹ ਤੇ ਮਰਨਾ ਲਾਭ ਆ। ਜਦੋਂ ਤੱਕ ਜਿਉਂਦੇ ਆ ਮਸੀਹ ਦੇ ਕੰਮ ਦੇ ਵਿੱਚ ਬਣੇ ਰਵਾਂਗੇ, ਔਰ ਜਦੋਂ ਮਰ ਜਾਵਾਂਗੇ ਸਾਡੀ ਇਹ ਬਹੁਮੁੱਲੇ ਆਸ਼ਾ ਹੈ ਕਿ ਅਸੀਂ ਉਹਦੇ ਕੋਲ ਜਾ ਕੇ ਡੇਰਾ ਲਾਵਾਂਗੇ। ਹਾਲੇਲੂਇਆ। ਸੋ ਦੇਖਦੇ ਹਾਂ ਪਹਿਲਾ ਕਰੰਥੀਆਂ ਦਾ ਖੱਤ, ਉਹਦਾ 15 ਅਧਿਆਏ, ਉਹਦੀ 19 ਵਰਸ। ਸਾਰੇ ਆਨਲਾਈਨ ਹੋ ਗਏ। ਸਾਡੇ ਸਿਸਟਰ ਗੁਰਸ਼ਨ ਜੀ ਵੀ ਆ ਚੁੱਕੇ ਆ, ਪਾਸਟਰ ਕਮਲ ਜੀ ਵੀ ਸਾਡੇ ਨਾਲ ਨੇ, ਹੋਰ ਵੀ ਸੇਵਕ ਲੋਕ ਨੇ ਔਰ ਕਲੀਸਿਆ ਦੇ ਲੋਕ ਨੇ। ਸਾਰਿਆਂ ਦਾ ਪ੍ਰਭੂ ਯਿਸੂ ਮਸੀਹ ਦੇ ਨਾਮ 'ਚ ਵੈਲਕਮ ਕਰਦੇ ਹਾਂ, ਔਰ ਸਾਰਿਆਂ ਨੂੰ ਇਹੀ ਕਹਾਂਗੇ ਕਿ ਸਾਰੇ ਜਣੇ ਦੁਆ ਦੀ ਹਾਲਤ ਵਿੱਚ ਬਣੇ ਰਹਿਣ, ਔਰ ਦੁਆ ਦੇ ਦੁਆਰਾ ਹੀ ਸਾਨੂੰ ਇਹ ਸਮਝ ਆਵੇਗਾ, ਔਰ ਦੁਆ ਤੁਸੀਂ ਕਰੋਗੇ ਤੇ ਖੁਦਾ ਹੋਰ ਜ਼ਿਆਦਾ ਭੇਤਾਂ ਸਾਡੇ ਉੱਤੇ ਖੋਲ੍ਹੇਗਾ। ਹਾਲੇਲੂਇਆ। ਸੋ ਵੱਧਦੇ ਹਾਂ ਪਹਿਲਾ ਕਰੰਥੀਆਂ ਚੈਪਟਰ 15 ਵਰਸ 19। सो इतने इस तरह लिखा है, यदि हम केवल इसी जीवन में मसीह से आशा रखते हैं तो हम सब मनुष्यों से अधिक अभागे हैं। पंजाबी च लिखा, जे असी इसे जिंदगी के उत्ते आस लाई बैठे हैं तो इस दुनिया के असी बदनसीब लोग हैं, क्योंकि दुनिया की आशा इस जीवन के उत्ते आ। वो जो कुछ भी कर रहा है इसे जीवन के लिए कर रहा, वो भगती भी कर रहे हैं तो इसे जीवन के लिए कर रहे हैं। ਉਹਨਾਂ ਦਾ ਹਰ ਕੰਮ ਜਿਹੜਾ ਆ ਉਹ ਇਸੇ ਜੀਵਨ ਦੇ ਲਈ ਆ, ਔਰ ਉਹਨਾਂ ਦੀ ਆਸ਼ਾ ਵੀ ਇਸ ਜੀਵਨ ਦੇ ਲਈ ਆ, ਔਰ ਉਹ ਇਹ ਸੋਚਦੇ ਆ ਕਿ ਇਹ ਜੀਵਨ ਆ, ਅੱਗੇ ਕਿਹਨੇ ਦੇਖਿਆ ਹੈਗਾ ਜਾਂ ਨਹੀਂ ਹੈਗਾ, ਕੌਣ ਆਇਆ ਕੌਣ ਦੱਸੇਗਾ, ਕਿਹਨੇ ਦੇਖਿਆ ਕਿਸੇ ਨੂੰ ਕੋਈ ਪਤਾ ਨਹੀਂ ਹੈ। ਸੋ ਇਹ ਦੁਨੀਆ ਦੀ ਆਸ਼ਾ, ਲੇਕਿਨ ਸਾਡੀ ਆਸ਼ਾ ਇਹ ਨਹੀਂ ਹੈ। ਜੇ ਸਾਡੀ ਵੀ ਆਸ਼ਾ ਇਹ ਹੈ ਫਿਰ ਅਸੀਂ ਵੀ ਸੰਸਾਰਿਕ ਲੋਕ ਹਾਂ, ਲੇਕਿਨ ਬਾਈਬਲ ਦੱਸਦੀ ਹੈ ਸਾਨੂੰ ਵੀ ਅਸੀਂ ਸੰਸਾਰਿਕ ਨਹੀਂ ਹਾਂ ਬਲਕਿ ਆਤਮਿਕ ਹਾਂ। ਅਸੀਂ ਜਿਸਮਾਨੀ ਨਹੀਂ ਹੈ ਬਲਕਿ ਰੂਹਾਨੀ ਹਾਂ, ਅਸੀਂ ਸੰਸਾਰਿਕ ਨਹੀਂ ਹਾਂ ਬਲਕਿ ਸਵਰਗੀ ਲੋਕ ਹਾਂ। ਸੋ ਸਾਡੇ ਵਿੱਚ ਤੇ ਸੰਸਾਰ ਦੇ ਵਿੱਚ ਇਹ ਫਰਕ ਆ। ਸੋ ਜੇ ਸਾਡੇ ਵਿੱਚ ਇਹ ਫਰਕ ਆ ਕਿ ਅਸੀਂ ਸਵਰਗੀ ਹਾਂ ਤੇ ਫਿਰ ਸਾਡੀ ਆਸ ਵੀ ਸਵਰਗੀ ਆਸ ਹੋਣੀ ਚਾਹੀਦੀ ਹੈ, ਨਾ ਕਿ ਸੰਸਾਰਿਕ ਔਰ ਜ਼ਮੀਨੀ ਆਸ ਹੋਣੀ ਚਾਹੀਦੀ ਹੈ। ਸੋ ਸੰਸਾਰਿਕ ਮਨੁੱਖ ਸੰਸਾਰ ਦੀਆਂ ਗੱਲਾਂ ਉੱਤੇ ਚਿੱਤ ਲਾਉਂਦਾ ਆ, ਤੇ ਸਵਰਗੀ ਮਨੁੱਖ ਜਿਹੜਾ ਆ ਉਹ ਸਵਰਗੀਆਂ ਗੱਲਾਂ ਤੇ ਚਿੱਤ ਲਾਉਂਦਾ। ਦੂਜੀ ਸ਼ਬਦ ਸਰੀਰਕ ਮਨੁੱਖ ਸਰੀਰ ਦੀਆਂ ਗੱਲਾਂ ਦੇ ਉੱਤੇ, ਤੇ ਆਤਮਿਕ ਮਨੁੱਖ ਜਿਹੜਾ ਉਹ ਆਤਮਿਕ ਗੱਲਾਂ ਦੇ ਉੱਤੇ ਚਿੱਤ ਲਾਉਂਦਾ ਹੈ। ਸਾਡੀ ਸਾਰੀ ਸੋਚ, ਸਾਡੀ ਸਾਰੀ ਸਮਝ ਆਤਮਿਕ ਗੱਲਾਂ ਨੂੰ ਲੈ ਕੇ ਔਰ ਉਹਨਾਂ ਨੂੰ ਜਾਣਨ ਦੇ ਬਾਰੇ ਹੈ। ਹਾਲੇਲੂਇਆ। ਸੋ ਇਸ ਕਰਕੇ ਖੁਦਾ ਦਾ ਦਾਸ ਕਹਿੰਦਾ, ਜੇ ਇਸ ਜੀਵਨ ਦੇ ਉੱਤੇ ਅਸੀਂ ਆਸ ਲਾ ਕੇ ਬੈਠੇ ਹਾਂ ਤੇ ਫਿਰ ਅਸੀਂ ਦੁਨੀਆ ਦੇ ਸਭ ਤੋਂ ਬਦਨਸੀਬ ਲੋਕ ਹਾਂ। ਸੋ ਦੇਖਾਂਗੇ ਅੱਜ ਅਸੀਂ ਕੱਲ੍ਹ ਦੇਖਿਆ ਸੀਗਾ 3 ਗੱਲਾਂ ਵਿਰੋਧੀ ਮਸੀਹ ਦੇ ਬਾਰੇ, 3 ਗੱਲਾਂ ਜੋ ਸਵਰਗ ਵਿੱਚ ਵਾਪਰਨਗੀਆਂ, ਔਰ 3 ਗੱਲਾਂ ਜੋ ਕਲੀਸਿਆ ਵਿੱਚ ਵਾਪਰਨਗੀਆਂ। ਉਹਦੇ ਬਾਰੇ ਅਸੀਂ ਵਿਸਤਾਰ ਦੇ ਨਾਲ ਸਿੱਖਿਆ ਸੀ, ਔਰ ਉਹਦੇ ਵਿੱਚ ਕਾਫੀ ਕੁਛ ਖੁਦਾ ਨੇ ਸਾਨੂੰ ਸਿਖਾਇਆ ਸੀ, ਔਰ ਅਸੀਂ ਕੱਲ੍ਹ ਲਗਭਗ 2 ਘੰਟੇ ਤੱਕ ਬਣੇ ਰਹੇ ਸੀ ਇੱਕ ਦੂਸਰੇ ਦੇ ਨਾਲ। ਸੋ ਆਓ ਅਸੀਂ ਵੱਧਦੇ ਹਾਂ। ਸਭ ਤੋਂ ਪਹਿਲਾਂ ਮੈਂ ਕੁਛ ਪੁਆਇੰਟ ਲਿਖਿਆ, ਉਹਨਾਂ ਦੇ ਉੱਤੇ ਤੁਸੀਂ ਵਿਚਾਰ ਕਰਨਾ, ਫਿਰ ਉਸ ਤੋਂ ਬਾਅਦ ਅਸੀਂ ਵਚਨਾਂ ਨੂੰ ਦੇਖਦੇ ਜਾਵਾਂਗੇ। ਸੋ ਪਹਿਲੀ ਗੱਲ ਇਹ ਹੈ, ਸਾਨੂੰ ਇੱਕ ਗੱਲ ਸਮਝ ਲੈਣੀ ਚਾਹੀਦੀ, ਅਸੀਂ ਦੂਸਰੇ ਆਗਮਨ ਦੇ ਉੱਤੇ ਸਿੱਖ ਰਹੇ ਹਾਂ, ਔਰ ਦੂਸਰਾ ਆਗਮਨ ਦੇ ਉੱਤੇ ਸਿੱਖਣ ਦਾ ਸਾਡਾ ਜਿਹੜਾ ਮੇਨ ਕਾਰਨ ਹੈ ਉਹ ਕੀ ਹੈ। ਦੂਸਰਾ ਆਗਮਨ ਜਿਹੜਾ ਆ ਉਹ ਅਸੀਂ ਕਿਉਂ ਸਿੱਖ ਰਹੇ ਹਾਂ। ਸੋ ਦੂਸਰੇ ਆਗਮਨ ਦੀ ਸਾਡੇ ਲਈ ਸਭ ਤੋਂ ਵੱਡੀ ਆਸ਼ਾ ਇਹ ਹੈ ਕਿ ਚਾਹੇ ਕਿਹੋ ਜਿਹੀ ਵੀ ਪਰਿਸਥਿਤੀ ਆ ਜਾਵੇ ਅਸੀਂ ਡੋਲਾਂਗੇ ਨਹੀਂ। ਦੂਸਰਾ ਆਗਮਨ ਮੀਨਜ਼ ਅਸੀਂ ਰੈਪਚਰ ਦੀ ਗੱਲ ਕਰ ਰਹੇ ਹਾਂ, ਜਿਹੜਾ ਸਾਡੇ ਲਈ ਰੈਪਚਰ ਆ, ਲੇਕਿਨ ਇਸਰਾਇਲ ਦੇ ਲਈ ਦੂਸਰਾ ਆਗਮਨ ਆ। ਉਹਨਾਂ ਦੇ ਲਈ ਵੱਖਰੇ ਤਰੀਕੇ ਦਾ ਹੈ, ਸਾਡੇ ਲਈ ਵੱਖਰੇ ਤਰੀਕੇ ਦਾ ਹੈ। ਸੋ ਅਸੀਂ ਰੈਪਚਰ ਨੂੰ ਵੀ ਦੂਸਰੇ ਆਗਮਨ ਦੇ ਸ਼ਬਦਾਂ ਨਾਲ ਵੀ ਕਈ ਵਾਰੀ ਦੇਖ ਲੈਂਦੇ ਹਾਂ। ਸੋ ਸਮਝਣਾ ਹੈ ਕਿ ਸਾਡੇ ਲਈ ਰੈਪਚਰ ਹੀ ਪ੍ਰਭੂ ਦਾ ਦੂਸਰਾ ਆਗਮਨ ਹੈ। ਪਹਿਲੀ ਵਾਰੀ ਉਹ ਬਦਨ ਦੇ ਵਿੱਚ ਆਇਆ ਸੀ, ਔਰ ਦੂਸਰੀ ਵਾਰੀ ਉਹਨੇ ਬਦਨਾਂ ਉੱਤੇ ਆਉਣਾ ਹੈ। ਇਸਰਾਏਲੀਆਂ ਦੇ ਲਈ ਉਹਨੇ ਪ੍ਰਤੱਖ ਹੋ ਕੇ ਆਉਣਾ, ਉਹਨਾਂ ਦੇ ਲਈ ਉਹਦਾ ਆਗਮਨ ਦੂਸਰੇ ਤਰੀਕੇ ਦਾ। ਰੈਪਚਰ ਯਾਨੀ ਕਿ ਜਿਹੜਾ ਸਾਡੇ ਲਈ ਰੈਪਚਰ ਦੂਸਰਾ ਆਗਮਨ ਆ, ਉਹ ਦੂਸਰਾ ਆਗਮਨ ਸਾਡੀ ਸਭ ਤੋਂ ਵੱਡੀ ਆਸ਼ਾ ਹੈ, ਔਰ ਇਹ ਆਸ਼ਾ ਅਸੀਂ ਰੱਖਦੇ ਹਾਂ ਜਦੋਂ, ਤੇ ਫਿਰ ਸਾਨੂੰ ਇਹ ਹੌਸਲਾ ਮਿਲਦਾ ਵੀ ਚਾਹੇ ਪਰਿਸਥਿਤੀ ਕੈਸੀ ਵੀ ਹੋ ਜਾਵੇ ਅਸੀਂ ਕਿਸੇ ਵੀ ਕੀਮਤ ਦੇ ਉੱਤੇ ਡੋਲਾਂਗੇ ਨਹੀਂ। ਡੋਲਾਂਗੇ ਕਿਉਂ ਨਹੀਂ? ਕਿਉਂਕਿ ਸਾਡੇ ਕੋਲ ਇੱਕ ਆਸ ਆ, ਔਰ ਇਹ ਆਸ ਸਾਨੂੰ ਡੋਲਣ ਨਹੀਂ ਦੇਵੇਗੀ। ਔਰ ਜਿਸ ਵਿਸ਼ਵਾਸੀ ਦੇ ਅੰਦਰ ਇਹ ਆਸ ਆ ਉਹ ਕਦੇ ਵੀ ਬੇਦਿਲ ਨਹੀਂ ਹੋਵੇਗਾ, ਉਹ ਕਦੇ ਵੀ ਡੋਲੇਗਾ ਨਹੀਂ, ਕਿਉਂਕਿ ਇੱਕ ਪਾਸੇ ਸਾਡੇ ਅੱਗੇ ਦੁਨੀਆ ਦੀਆਂ ਦੁੱਖ ਤਕਲੀਫਾਂ ਹੋ ਸਕਦੀਆਂ, ਲੇਕਿਨ ਉਹਨਾਂ ਤੋਂ ਕਿਤੇ ਵੱਡਾ ਦੂਜੇ ਪਾਸੇ ਸਾਡੇ ਕੋਲ ਖੁਦਾ ਆ।
ਸੋ ਦੁਨੀਆ ਦੀ ਕੋਈ ਮੁਸੀਬਤ, ਦੁਨੀਆ ਦਾ ਕੋਈ ਦੁੱਖ, ਦੁਨੀਆ ਦੀ ਕੋਈ ਬਿਮਾਰੀ ਸਾਡੇ ਖੁਦਾ ਤੋਂ ਵੱਡੀ ਨਹੀਂ ਹੈ। ਸੋ ਇਸ ਲਈ ਅਸੀਂ ਕਿਸੇ ਵੀ ਕੀਮਤ ਉੱਤੇ ਡੋਲਾਂਗੇ ਨਹੀਂ। ਪਹਿਲੀ ਸਦੀ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਸੀਗੀਆਂ ਕਲੀਸਿਆ ਨੂੰ ਮਜ਼ਬੂਤ ਕਰਦੀਆਂ ਸੀ। ਇਹੀ ਗੱਲਾਂ ਸੀ ਪਹਿਲੀ ਸਦੀ 'ਚ ਜਿਹੜੀਆਂ ਸਿਖਾਈਆਂ ਜਾਂਦੀਆਂ ਸੀ, ਤੇ ਲੋਕੀ ਜ਼ਿੰਦਗੀਆਂ ਦੀ ਪਰਵਾਹ ਨਹੀਂ ਸੀ ਕਰਦੇ। ਇਹ ਗੱਲਾਂ ਜਦੋਂ ਸਿਖਾਈਆਂ ਜਾਂਦੀਆਂ ਸੀ, ਲੋਕਾਂ ਦੇ ਵਿੱਚ ਜੋਸ਼ ਭਰਦਾ ਸੀ, ਲੋਕਾਂ ਦੇ ਵਿੱਚ ਦਲੇਰੀ ਆਉਂਦੀ ਸੀਗੀ ਵੀ ਸਾਡੇ ਕੋਲ ਇੱਕ ਜਦੋਂ ਐਡੀ ਬਹੁਮੁੱਲੇ ਆਸ਼ਾ ਹੈ, ਸਾਡੇ ਅੱਗੇ ਜਦੋਂ ਐਡੀ ਵੱਡੀ ਇੱਕ ਉਮੀਦ ਰੱਖੀ ਹੋਈ ਆ, ਤੇ ਫਿਰ ਸਾਨੂੰ ਇਹਨਾਂ ਚੀਜ਼ਾਂ ਦੇ ਬਾਰੇ ਡੋਲਣ ਦੀ ਜ਼ਰੂਰਤ ਨਹੀਂ ਹੈ। ਸਾਨੂੰ ਇਹਨਾਂ ਬਾਰੇ ਸੋਚ ਕੇ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਹੈ। ਸੋ ਅਸੀਂ ਦੇਖਦੇ ਹਾਂ ਉਸ ਸਮੇਂ ਦੇ ਵਿੱਚ ਕੀ ਕੁਛ ਹੋਇਆ। ਪ੍ਰਭੂ ਦੇ ਲੋਕੀ ਤਲਵਾਰਾਂ ਦੇ ਨਾਲ ਵੱਢੇ ਗਏ ਆ, ਲੇਕਿਨ ਉਸੇ ਆਸ ਨੂੰ ਫੜ ਕੇ ਬੈਠੇ ਆ ਉਹ, ਔਰ ਉਹਨਾਂ ਨੇ ਮੌਤ ਦੀ ਪਰਵਾਹ ਕੀਤੀ ਨਹੀਂ ਹੈ। ਬਲਦੀ ਅੱਗ ਦੀਆਂ ਭੱਠੀਆਂ ਵਿੱਚ ਸੁੱਟੇ ਗਏ ਆ, ਲੇਕਿਨ ਫਿਰ ਵੀ ਉਹਨਾਂ ਨੇ ਆਪਣੇ ਪ੍ਰਭੂ ਦਾ ਇਨਕਾਰ ਨਹੀਂ ਕੀਤਾ, ਕਿਉਂਕਿ ਉਹ ਜਾਣਦੇ ਸਨ ਇਹ ਜਿਹੜੇ ਥੋੜੇ ਬਹੁਤੇ ਦੁੱਖ ਆ ਨਾ, 5 ਮਿੰਟ 7 ਮਿੰਟ ਦਾ, ਮੌਤ ਕਿਤੇ ਆਉਣ ਨੂੰ ਕਿੰਨਾ ਟਾਈਮ ਲੱਗਣਾ ਹੁੰਦਾ। ਸੋ ਜਿਹੜਾ 5-7 ਮਿੰਟ ਦਾ ਦੁੱਖ ਆ, ਇਹ ਉਸ ਮਿਲਣ ਵਾਲੀ ਮਹਿਮਾ ਦੇ ਅੱਗੇ ਕੁਛ ਨਹੀਂ ਆ। ਔਰ ਇਸੇ ਆਸ਼ਾ ਨੂੰ ਫੜ ਕੇ ਉਹ ਲੋਕ ਬਲਦੀ ਅੱਗ ਦੀਆਂ ਭੱਠੀਆਂ ਤੋਂ ਨਹੀਂ ਡਰੇ, ਉਹਨਾਂ ਨੂੰ ਸਲੀਬਾਂ ਤੇ ਚੜਾਇਆ ਗਿਆ ਤੇ ਸੂਲੀਆਂ ਦੇ ਉੱਤੇ ਵੀ ਟੰਗਿਆ ਗਿਆ, ਲੇਕਿਨ ਫਿਰ ਵੀ ਉਹਨਾਂ ਨੇ ਕਿਸੇ ਵੀ ਕੀਮਤ ਉੱਤੇ ਪਿੱਛੇ ਹਟਣਾ ਨਹੀਂ ਚਾਹਿਆ। ਸਲੀਬ ਦੀ ਮੌਤ ਉਹਨਾਂ ਨੂੰ ਡਰਾ ਨਹੀਂ ਸਕੀ, ਸੂਲੀਆਂ ਦੀ ਮੌਤ ਉਹਨਾਂ ਨੂੰ ਡਰਾ ਨਹੀਂ ਸਕੀ। ਸੋ ਮੈਂ ਪਿੱਛੇ ਦੱਸਦਾ ਸੀ ਸਲੀਬ ਤੇ ਔਰ ਸੂਲੀ ਦੇ 'ਚ ਫਰਕ ਕੀ ਆ। ਸਲੀਬ ਦੇ ਉੱਤੇ ਪ੍ਰਭੂ ਯਿਸੂ ਮਸੀਹ ਨੂੰ ਲਟਕਾਇਆ ਗਿਆ ਸੀ, ਤੇ ਸੂਲੀ ਦੇ ਉੱਤੇ ਹਮਾਨ ਨੂੰ ਚੜਾਇਆ ਗਿਆ ਸੀ। ਚੜਾਇਆ ਦਾ ਮਤਲਬ ਢਿੱਡ ਪਾੜ ਸੁੱਟਦੇ ਸੀ ਤੇ ਬੰਦਾ ਪਾੜ ਜਾਂਦਾ ਸੀ, ਉਹਦਾ ਸਾਰਾ ਬਦਨ। ਸੋ ਬਹੁਤ ਸਾਰੇ ਲੋਕ ਇਹ ਵੀ ਇਸਤੇਮਾਲ ਪ੍ਰਭੂ ਦੇ ਲਈ ਵੀ ਸੂਲੀ ਇਸਤੇਮਾਲ ਕਰ ਜਾਂਦੇ ਆ, ਲੇਕਿਨ ਪ੍ਰਭੂ ਦੇ ਲਈ ਸੂਲੀ ਇਸਤੇਮਾਲ ਸ਼ਬਦ ਨਹੀਂ ਹੁੰਦਾ, ਪ੍ਰਭੂ ਦੇ ਲਈ ਸਲੀਬ। ਤਾਂ ਸੂਲੀ ਦੇ ਉੱਤੇ ਹਮਾਨ ਨੂੰ ਚੜਾਇਆ ਗਿਆ ਸੀ, ਢਿੱਡ ਭਾਰ ਇੱਕ ਸੂਲ ਵਰਗੀ ਚੀਜ਼ ਦੇ ਉੱਤੇ ਸੁੱਟਿਆ ਜਾਂਦਾ ਸੀ, ਔਰ ਬੰਦਾ ਥੱਲੇ ਆਉਂਦਾ ਜਾਂਦਾ ਸੀ, ਔਰ ਆਉਂਦੇ ਉਹਦਾ ਸਰੀਰ ਜਿਹੜਾ ਸੀ ਪਾੜ ਜਾਂਦਾ ਸੀ। ਸੋ ਯਿਸੂ ਮਸੀਹ ਦੇ ਨਾਲ ਇੱਦਾਂ ਨਹੀਂ ਹੋਇਆ। ਯਿਸੂ ਮਸੀਹ ਨੂੰ ਸਲੀਬ ਦੇ ਉੱਤੇ ਟੰਗਿਆ ਗਿਆ, ਉਹਦੇ ਹੱਥਾਂ ਪੈਰਾਂ ਦੇ ਵਿੱਚ ਕਿੱਲ ਠੋਕੇ ਗਏ। ਸੋ ਉਹਦਾ ਸਿਸਟਮ ਅਲੱਗ ਆ। ਸੋ ਇਹੋ ਜਿਹੀਆਂ ਮੌਤਾਂ ਦੀ ਵੀ ਉਹਨਾਂ ਨੇ ਪਰਵਾਹ ਕੀਤੀ ਨਹੀਂ ਹੈ। ਜੰਗਲੀ ਜਾਨਵਰਾਂ ਅੱਗੇ, ਜਿਵੇਂ ਸ਼ੇਰ, ਜੰਗਲੀ ਸੂਰ, ਜੰਗਲੀ ਕੁੱਤੇ, ਭੇੜੀਆਂ ਅੱਗੇ ਸੁੱਟਿਆ ਗਿਆ, ਔਰ ਉਹ ਨੋਚ ਕੇ ਇਹਨਾਂ ਨੂੰ ਖਾ ਗਏ। ਔਰ ਜਦੋਂ ਇਹਨਾਂ ਉੱਤੇ ਹਮਲੇ ਹੁੰਦੇ ਸੀ, ਆਲੇ ਦੁਆਲੇ ਸਟੇਡੀਅਮ ਹੁੰਦਾ ਸੀਗਾ, ਔਰ ਉਹ ਇਹਨਾਂ ਨੂੰ ਕਹਿੰਦੇ ਸੀਗੇ, ਇੱਕ ਪਾਸੇ ਪਹਿਲਾਂ ਉਹਨਾਂ ਨੂੰ ਪਿੰਜਰਿਆਂ ਵਿੱਚ ਦਿਖਾਇਆ ਜਾਂਦਾ ਸੀ, ਪਿੰਜਰੇ ਖੋਲ੍ਹਣ ਵਾਲੇ ਉੱਥੇ ਖੜੇ ਹੁੰਦੇ ਸੀ, ਔਰ ਉਹਨਾਂ ਨੂੰ ਦੱਸਿਆ ਜਾਂਦਾ ਸੀਗਾ ਕਿ ਪ੍ਰਭੂ ਯਿਸੂ ਮਸੀਹ ਦਾ ਇਨਕਾਰ ਕਰੋ। ਪ੍ਰਭੂ ਯਿਸੂ ਮਸੀਹ ਦਾ ਇਨਕਾਰ ਕਰਨਾ ਮਤਲਬ ਉਸ ਆਸ਼ਾ ਦਾ ਇਨਕਾਰ ਕਰਨਾ ਜਿਹਦੇ ਬਾਰੇ ਸਾਨੂੰ ਵਚਨ ਦੱਸਦਾ, ਔਰ ਅੱਗੇ ਜਾ ਕੇ ਅਸੀਂ ਉਹਨਾਂ ਆਸ਼ਾਵਾਂ ਦੇ ਬਾਰੇ ਸਿੱਖਾਂਗੇ। ਸੋ ਉਹਨਾਂ ਨੂੰ ਕਿਹਾ ਜਾਂਦਾ ਸੀਗਾ ਕਿ ਪ੍ਰਭੂ ਯਿਸੂ ਮਸੀਹ ਦਾ ਇਨਕਾਰ ਕਰੋ, ਨਹੀਂ ਤੇ ਉਹ ਵੇਖੋ ਸ਼ੇਰ ਮੂੰਹ ਅੱਡ ਕੇ ਖੜਾ ਹੈ, ਉਹ ਵੇਖੋ ਕੁੱਤੇ ਤਿਆਰ ਆ ਜੰਗਲੀ ਤੁਹਾਨੂੰ ਪਾੜਨ ਵਾਸਤੇ, ਸੂਰ ਤਿਆਰ ਹੈ ਤੁਹਾਨੂੰ ਪਾੜਨ ਵਾਸਤੇ। ਸੋ ਸਿਸਟਰ ਜੀ ਲਿਖ ਰਹੇ ਆ, ਜੇ ਹੁਣ ਮੈਂ ਵੀ ਸਿੱਖ ਲਈ ਸੂਲੀ ਐਂਡ ਸਲੀਬ। ਥੈਂਕ ਯੂ, ਗੋਡ ਬਲੈਸ ਯੂ ਸਰ ਸਿਸਟਰ ਜੀ। ਸੋ ਦੇਖਦੇ ਆ ਕਿ ਉਹਨਾਂ ਨੂੰ ਇਹ ਚੀਜ਼ਾਂ ਦਿਖਾ ਕੇ ਫਿਰ ਉਹਨਾਂ ਅੱਗੇ ਆਪਸ਼ਨ ਰੱਖਿਆ ਜਾਂਦਾ ਸੀ। ਇੱਕ ਪਾਸੇ ਭਿਆਨਕ ਮੌਤ ਆ, ਦੂਸਰੇ ਪਾਸੇ ਤੁਹਾਡੀ ਆਸ਼ਾ ਹੈ, ਦੱਸੋ ਕਿਹਨੂੰ ਚੁਣਨਾ ਹੈ। ਔਰ ਉਹ ਉਸ ਆਸ਼ਾ ਦੇ ਨਿਮਿਤ ਉਸ ਮੌਤ ਨੂੰ ਹੱਸਦੇ ਕਬੂਲ ਕਰਦੇ ਸੀ। ਅੱਜ ਜਿਹੜੇ ਲੋਕ ਯਿਸੂ ਮਸੀਹ ਦੇ ਕੋਲ ਸਿਰਫ ਇਸ ਲਈ ਆਏ ਆ ਕਿ ਯਿਸੂ ਮਸੀਹ ਸਿਰਫ ਚੰਗਾ ਕਰਨ ਵਾਲਾ ਹੈ, ਜਾਂ ਯਿਸੂ ਮਸੀਹ ਸਿਰਫ ਆਸ਼ੀਸ਼ਾਂ ਤੇ ਬਰਕਤਾਂ ਦੇਣ ਵਾਲਾ ਆ, ਉਹਨਾਂ ਦੇ ਲਈ ਫਿਰ ਇਸ ਚੀਜ਼ ਨੂੰ ਸਾਹਮਣਾ ਕਰਨਾ ਬੜਾ ਔਖਾ ਹੋਣਾ। ਇਸ ਲਈ ਸਾਨੂੰ ਇਹ ਜ਼ਰੂਰੀ ਹੈ ਕਿ ਅਸੀਂ ਜਿੱਥੇ ਪ੍ਰਭੂ ਉਹਨਾਂ ਨੂੰ ਚੰਗਿਆਈਆਂ ਦਿੰਦਾ ਆ, ਜੇ ਉਹਨਾਂ ਦੀ ਜ਼ਿੰਦਗੀ ਦੀ ਜ਼ਰੂਰਤਾਂ ਪੂਰੀਆਂ ਕਰਦਾ ਆ, ਤੇ ਫਿਰ ਨਾਲ ਅਸੀਂ ਉਹਨਾਂ ਨੂੰ ਇਹਨਾਂ ਚੀਜ਼ਾਂ ਦੇ ਲਈ ਦਲੇਰ ਕਰੀਏ ਕਿ ਪ੍ਰਭੂ ਨੇ ਤੁਹਾਡੇ ਉੱਤੇ ਆਪਣੇ ਆਪ ਨੂੰ ਪ੍ਰਗਟ ਕੀਤਾ, ਤੁਹਾਨੂੰ ਚੰਗਿਆਂ ਕਰਕੇ ਰਹਿਮ ਕੀਤਾ, ਲੇਕਿਨ ਹੁਣ ਤੁਸੀਂ ਯੁੱਧ ਦੇ ਮੈਦਾਨ ਦੇ ਵਿੱਚ ਆ ਗਏ ਆ, ਪ੍ਰਭੂ ਨੇ ਤੁਹਾਨੂੰ ਆਪਣੇ ਸਿਪਾਹੀ ਬਣਾ ਲਿਆ ਆ, ਤੇ ਹੁਣ ਤੁਸੀਂ ਅੱਗੇ ਯੁੱਧ ਲੜਨਾ ਆ। ਤੇ ਯੁੱਧ ਲੜਾਉਣ ਦੀ ਫਿਰ ਅਸੀਂ ਉਹਨਾਂ ਨੂੰ ਤਿਆਰੀ ਕਰਨੀ ਆ। ਅਗਰ ਅਸੀਂ ਇਹ ਤਿਆਰੀ ਉਹਨਾਂ ਨੂੰ ਨਾ ਕਰਾਈ, ਤੇ ਫਿਰ ਉਹਨਾਂ ਦਾ ਚੰਗੇ ਹੋਣਾ, ਉਹਨਾਂ ਦਾ ਆਸ਼ੀਸ਼ ਪਾਉਣਾ, ਉਹਨਾਂ ਦਾ ਮੁਰਦਿਆਂ ਵਿੱਚੋਂ ਜੀ ਉੱਠਣਾ, ਉਹਨਾਂ ਦਾ ਕੋੜ ਤੋਂ ਚੰਗਿਆ ਹੋਣਾ, ਉਹਨਾਂ ਦਾ ਅੰਨ੍ਹਿਆਂ ਅੱਖਾਂ ਤੋਂ ਚੰਗਿਆ ਹੋ ਜਾਣਾ, ਫਿਰ ਉਹਨਾਂ ਦੇ ਕਿਸੇ ਕੰਮ ਨਹੀਂ ਆਵੇਗਾ ਅਗਰ ਅਸੀਂ ਉਹਨਾਂ ਨੂੰ ਇੱਥੋਂ ਤੱਕ ਲੈ ਕੇ ਨਾ ਗਏ। ਸੋ ਹਰੇਕ ਉਸ ਸ਼ਖਸ ਦੇ ਲਈ ਇਹ ਜ਼ਿੰਮੇਵਾਰੀ ਹੈ ਜਿਹਨੂੰ ਪ੍ਰਭੂ ਬੇਸ਼ੱਕ ਚੰਗਿਆਈ ਦੇ ਲਈ ਇਸਤੇਮਾਲ ਕਰਦਾ ਹੋਵੇ, ਲੇਕਿਨ ਉਹ ਖੁਦਾ ਤੋਂ ਮੰਗੇ, ਗਿਆਨ ਪ੍ਰਕਾਸ਼ ਵੀ ਮੰਗੇ। ਅਗਰ ਨਹੀਂ ਹੈਗਾ ਤੇ ਉਹ ਇਹੋ ਜਿਹੇ ਸੇਵਕਾਂ ਦੇ ਨਾਲ ਉਸ ਕਲੀਸਿਆ ਦਾ ਰਾਬਤਾ ਕਰਾਵੇ, ਤਾਂ ਕਿ ਕਲੀਸਿਆ ਵਚਨ ਤੋਂ ਜਾਣੂ ਹੋਵੇ ਕਿ ਅੱਗੇ ਸਾਡੇ ਨਾਲ ਹੋਣ ਵਾਲਾ ਕੀ ਹੈ। ਕਿਉਂਕਿ ਅਚਾਨਕ ਜਦੋਂ ਕਲੀਸਿਆ ਉੱਤੇ ਇਹੋ ਜਿਹੀ ਮੁਸੀਬਤ ਆ ਗਈ, ਤੇ ਫਿਰ ਕਲੀਸਿਆ ਦੇ ਲਈ ਸਹਾਰਨਾ ਮੁਸ਼ਕਿਲ ਹੋ ਜਾਵੇਗਾ, ਕਿਉਂਕਿ ਉਹਨਾਂ ਤੋਂ ਅਸੀਂ ਸਿਖਾਇਆ ਹੋਊਗਾ ਕਿ ਉਹ ਤੇ ਚੰਗਾ ਕਰਨ ਵਾਲਾ ਖੁਦਾ ਆਇਆ, ਉਹ ਤੇ ਬਚਾਉਣ ਵਾਲਾ ਖੁਦਾ ਆਇਆ, ਉਹ ਤੇ ਅੱਗ ਦੀਆਂ ਬਲਦੀਆਂ ਭੱਠੀਆਂ ਤੋਂ ਬਚਾਉਣ ਵਾਲਾ ਖੁਦਾ ਆਇਆ, ਉਹ ਤੇ ਸ਼ੇਰਾਂ ਦੇ ਮੂੰਹਾਂ 'ਚ ਬਚਾਉਣ ਵਾਲਾ ਖੁਦਾ ਆਇਆ। ਤੇ ਜਦੋਂ ਸ਼ੇਰ ਪਾੜਨ ਲਈ ਆ ਗਿਆ, ਫਿਰ ਉਹਨੂੰ ਭੁਲੇਖਾ ਪੈ ਜਾਣਾ,
ਫਿਰ ਉਹਨੇ ਸੋਚਣਾ ਵੀ ਮੈਨੂੰ ਤੇ ਸੇਵਕ ਨੇ ਕਿਹਾ ਸੀਗਾ ਵੀ ਉਹ ਸ਼ੇਰਾਂ ਦੇ ਮੂੰਹਾਂ 'ਚ ਛਡਾਉਣ ਵਾਲਾ ਖੁਦਾ ਆਇਆ, ਤੇ ਇਹ ਤੇ ਮੈਨੂੰ ਪਾੜਨ ਲਈ ਆ ਗਿਆ ਆ। ਤੇ ਫਿਰ ਉਹਦੇ ਮਨ ਦੇ ਵਿੱਚ ਪ੍ਰਭੂ ਦੇ ਲਈ ਡਾਊਟ ਆਵੇਗਾ, ਪ੍ਰਭੂ ਦੇ ਲਈ ਸ਼ੱਕ ਆਵੇਗਾ। ਸ਼ਦਰਕ ਮੇਸ਼ਕ ਅਬਦਨਗੋ ਨੂੰ ਅੱਗ ਦੇ ਵਿੱਚ ਸੜਨ ਨਹੀਂ ਦਿੱਤਾ। ਤੇ ਜਦੋਂ ਅਸੀਂ ਸਿਰਫ ਸ਼ਦਰਕ ਮੇਸ਼ਕ ਅਬਦਨਗੋ ਦੇ ਬਾਰੇ ਉਹਨਾਂ ਨੂੰ ਦੱਸਾਂਗੇ ਕਿ ਉਹਨਾਂ ਨੂੰ ਅੱਗ ਦੀ ਭੱਠੀ 'ਚੋਂ ਬਚਾਇਆ ਆ, ਉਹਨਾਂ ਨੂੰ ਦਲੇਰੀ ਮਿਲੂਗੀ ਕਿ ਪਰਮੇਸ਼ਵਰ ਸਾਨੂੰ ਵੀ ਅੱਗ ਦੀ ਭੱਠੀ 'ਚੋਂ ਬਚਾਉਣ ਦੀ ਤਾਕਤ ਰੱਖਦਾ। ਪਰ ਜੇ ਸਿਰਫ ਅਸੀਂ ਇੰਨਾ ਹੀ ਦੱਸਿਆ ਤੇ ਫਿਰ ਉਹਨਾਂ ਨੂੰ ਇੱਕ ਦਿਮਾਗ 'ਚ ਉਹਨਾਂ ਦੀ ਗੱਲ ਬਹਿਣੀ ਆ ਵੀ ਪਰਮੇਸ਼ਵਰ ਸਿਰਫ ਸਾਨੂੰ ਬਚਾਉਣ ਵਾਲਾ ਪਰਮੇਸ਼ਵਰ ਆ। ਤੇ ਜਦੋਂ ਫਿਰ ਅਸੀਂ ਨੀਰੋ ਬਾਦਸ਼ਾਹ ਉਹਨਾਂ ਦੇ ਜ਼ਮਾਨੇ ਦੀਆਂ ਗੱਲਾਂ ਉਹਨਾਂ ਨੂੰ ਦੱਸਾਂਗੇ ਕਿ ਕਿੱਦਾਂ ਉਹਨਾਂ ਨੂੰ ਸਾੜਿਆ ਗਿਆ, ਕਿੱਦਾਂ ਉਹਨਾਂ ਨੂੰ ਬਲਦੀਆਂ ਅੱਗ ਦੀਆਂ ਭੱਠੀਆਂ 'ਚ ਪਾਇਆ ਗਿਆ, ਕਿੱਦਾਂ ਉਹਨਾਂ ਨੂੰ ਕੁੱਤਿਆਂ ਦੇ ਅੱਗੇ ਸੁੱਟਿਆ ਗਿਆ, ਕਿੱਦਾਂ ਉਹਨਾਂ ਨੂੰ ਸ਼ੇਰਾਂ ਦੇ ਅੱਗੇ ਸੁੱਟਿਆ ਗਿਆ, ਕਿੱਦਾਂ ਉਹਨਾਂ ਦਾ ਜਲੂਸ ਕੱਢਿਆ ਗਿਆ, ਕਿੱਦਾਂ ਇੱਕ ਪਿੱਤਲ ਦੀ ਗਾਂ ਬਣਾ ਕੇ ਨਾ, ਪਿੱਤਲ ਦੀ ਇੱਕ ਪਸ਼ੂ ਬਣਾ ਕੇ ਉਹਨੂੰ ਪੂਰਾ ਅੱਗਿਓਂ ਖਾਲੀ ਕਰ ਦਿੰਦੇ ਸੀਗੇ। ਇੱਕ ਪਾਸਾ ਉਹਦਾ ਮੰਨ ਲਓ ਆਹ ਗਾਂ ਖੜੀ ਆ ਤੇ ਉਹਦਾ ਇੱਕ ਪਾਸਾ ਪੂਰਾ ਕੱਟ ਦਿੰਦੇ ਸੀਗੇ, ਉਹਦੇ 'ਚ ਕੱਟ ਕੇ ਤੇ ਅੱਗੇ ਜਿਹੜੀ ਗਾਂ ਬਣਾਈ ਹੁੰਦੀ ਸੀ ਪਿੱਤਲ ਦੀ, ਉਹਦੇ ਅੱਗੇ ਉਹਨਾਂ ਨੇ ਇੱਕ ਹਾਰਨ ਲਾਇਆ ਹੁੰਦਾ ਸੀ, ਜਿੱਦਾਂ ਬੱਸ ਦਾ ਹਾਰਨ ਹੁੰਦਾ ਨਾ, ਇਸ ਤਰੀਕੇ ਦਾ ਹਾਰਨ ਲਾਇਆ ਹੁੰਦਾ ਸੀਗਾ। ਔਰ ਉਸ ਪਿੱਤਲ ਦੀ ਉਸ ਗਾਂ ਰੂਪੀ ਮਤਲਬ ਉਹ ਜਿਹੜਾ ਬਣਾਇਆ ਹੁੰਦਾ ਸਿਸਟਮ, ਉਹਦੇ ਵਿੱਚ ਬੰਦੇ ਨੂੰ ਪਾ ਕੇ ਤੇ ਥੱਲਿਓਂ ਉਹ ਅੱਗ ਲਾਉਂਦੇ ਸੀਗੇ। ਪਿੱਤਲ ਦੇ ਥੱਲੇ ਅੱਗ ਲਾਉਂਦੇ ਸੀਗੇ ਤੇ ਫਿਰ ਉਹ ਬੰਦੇ ਦੀਆਂ ਜਦੋਂ ਨਿਕਲਦੀਆਂ ਸੀਗੀਆਂ ਚੀਕਾਂ, ਤੇ ਚੀਕਾਂ ਜਿਹੜੀਆਂ ਸੀਗੀਆਂ ਗਾਂ ਦੇ ਮੂੰਹ ਥਾਣੀ ਜਦੋਂ ਜਾਂਦੀਆਂ ਸੀ ਨਾ, ਉਹ ਜਿਹੜੀ ਜਗ੍ਹਾ ਬਣਾਈ ਸੀ ਤੇ ਅੱਗੇ ਲੱਗਾ ਹੁੰਦਾ ਸੀ ਹਾਰਨ, ਉਹਦੇ ਵਿੱਚੋਂ ਉਹਦੀਆਂ ਚੀਕਾਂ ਜਿਹੜੀਆਂ ਆ ਫਿਰ ਅਜੀਬ ਤਰੀਕੇ ਦੀਆਂ ਸੁਣਾਈ ਦਿੰਦੀਆਂ ਸੀ। ਐਸੀਆਂ ਭਿਆਨਕ ਮੌਤਾਂ ਉਹ ਯਿਸੂ ਮਸੀਹ ਦੇ ਨਾਮ ਦੇ ਵਿੱਚ ਹੱਸਦੇ ਸਹਿ ਗਏ, ਸਿਰਫ ਇੱਕੋ ਉਮੀਦ ਦੇ ਵਿੱਚ ਕਿ ਇਹ ਦੁੱਖ ਥੋੜ੍ਹੀ ਦੇਰ ਦਾ ਆ, ਸਾਨੂੰ 5 ਮਿੰਟ 10 ਮਿੰਟ ਘੰਟਾ ਅੱਧਾ ਘੰਟਾ ਮਿਲੂਗਾ, ਲੇਕਿਨ ਇਹਦੇ ਬਦਲੇ 'ਚ ਪ੍ਰਭੂ ਜੋ ਸਾਨੂੰ ਦੇਣ ਵਾਲਾ ਹੈਗਾ ਆ, ਉਹਦੇ ਮੁਕਾਬਲੇ 'ਚ ਇਸ ਦੁੱਖ ਦੀ ਕੋਈ ਵੀ ਵਜੂਦ ਨਹੀਂ ਗਾ। ਇਹ ਦੁੱਖ ਕੁਛ ਵੀ ਨਹੀਂ ਹੈ ਜੋ ਸਾਨੂੰ ਮਿਲਣ ਵਾਲਾ ਆ। ਉਸੇ ਆਸ਼ਾ ਦੇ ਨਿਮਿਤ ਉਹ ਏਡੀਆਂ ਭਿਆਨਕ ਸਜ਼ਾਵਾਂ ਦੇ ਵਿੱਚ ਮਰ ਗਏ, ਸ਼ਹੀਦ ਹੋ ਗਏ, ਲੇਕਿਨ ਉਹਨਾਂ ਨੇ ਪਰਵਾਹ ਨਹੀਂ ਕੀਤੀ। ਕਈ ਵਾਰੀ ਸਾਡੇ ਸਿੱਖ ਵੀਰ ਆਮ ਗੱਲ ਕਰ ਜਾਂਦੇ ਆ ਕਿ ਤੁਹਾਡੇ ਵਿੱਚ ਜੀ ਇੱਕੋ ਹੀ ਕੁਰਬਾਨ ਹੋਇਆ, ਤੇ ਦੇਖੋ ਤੁਸੀਂ ਉਹ ਕਿੰਨਾ ਇਹ ਫੈਲ ਗਿਆ ਜੀ। ਆਪਣੇ ਉਹ ਆਪਣੀ ਕੌਮ ਨੂੰ ਕਈ ਵਾਰ ਜਾਗਰਤ ਕਰਦੇ ਵੀ ਦੇਖੋ ਉਹਨਾਂ ਦਾ ਇੱਕੋ ਹੀ ਕੁਰਬਾਨ ਹੋਇਆ ਸੀਗਾ, ਤੇ ਕਿੰਨੀ ਦੁਨੀਆ ਵਿੱਚ ਯਿਸੂ ਮਸੀਹ ਦਾ ਨਾਮ ਪਹੁੰਚ ਗਿਆ। ਲਗਭਗ 70% ਲੋਕ ਉਸ ਪਾਸੇ ਨੂੰ ਹੋ ਗਏ। ਸੋ ਇਹੋ ਜਿਹੇ ਉਦਾਹਰਨਾਂ ਦਿੰਦੇ ਆ, ਉਹ ਕਹਿੰਦੇ ਸਾਡੇ ਵਿੱਚ ਦੇਖੋ ਕਿੰਨੀਆਂ ਸ਼ਹਾਦਤਾਂ ਹੋਈਆਂ, ਕਿੰਨੀਆਂ ਕੁਰਬਾਨੀਆਂ ਹੋਈਆਂ। ਸੋ ਇਹੋ ਜਿਹੀਆਂ ਗੱਲਾਂ ਕਰਕੇ ਤੇ ਉਹ ਕਈ ਵਾਰੀ ਇੱਧਰਲੀ ਕੁਰਬਾਨੀ ਨੂੰ ਇੱਕ ਦੱਸ ਕੇ ਤੇ ਉਹ ਪ੍ਰਭਾਵਿਤ ਪੈ ਜਾਂਦੇ, ਕਿਉਂਕਿ ਉਹਨਾਂ ਨੂੰ ਇਤਿਹਾਸ ਦਾ ਗਿਆਨ ਨਹੀਂ ਹੁੰਦਾ। ਸੋ ਇਹੋ ਜਿਹੀਆਂ ਗੱਲਾਂ ਕਰਕੇ ਉਹ ਕਈ ਵਾਰੀ ਦੂਸਰਿਆਂ ਨੂੰ ਤੁੱਛ ਬਣਾਉਣ ਦੀ ਕੋਸ਼ਿਸ਼ ਕਰਦੇ ਆ। ਲੇਕਿਨ ਮੈਂ ਸਿੱਖ ਵੀਰਾਂ ਨੂੰ ਦੱਸਣਾ ਚਾਹੁੰਦਾ ਆ, ਦੁਨੀਆ ਦੇ ਵਿੱਚ ਜਿਹੜੀਆਂ ਘੱਟ ਗਿਣਤੀ ਕੌਮਾਂ ਨਾ, ਉਹਨਾਂ ਕੌਮਾਂ ਦੀ ਉਨੀ ਗਿਣਤੀ ਨਹੀਂ ਅੱਜ ਦੀ ਡੇਟ ਦੇ ਵਿੱਚ। ਜਦੋਂ ਤੋਂ ਇਨਸਾਨ ਬਣਿਆ ਨਾ, ਉਹਨਾਂ ਕੌਮਾਂ ਦੀ ਉਨੀ ਗਿਣਤੀ ਨਹੀਂ ਹੈ ਜਿੰਨੇ ਮਸੀਹੀ ਲੋਕ ਕੁਰਬਾਨ ਹੋ ਚੁੱਕੇ ਆ, ਜਿੰਨੇ ਸ਼ਹੀਦ ਹੋ ਚੁੱਕੇ ਆ ਨਾ ਮਸੀਹੀ ਲੋਕ, ਉਨੀ ਉਹਨਾਂ ਦੀ ਗਿਣਤੀ ਨਹੀਂ ਹੈ। ਜਦੋਂ ਤੋਂ ਉਹਨਾਂ ਦੀ ਕੌਮ ਬਣੀ, ਵਜੂਦ ਵਿੱਚ ਆਈ, ਅੱਜ ਤੱਕ ਜਿੰਨੇ ਉਹਨਾਂ ਦੇ ਜਾ ਚੁੱਕੇ ਆ ਤੇ ਜਿੰਨੇ ਜ਼ਮੀਨ ਦੇ ਉੱਤੇ ਆ, ਉਹ ਗਿਣਤੀ ਘੱਟ ਆ ਜਿੰਨੇ ਮਸੀਹੀ ਲੋਕ ਕੁਰਬਾਨ ਹੋ ਚੁੱਕੇ ਆ। ਲੇਕਿਨ ਅਸੀਂ ਮਸੀਹਾਂ ਦੀ ਕੁਰਬਾਨੀ ਨੂੰ ਹਾਈਲਾਈਟ ਇਸ ਕਰਕੇ ਨਹੀਂ ਕਰਦੇ ਕਿਉਂਕਿ ਸਾਡੀ ਕੁਰਬਾਨੀ ਕਿਸੇ ਕੰਮ ਦੀ ਨਹੀਂ ਆ। ਸਾਡੀ ਕੁਰਬਾਨੀ ਦਾ ਉਹਦੀ ਕੁਰਬਾਨੀ ਦੇ ਅੱਗੇ ਕੋਈ ਵਜੂਦ ਨਹੀਂ ਹੈ। ਇਸ ਕਰਕੇ ਅਸੀਂ ਇਨਸਾਨਾਂ ਦੀਆਂ ਕੁਰਬਾਨੀਆਂ ਨੂੰ ਜ਼ਿਆਦਾ ਮਹੱਤਤਾ ਨਹੀਂ ਦਿੰਦੇ, ਅਸੀਂ ਇਹਨਾਂ ਨੂੰ ਜ਼ਿਆਦਾ ਹਾਈਲਾਈਟ ਨਹੀਂ ਕਰਦੇ। ਇਸੇ ਕਰਕੇ ਨਹੀਂ ਕਰਦੇ ਕਿਉਂਕਿ ਉਹ ਕੁਰਬਾਨੀ ਜਿਹੜੀ ਹੋਈ ਨਾ, ਉਹ ਨਿਰਸਵਾਰਥ ਸੀਗੀ, ਉਹ ਕੁਰਬਾਨੀ ਬੇਦਾਗ ਕੁਰਬਾਨੀ ਸੀਗੀ, ਉਹ ਕੁਰਬਾਨੀ ਪਾਕ ਕੁਰਬਾਨੀ ਸੀ। ਸਾਡੀ ਕੁਰਬਾਨੀ, ਅਗਰ ਮੈਂ ਕੁਰਬਾਨੀ ਅੱਜ ਦਿੰਦਾ ਨਾ, ਤੇ ਬੇਸ਼ੱਕ ਇੱਕ ਗੱਲ ਚੇਤੇ ਰੱਖੋ, ਮੇਰੀ ਕੁਰਬਾਨੀ ਜਿਹੜੀ ਨਾ, ਅੱਜ ਮੈਂ ਪ੍ਰਭੂ ਦੀ ਮਰਦਾ ਆ, ਮੇਰੇ ਮਰਨ ਦੇ ਪਿੱਛੇ ਇੱਕ ਆਸ ਹੈ ਮੇਰੀ। ਦੂਜੇ ਪਾਸੇ ਇਹ ਵੀ ਕਹਿ ਸਕਦੇ ਆ ਥੋੜ੍ਹੀ ਦੇਰ ਦੇ ਲਈ ਵੀ ਕੁਛ ਲੋਕਾਂ ਜਿਹੜਾ ਨਹੀਂ ਗਿਆਨ, ਉਹਨਾਂ ਦੇ ਲਈ ਉਹ ਸਵਾਰਥ ਹੈ। ਸਵਾਰਥ ਕੀ ਆ ਵੀ ਜੇ ਅਸੀਂ ਪ੍ਰਭੂ ਦੇ ਲਈ ਮਰ ਜਾਵਾਂਗੇ ਹੋਏ ਨਾ, ਤੇ ਸਾਨੂੰ ਜੰਨਤ ਨਸੀਬ ਹੋਊਗੀ, ਸਾਨੂੰ ਪ੍ਰਭੂ ਦੇ ਨਾਲ ਮਿਲਣ ਨਸੀਬ ਹੋਊਗਾ। ਯਾਨੀ ਕਿ ਸਾਡੇ ਅੱਗੇ ਕੋਈ ਨਾ ਕੋਈ ਇੱਕ ਵਜ੍ਹਾ ਆ। ਪ੍ਰਭੂ ਯਿਸੂ ਮਸੀਹ ਜਦੋਂ ਕੁਰਬਾਨ ਹੁੰਦਾ ਨਾ, ਉਹਦੇ ਅੱਗੇ ਕੋਈ ਵਜ੍ਹਾ ਨਹੀਂ ਗੀ। ਪ੍ਰਭੂ ਯਿਸੂ ਮਸੀਹ ਦੇ ਕੁਰਬਾਨ ਹੋਣ ਦੇ ਪਿੱਛੇ ਇਹੋ ਜਿਹੀ ਕੋਈ ਵਜ੍ਹਾ ਨਹੀਂ ਗੀ। ਉਹ ਕਿਸੇ ਲਾਲਚ ਦੇ ਮਾਰੇ ਜਾਂ ਆਪਣੇ ਨਾਮ ਨੂੰ ਹਾਈਲਾਈਟ ਕਰਨ ਦੇ ਕਰਕੇ ਉਹ ਕੁਰਬਾਨ ਨਹੀਂ ਹੁੰਦਾ, ਬਲਕਿ ਉਹ ਮੇਰੀ ਖਾਤਰ ਕੁਰਬਾਨ ਹੋਣ ਲਈ ਆਉਂਦਾ ਤਾਂ ਕਿ ਮੈਂ ਨਜਾਤ ਪਾਵਾਂ। ਸੋ ਦੁਨੀਆ ਦੇ ਦੂਸਰੇ ਕੌਮਾਂ ਜਿਹੜੀਆਂ ਕੁਰਬਾਨ ਹੋਈਆਂ, ਬੜੀਆਂ ਸ਼ਹਾਦਤਾਂ ਦਿੱਤੀਆਂ, ਬੜੇ ਉਹਨਾਂ ਨੇ ਹੌਸਲੇ ਰੱਖੇ ਆ, ਔਰ ਬੜੇ ਉਹਨਾਂ 'ਤੇ ਤਸ਼ੱਦਦ ਹੋਏ ਆ, ਔਰ ਅਸੀਂ ਉਹਨਾਂ ਦੀ ਕੁਰਬਾਨੀਆਂ ਨੂੰ ਰੱਦ ਨਹੀਂ ਕਰਦੇ। ਉਹਨਾਂ ਨੇ ਕਿਸੇ ਮਕਸਦ ਨੂੰ ਲੈ ਕੇ ਕੁਰਬਾਨੀਆਂ ਦਿੱਤੀਆਂ, ਔਰ ਉਹ ਮਕਸਦ ਸੀਗੇ ਕੋਈ ਆਪਣੀ ਕੌਮ ਦੇ ਲਈ, ਕੋਈ ਆਪਣੀ ਜਾਤ ਲਈ, ਕੋਈ ਆਪਣੀ ਮਜ਼ਹਬ ਦੇ ਨੂੰ ਬਚਾਉਣ ਦੇ ਲਈ ਉਹ ਮਰੇ ਆ।
ਔਰ ਉਹਨਾਂ ਦੀਆਂ ਕੁਰਬਾਨੀਆਂ ਵਿੱਚ ਤੇ ਪ੍ਰਭੂ ਯਿਸੂ ਮਸੀਹ ਦੀ ਕੁਰਬਾਨੀ ਵਿੱਚ ਇੰਨਾ ਹੀ ਫਰਕ ਆ ਕਿ ਉਹ ਕੁਰਬਾਨੀਆਂ ਮਜ਼ਹਬ, ਜਾਤੀ, ਪਰਿਵਾਰ ਨੂੰ ਬਚਾਉਣ ਦੇ ਲਈ, ਦੇਸ਼ ਨੂੰ ਬਚਾਉਣ ਦੇ ਲਈ ਹੋਈਆਂ, ਲੇਕਿਨ ਪ੍ਰਭੂ ਯਿਸੂ ਮਸੀਹ ਦੀ ਜਿਹੜੀ ਕੁਰਬਾਨੀ ਆ ਉਹ ਕਿਸੇ ਮਜ਼ਹਬ, ਜਾਤੀ, ਵਿਸ਼ੇਸ਼ ਧਰਮ ਜਾਂ ਕਿਸੇ ਦੇਸ਼ ਨੂੰ ਬਚਾਉਣ ਦੇ ਲਈ ਨਹੀਂ, ਬਲਕਿ ਉਹ ਮਨੁੱਖ ਨੂੰ ਬਚਾਉਣ ਦੇ ਲਈ ਹੋਈ ਹੈ। ਔਰ ਜਿਹੜੀ ਕੁਰਬਾਨੀ ਮਨੁੱਖ ਨੂੰ ਬਚਾਉਣ ਦੇ ਲਈ ਹੋਈ ਆ, ਉਸ ਕੁਰਬਾਨੀ ਦੇ ਨਾਲ ਅਸੀਂ ਉਹਨਾਂ ਕਰੋੜਾਂ ਮਸੀਹੀ ਲੋਕਾਂ ਦੀਆਂ ਕੁਰਬਾਨੀਆਂ ਨੂੰ ਨਹੀਂ ਜੋੜ ਸਕਦੇ। ਯਿਸੂ ਮਸੀਹ ਦੀ ਕੁਰਬਾਨੀ ਦੇ ਬਰਾਬਰ ਦੇ ਉੱਤੇ ਅਸੀਂ ਦੁਨੀਆ ਦੀ ਕਿਸੇ ਕੁਰਬਾਨੀ ਨੂੰ ਨਹੀਂ ਲਿਆ ਸਕਦੇ। ਜਦ ਕਿ ਉਹਦੇ 12 ਸ਼ਾਗਿਰਦ ਜਿਹੜੇ ਬਾਅਦ ਵਿੱਚ ਸੇਵਾ 'ਚ ਗਏ ਆ, ਉਹ 12 ਸ਼ਾਗਿਰਦ ਜਿਹੜੇ ਆ ਕਿੰਨੀ ਦਰਦਨਾਕ ਮੌਤ ਮਰੇ ਆ। ਉਹਨਾਂ ਵਿੱਚੋਂ ਕਈਆਂ ਨੂੰ ਮਸੀਹ ਯਿਸੂ ਦੇ ਨਾਲੋਂ ਵੀ ਦਰਦਨਾਕ ਮੌਤ ਦਿੱਤੀ ਗਈ ਆ, ਲੇਕਿਨ ਫਿਰ ਵੀ ਉਹਨਾਂ ਦਾ ਅਸੀਂ ਜ਼ਿਆਦਾ ਹਾਈਲਾਈਟ ਇਸੇ ਕਰਕੇ ਨਹੀਂ ਕਰਦੇ ਕਿ ਉਹਨਾਂ ਦੀ ਕੁਰਬਾਨੀ ਜਿਹੜੀ ਆ ਉਹ ਯਿਸੂ ਮਸੀਹ ਦੀ ਕੁਰਬਾਨੀ ਦੇ ਨਾਲ ਅਸੀਂ ਉਹਨੂੰ ਤੋਲ ਕੇ ਦੇਖ ਨਹੀਂ ਸਕਦੇ। 12 ਚੇਲਿਆਂ ਦੇ ਵਿੱਚੋਂ ਇੱਕ ਚੇਲੇ ਦਾ ਪੂਰਾ ਮਰੇ ਹੋਏ, ਜਿੱਦਾਂ ਜਾਨਵਰ ਦਾ ਮਾਸ ਲਾਇਆ ਜਾਂਦਾ, ਉਹਦਾ ਪੂਰਾ ਜਿਸਮ ਤੋਂ ਮਾਸ ਲਾ ਦਿੱਤਾ ਗਿਆ ਸੀਗਾ, ਲੇਕਿਨ ਫਿਰ ਵੀ ਉਹਨਾਂ ਨੇ ਯਿਸੂ ਮਸੀਹ ਦਾ ਇਨਕਾਰ ਨਹੀਂ ਕੀਤਾ। ਤੀਰਾਂ ਦੇ ਨਾਲ ਵਿੰਨੇ ਗਏ, ਆਰਿਆਂ ਦੇ ਨਾਲ ਚੀਰੇ ਗਏ, ਗਰਦਨਾਂ ਲਾ ਦਿੱਤੀਆਂ ਗਈਆਂ, ਔਰ ਮੋਮਬੱਤੀਆਂ ਦੀ ਤਰ੍ਹਾਂ ਰਾਤੋਂ ਰਾਤ ਉਹਨਾਂ ਨੂੰ ਰਾਲ ਲਾ ਕੇ ਤੇ ਉਹਨਾਂ ਨੂੰ ਤਪਾ ਕੇ ਤੇ ਉਹਨਾਂ ਨੂੰ ਮਾਰਿਆ ਗਿਆ, ਲੇਕਿਨ ਫਿਰ ਵੀ ਉਹਨਾਂ ਨੇ ਇਨਕਾਰ ਨਹੀਂ ਕੀਤਾ। ਕਦੀ ਮੌਕਾ ਮਿਲਿਆ ਤੇ ਦੱਸਾਂਗੇ ਮਸੀਹੀ ਇਤਿਹਾਸ ਦੇ ਵਿੱਚ ਜਿਹੜੀਆਂ ਕੁਰਬਾਨੀਆਂ ਹੋਈਆਂ ਔਰ ਕਿਸ ਖਤਰਨਾਕ ਤਰੀਕੇ ਦੇ ਨਾਲ ਹੋਈਆਂ। ਕਈ ਤੇ ਇਦਾਂ ਦੇ ਤਸੀਹੇ ਦੇ ਕੇ ਮਾਰੇ ਗਏ ਵੀ ਉਹ, ਕਿਉਂਕਿ ਭੈਣਾਂ ਵੀ ਸੁਣਦੀਆਂ ਹੁੰਦੀਆਂ ਤੇ ਇਸ ਕਰਕੇ ਉਹ ਦੱਸਣ ਲੱਗਿਆਂ ਵੀ ਸ਼ਰਮ ਆਉਂਦੀ ਹੈ ਜਿੱਦਾਂ ਉਹਨਾਂ ਨੂੰ ਮਾਰਿਆ ਗਿਆ ਆ। ਇੰਨੀ ਦਰਦਨਾਕ ਮੌਤ, ਯਾਨੀ ਕਿ ਕੋਈ ਐਸਾ ਸਰੀਰ ਦੇ ਸਿਸਟਮ ਨੂੰ ਉਹਨਾਂ ਨੇ ਛੱਡਿਆ ਨਹੀਂ ਜਿੱਥੇ ਜਾ ਕੇ ਬੰਦੇ ਦੀ ਪੀੜਾ ਬਰਦਾਸ਼ਤ ਕਰਨਾ ਔਖਾ ਹੋ ਜਾਂਦਾ ਹੈ। ਇਹੋ ਜਿਹੀਆਂ ਭਿਆਨਕ ਮੌਤਾਂ ਦੇ ਕੇ ਉਹਨਾਂ ਨੂੰ ਮਾਰਿਆ ਗਿਆ। ਸੋ ਪਿਆਰਿਓ, ਸਾਡਾ ਵਿਸ਼ਾ ਜਿਹੜਾ ਆ ਉਹ ਇਹ ਆ ਵੀ ਇਹੋ ਜਿਹੀਆਂ ਮੌਤਾਂ, ਸਭ ਕੁਝ ਇਹੋ ਜਿਹੇ ਦਰਦਨਾਕ ਸਿਸਟਮਾਂ ਨੂੰ ਉਹ ਲੋਕ ਸਹਿ ਗਏ ਕਿਉਂ? ਸਿਰਫ ਇੱਕੋ ਗੱਲ ਸੰਤ ਪੌਲੁਸ ਕਹਿੰਦਾ, ਜੇ ਇਸੇ ਜੀਵਨ ਦੇ ਉੱਤੇ ਆਸ ਲਾ ਕੇ ਬੈਠੇ ਆ ਤੇ ਦੁਨੀਆ ਦੇ ਸਭ ਤੋਂ ਬਦਨਸੀਬ ਲੋਕਾਂ ਦੇ ਵਿੱਚ ਆ ਅਸੀਂ। ਔਰ ਸਾਡੀ ਆਸ਼ਾ ਇਹ ਨਹੀਂ, ਸਾਡੀ ਆਸ਼ਾ ਤੇ ਉਹ ਆਸ਼ਾ ਆ ਜਿਹਦਾ ਉਹ ਪ੍ਰੋਮਿਸ ਕਰਕੇ ਗਿਆ ਆ। ਸਾਡੀ ਆਸ਼ਾ ਸਾਡੀ ਨਜ਼ਾਤ ਦੀ ਆਸ਼ਾ ਆ। ਸਾਡੀ ਆਸ਼ਾ ਆ ਅਸੀਂ ਇੱਕ ਦਿਨ ਆਪਣੇ ਪਰਮੇਸ਼ਵਰ ਨੂੰ ਰੂਬਰੂ ਦੇਖਣਾ ਆ। ਸਾਡੀ ਆਸ਼ਾ ਆ ਅਸੀਂ ਆਪਣੇ ਪਰਮੇਸ਼ਵਰ ਦੇ ਨਾਲ ਉਹਦੇ ਤਖਤ ਦੇ ਉੱਤੇ ਬੈਠਣਾ ਆ। ਸਾਡੀ ਆਸ਼ਾ ਆ ਜਿਵੇਂ ਇੱਕ ਬੱਚੇ ਦਾ ਆਪਣੇ ਬਾਪ ਦੀ ਪੂਰੀ ਰਿਆਸਤ ਦੇ ਉੱਤੇ ਪੂਰਾ ਹੱਕ, ਪੂਰਾ ਅਧਿਕਾਰ ਹੁੰਦਾ ਆ, ਉਸੇ ਤਰ੍ਹਾਂ ਸਾਡਾ ਪੂਰਾ ਹੱਕ ਤੇ ਪੂਰਾ ਅਧਿਕਾਰ ਆ ਉਸ ਸਵਰਗ ਦੇ ਉੱਤੇ, ਔਰ ਪਰਮੇਸ਼ਵਰ ਦੇ ਤਖਤ ਦੇ ਉੱਤੇ ਸਾਡਾ ਪੂਰਾ ਹੱਕ ਆ। ਲਿਖਿਆ ਤੁਸੀਂ ਪਰਮੇਸ਼ਵਰ ਦੇ ਸਾਂਝੇ ਅਧਿਕਾਰੀ ਹੋ, ਪੂਰੇ। ਇਹ ਨਹੀਂ ਵੀ 49 ਤੇ 51 ਨਹੀਂ ਆ, ਪੂਰੇ ਸਾਂਝੇ ਅਧਿਕਾਰੀ ਆ ਅਸੀਂ। ਤੇ ਸਾਂਝੇ ਅਧਿਕਾਰੀ ਦੀ ਜਿਹੜੀ ਆਸ਼ਾ ਨਾ, ਇਸ ਆਸ਼ਾ ਨੇ ਫਿਰ ਲੋਕਾਂ ਨੂੰ ਦਲੇਰੀ ਦਿੱਤੀ, ਔਰ ਉਸ ਦਲੇਰੀ ਨੇ ਲੋਕਾਂ ਨੂੰ ਇੰਨੀਆਂ ਖਤਰਨਾਕ ਮੌਤਾਂ ਮਰਨ ਦੇ ਲਈ ਵੀ ਤਿਆਰ ਕਰ ਦਿੱਤਾ। ਉਹਨਾਂ ਨੂੰ ਕੋਈ ਪਰਵਾਹ ਨਹੀਂ ਸੀ, ਔਰ ਉਹਨਾਂ ਨੇ ਇੱਥੇ ਆਪਣੇ ਆਪ ਨੂੰ ਪਰਦੇਸੀ ਸਮਝ ਕੇ ਜੀਵਨ ਗੁਜ਼ਾਰਿਆ। ਇਸ ਲਈ ਗੁਜ਼ਾਰਿਆ ਕਿਉਂਕਿ ਉਹਨਾਂ ਨੂੰ ਉਸ ਆਸ਼ਾ ਦੀ, ਉਸ ਉਮੀਦ ਦੀ ਕਦਰ ਸੀਗੀ। ਇਸ ਕਰਕੇ ਸਲੀਬਾਂ ਤੇ ਚੜ੍ਹਾਏ ਗਏ, ਸੂਲੀਆਂ ਉੱਤੇ ਟੰਗੇ ਗਏ, ਜੰਗਲੀ ਜਾਨਵਰ ਅੱਗੇ, ਸ਼ੇਰਾਂ ਅੱਗੇ, ਸੂਰਾਂ ਅੱਗੇ, ਕੁੱਤਿਆਂ ਅੱਗੇ, ਭੇੜੀਆਂ ਅੱਗੇ ਉਹਨਾਂ ਨੂੰ ਸੁੱਟ ਦਿੱਤਾ ਗਿਆ, ਲੇਕਿਨ ਫਿਰ ਵੀ ਉਹਨਾਂ ਨੇ ਇਨਕਾਰ ਨਹੀਂ ਕੀਤਾ। ਇਹਦੀ ਵਜ੍ਹਾ ਕੀ ਸੀਗੀ? ਜੇਲ੍ਹਾਂ ਵਿੱਚ ਬੰਦ ਕਰਕੇ ਤਸੀਹੇ ਦਿੱਤੇ ਗਏ, ਜਿਨ੍ਹਾਂ ਨੂੰ ਸੁਣ ਕੇ ਬੰਦੇ ਦੀ ਰੂਹ ਤੱਕ ਕੰਬ ਜਾਂਦੀ ਹੈ। ਇਹੋ ਜਿਹੇ ਇਹਨਾਂ ਨੂੰ ਤਸੀਹੇ ਦੇ ਕੇ ਮਾਰਿਆ ਗਿਆ, ਲੇਕਿਨ ਫਿਰ ਵੀ ਇਹ ਉਸ ਆਸ਼ਾ ਦੇ ਨਿਮਿਤ ਇਹਨੇ ਸਭ ਕੁਝ ਸਹਿ ਲਿਆ। ਔਰ ਜਦੋਂ ਬਹੁਤੇ ਲੋਕਾਂ ਨੂੰ ਇੱਕੋ ਥਾਂ ਦੇ ਉੱਤੇ ਮਾਰਿਆ ਜਾਂਦਾ ਸੀ ਤੇ ਇੱਕ ਮਰ ਰਿਹਾ ਆ ਤੇ ਇੱਕ ਅਜੇ ਉਹਦੇ ਸਾਹਮਣੇ ਖੜਾ ਆ, ਤੇ ਉਹ ਮਰਨ ਵਾਲੇ ਨੂੰ ਇਹ ਕਹਿ ਕੇ ਦਲੇਰੀ ਦਿੰਦਾ ਸੀ, ਮਾਰਾ ਨਾਥਾ ਦਾ ਨਾਰਾ ਲਾਉਂਦਾ ਸੀਗਾ ਕਿ ਇਸ ਮੌਤ ਦੀ ਪਰਵਾਹ ਨਾ ਕਰ, ਚਿੰਤਾ ਨਾ ਕਰ, ਪ੍ਰਭੂ ਦੇ ਲਈ ਮਰਨ ਦਾ ਤੈਨੂੰ ਮੌਕਾ ਮਿਲਿਆ, ਸਮਝ ਲੈ ਤੂੰ ਬਹੁਤ ਖੁਸ਼ ਨਸੀਬ ਆ, ਤੈਨੂੰ ਉਹਦੇ ਲਈ ਕੀਮਤ ਦੇਣ ਦਾ ਮੌਕਾ ਮਿਲਿਆ, ਤੂੰ ਬਹੁਤ ਖੁਸ਼ ਨਸੀਬ ਆ। ਇਸ ਲਈ ਨਾਰਾ ਲਾਉਂਦੇ ਸੀਗੇ, ਕਹਿੰਦੇ ਸੀ ਕੋਈ ਗੱਲ ਨਹੀਂ, ਚਿੰਤਾ ਨਹੀਂ ਕਰਨੀ, ਮੌਤ ਦੀ ਪਰਵਾਹ ਨਹੀਂ ਕਰਨੀ, ਸਾਡਾ ਪ੍ਰਭੂ ਯਿਸੂ ਮਸੀਹ ਜਲਦੀ ਆਉਣ ਵਾਲਾ। ਆਹ ਅਸੀਂ ਆਸ਼ਾ ਉਹਨਾਂ ਦੇ ਕੋਲ, ਸਾਡੀ ਜਿਹੜੀ ਸਭ ਤੋਂ ਵੱਡੀ ਆਸ਼ਾ ਆ ਉਹ ਇਹ ਹੈ ਕਿ ਸਾਡੇ ਲਈ ਇੱਕ ਆਉਣ ਵਾਲਾ ਹੈ। ਦੂਸਰਿਆਂ ਕੋਲ ਐਸੀ ਕੋਈ ਆਸ਼ਾ ਨਹੀਂ। ਜਿੱਡੀਆਂ ਮਰਜ਼ੀ ਗੱਲਾਂ ਕਰ ਲੈਣ, ਜਿੰਨਾ ਮਰਜ਼ੀ ਉੱਚੀ ਬੋਲ ਕੇ ਆਪਣੇ ਆਪ ਨੂੰ ਸਹੀ ਠਹਿਰਾਉਣ ਦੀ ਕੋਸ਼ਿਸ਼ ਕਰ ਲੈਣ, ਲੇਕਿਨ ਇੱਕ ਗੱਲ ਪੱਕੀ ਆ, ਉਹਨਾਂ ਦੇ ਅੱਗੇ ਕੋਈ ਐਸੀ ਜਿਉਂਦੀ ਆਸ ਨਹੀਂ ਹੈ, ਉਹਨਾਂ ਦੇ ਅੱਗੇ ਐਸੀ ਕੋਈ ਜਿਉਂਦੀ ਉਮੀਦ ਨਹੀਂ ਆ। ਉਹਨਾਂ ਤੇ ਬਸ ਇਹ ਹੀ ਆ ਵੀ ਠੀਕ ਹੈ, ਤੁਸੀਂ ਰੱਬ ਕਰੀ ਜਾਓ ਤੇ ਕੋਈ ਨਾ ਕੋਈ ਗੁਰੂ ਧਾਰਨ ਕਰ ਲਓ, ਰੱਬ ਕਰੀ ਜਾਓ। ਜਦੋਂ ਪਰਮੇਸ਼ਰ ਨਿਆਂ ਦੇ ਤਖਤ ਤੇ ਬੈਠੂਗਾ, ਗੁਰੂ ਸਾਡੇ ਹੱਕ ਦੇ ਵਿੱਚ ਖੜੇ ਹੋਊਗਾ, ਸਾਡਾ ਪ੍ਰੀਸਟ ਸਾਡੇ ਹੱਕ ਦੇ ਵਿੱਚ ਖੜਾ ਹੋਊਗਾ, ਔਰ ਉਹ ਸਾਡੇ ਲਈ ਸਿਫਾਰਿਸ਼ ਕਰਨਗੇ। ਪਿਆਰੇ ਅਜੀਜ਼ੋ, ਪਰਮੇਸ਼ਵਰ ਪੱਖਪਾਤ ਕਰਨ ਵਾਲਾ ਖੁਦਾ ਨਹੀਂ, ਉੱਥੇ ਕਿਸੇ ਦੀ ਕੋਈ ਸਿਫਾਰਿਸ਼ ਚੱਲਣ ਵਾਲੀ
ਨਹੀਂ ਆ ਉੱਥੇ, ਤੇ ਹਰੇਕ ਦੇ ਕਰਮ ਦੇ ਅਨੁਸਾਰ ਉਹਦਾ ਪੂਰਾ ਲੇਖਾ ਕੀਤਾ ਜਾਣਾ ਆ। ਬੇਸ਼ੱਕ ਅਸੀਂ ਮਸੀਹੀ ਵੀ ਆ, ਸਾਨੂੰ ਵੀ ਪਤਾ ਸਾਡਾ ਇੱਕ ਸਿਫਾਰਿਸ਼ ਕਰਨ ਵਾਲਾ ਬੈਠਾ ਆ, ਲੇਕਿਨ ਸਿਫਾਰਿਸ਼ ਕਰਨ ਵਾਲਾ ਜਿਹੜਾ ਹੈ ਨਾ, ਜਦੋਂ ਅਸੀਂ ਆਪਣੀ ਇਸ ਜ਼ਿੰਦਗੀ ਤੋਂ ਛੁਟਕਾਰਾ ਪਾ ਲਿਆ ਉਸ ਤੋਂ ਬਾਅਦ ਕੋਈ ਸਿਫਾਰਿਸ਼ ਨਹੀਂ। ਸਿਫਾਰਿਸ਼ ਤੇ ਹੁਣ ਹੋਣੀ ਆ। ਹੁਣ ਅਗਰ ਜਾਣੇ ਮੇਰੇ ਕੋਲ ਕੋਈ ਗਲਤੀ ਹੋ ਗਈ ਆ ਤੇ ਮੇਰਾ ਇੱਕ ਸਿਫਾਰਿਸ਼ ਕਰਨ ਵਾਲਾ ਬੈਠਾ ਹੈ, ਔਰ ਐਸੇ ਪਾਪਾਂ ਦੀ ਮਾਫੀ ਦੇ ਲਈ ਉਹ ਸਿਫਾਰਿਸ਼ ਕਰਦਾ ਆ ਜਿਹੜੇ ਪਾਪ ਮਾਫ ਕੀਤੇ ਜਾ ਸਕਦੇ ਆ, ਜਿਵੇਂ ਅਸੀਂ ਪਿਛਲੇ ਦਿਨਾਂ ਸਿੱਖਿਆ ਸੀਗਾ। ਪਰ ਕੁਛ ਇੱਕ ਪਾਪ ਐਸੇ ਆ ਉਹਨਾਂ ਦੇ ਲਈ ਉਹ ਸਿਫਾਰਿਸ਼ ਨਹੀਂ ਕਰਦਾ, ਤੇ ਨਾ ਉਹਨਾਂ ਦੇ ਲਈ ਉਹ ਆਪਣੇ ਸੇਵਕਾਂ ਨੂੰ ਪ੍ਰਾਰਥਨਾ ਕਰਨ ਦੇ ਵਾਸਤੇ ਹੀ ਕਹਿੰਦਾ ਆ। ਸੋ ਜਦੋਂ ਵਚਨ ਇਹਨਾਂ ਖੋਲ ਕੇ ਸਾਨੂੰ ਦੱਸਦਾ, ਫਿਰ ਸਾਡੇ ਇੱਕ ਗੱਲ ਦਾ ਪਤਾ ਲੱਗ ਜਾਣਾ ਚਾਹੀਦਾ, ਉੱਥੇ ਸਿਫਾਰਿਸ਼ ਜਿਹੜੀ ਨਾ ਮਰਨ ਤੋਂ ਪਹਿਲਾਂ ਸਾਡੇ ਲਈ ਸਿਫਾਰਿਸ਼ਾਂ ਜ਼ਰੂਰ ਹੁੰਦੀਆਂ। ਜਦੋਂ ਅਸੀਂ ਮਰ ਗਏ ਆ ਤੇ ਸਮਝ ਲਓ ਵੀ ਕਣਕ ਵੱਢੀ ਗਈ ਹੈ, ਤੇ ਹੁਣ ਉੱਥੇ ਪਾਣੀ ਲਾ ਲਓ, ਹੁਣ ਉੱਥੇ ਖਾਦ ਪਾ ਲਓ। ਹੁਣ ਇੱਕ ਵਾਰੀ ਜੋ ਉਹਨੇ ਫਲ ਦੇਣਾ ਸੀ ਦੇ ਦਿੱਤਾ, ਹੁਣ ਦੁਬਾਰਾ ਉਹਨੂੰ ਫਲ ਲੱਗਣ ਵਾਲਾ ਹੁਣ ਨਹੀਂ ਲੱਗਣਾ ਉਹਨੂੰ ਫਲ। ਸੋ ਇਹ ਵੱਢੀ ਗਈ ਹੈ ਤਾਂ ਕੰਮ ਖਤਮ ਹੋ ਗਿਆ, ਉਸੇ ਤਰ੍ਹਾਂ ਮਰ ਗਿਆ, ਉਸ ਤੋਂ ਬਾਅਦ ਕੋਈ ਸਿਫਾਰਿਸ਼ ਹੋਣ ਵਾਲੀ ਨਹੀਂ ਆ। ਸੋ ਇਹ ਆਸ ਸੀ ਉਹਨਾਂ ਦੇ ਅੱਗੇ, ਇਸ ਕਰਕੇ ਉਹ ਇਹ ਸਭ ਕੁਝ ਸਹਿ ਗਏ ਔਰ ਉਹਨਾਂ ਨੇ ਕੋਈ ਵੀ ਕੋਈ ਪਰਵਾਹ ਨਹੀਂ ਕੀਤੀ। ਅੱਜ ਵੀ ਪ੍ਰਭੂ ਦੇ ਹਜ਼ਾਰਾਂ ਸੱਚੇ ਸੇਵਕ ਭੁੱਖ ਨਾਲ, ਬਿਮਾਰੀ ਨਾਲ, ਗਰੀਬੀ ਨਾਲ, ਤਸੀਹਾਂ ਨੂੰ ਸਹਿ ਕੇ ਪ੍ਰਭੂ ਦੀ ਖੁਸ਼ਖਬਰੀ ਨੂੰ ਲੋਕਾਂ ਤੱਕ ਲੈ ਕੇ ਜਾ ਰਹੇ ਆ। ਅੱਜ ਲੋਕ ਇਲਜ਼ਾਮ ਲਾਉਂਦੇ ਵੀ ਇਹ ਲਾਲਚ ਦੇ ਕੇ ਲੋਕਾਂ ਨੂੰ ਉਹਨਾਂ ਦਾ ਧਰਮ ਪਰਿਵਰਤਨ ਕਰਦੇ ਆ, ਇਹ ਚਮਤਕਾਰਾਂ ਦਾ ਝੂਠਾ ਬਖਾਨ ਕਰਕੇ ਉਹਨਾਂ ਨੂੰ ਗੁੰਮਰਾਹ ਕਰਦੇ ਆ। ਲੇਕਿਨ ਉਹਨਾਂ ਨੂੰ ਇਹੋ ਜਿਹੇ ਲੋਕਾਂ ਨੂੰ ਇਕੱਠੇ ਕਰਕੇ ਇਹਨਾਂ ਦੀ ਟੀਮ ਨੂੰ ਨਾ, ਇਹਨਾਂ ਦੇ ਜੱਥੇ ਨੂੰ ਇੱਕ ਵਾਰੀ ਲੈ ਕੇ ਜਾਣਾ ਚਾਹੀਦਾ ਆ। ਉਹਨਾਂ ਮਸੀਹੀ ਲੋਕਾਂ ਦੀ ਸੇਵਕਾਈ ਨੂੰ ਇਹਨਾਂ ਨੂੰ ਜ਼ਰੂਰ ਦਿਖਾਉਣਾ ਚਾਹੀਦਾ ਆ, ਜਿਹੜੇ ਘਰ-ਬਾਰ ਛੱਡ ਕੇ, ਬੀਵੀ ਬੱਚੇ ਛੱਡ ਕੇ, ਜਿਨ੍ਹਾਂ ਦੇ ਘਰ ਦੇ ਵਿੱਚ ਪਿੱਛੇ ਰੋਟੀ ਨਹੀਂ ਖਾਣ ਨੂੰ ਹੈਗੀ, ਔਰ ਉਹਨਾਂ ਕੋਲ ਆਪ ਵੀ ਕੋਈ ਸਹੂਲਤ ਨਹੀਂ ਗੀ। ਵਿਚਾਰੇ ਇੱਕ ਦੋ ਸੂਟਾਂ ਦੇ ਨਾਲ ਹੀ ਪੂਰੀ ਜ਼ਿੰਦਗੀ ਕੱਢ ਛੱਡਦੇ ਆ, ਤੇ ਪ੍ਰਭੂ ਯਿਸੂ ਮਸੀਹ ਦਾ ਜ਼ੋਰਾਂ ਸ਼ੋਰਾਂ ਦੇ ਨਾਲ ਪ੍ਰਚਾਰ ਕਰਦੇ ਆਪਣੇ ਜੀਵਨ ਦੀ ਦੌੜ ਨੂੰ ਪੂਰਾ ਕਰਕੇ ਇਸ ਸੰਸਾਰ ਨੂੰ ਛੱਡ ਜਾਂਦੇ ਆ। ਔਰ ਐਸੇ ਲੋਕ ਆ ਵਿਚਾਰੇ, ਕਈ ਸਾਨੂੰ ਵੀ ਕਹਿੰਦੇ ਆ, ਇੱਥੇ ਫੋਨ ਕਰ ਦਿੰਦੇ, ਅਸੀਂ ਦੱਸਿਆ ਵੀ ਸਾਡੀ ਕੋਈ ਨਾ ਕੋਈ ਐਡਾ ਵੱਡਾ ਸਿਸਟਮ ਹੈ, ਤੇ ਨਾ ਕੋਈ ਐਸਾ ਅਸੀਂ ਕਿਸੇ ਸੰਸਥਾ ਦੇ ਨਾਲ ਹੈ, ਤੇ ਨਾ ਕੋਈ ਸਾਡਾ ਐਸਾ ਕੋਈ ਸੇਵਕਾਈ ਤੋਂ ਕੋਈ ਐਸਾ ਇਨਕਮ ਦਾ ਸੋਰਸ ਹੈ ਵੀ ਜਿਹੜਾ ਅਸੀਂ ਕਿਸੇ ਦੀ ਹੈਲਪ ਕਰ ਸਕੀਏ। ਔਰ ਜਿਹੜਾ ਅਸੀਂ ਕੰਮ ਕਰਦੇ ਹਾਂ ਉਹ ਓਨਾ ਕੀ ਕੰਮ ਕਰਦੇ ਹਾਂ ਜਿੰਨੇ ਕਿ ਨਾਲ ਸਾਡੇ ਪਰਿਵਾਰ ਦਾ ਗੁਜ਼ਾਰਾ ਹੋ ਸਕੇ, ਐਸ਼ ਨਹੀਂ ਗੁਜ਼ਾਰਾ ਹੋ ਸਕੇ, ਉਹਨਾਂ ਕੁ ਕੰਮ ਕਰਕੇ ਬਾਕੀ ਜਿੰਨਾ ਵੀ ਟਾਈਮ ਵੱਧ ਤੋਂ ਵੱਧ ਮਿਲਦਾ ਪ੍ਰਭੂ ਦੀ ਸੇਵਾ ਦੇ ਵਿੱਚ ਲਾਉਣੇ ਆ। ਪਰ ਉਹ ਕਈ ਵਾਰੀ ਇਹ ਸੋਚ ਕੇ ਵੀ ਉਹ ਅਮਰੀਕਾ ਦੇ ਵਿੱਚ ਬੈਠੇ ਆ ਤੇ ਚਲੋ ਠੀਕ ਠਾਕ ਜ਼ਿੰਦਗੀ ਜੀਂਦੇ ਹੋਣੇ ਆ, ਤੇ ਚੰਗੇ ਡਾਲਰ ਹੋਣੇ ਆ, ਤੇ ਇਹਨਾਂ ਨੂੰ ਕਹਿ ਦਿੰਦੇ ਵੀ ਤੁਹਾਨੂੰ ਕੀ ਫਰਕ ਪੈਂਦਾ, ਕੋਈ $100-50 ਭੇਜ ਦਿਓ, ਸਾਡੇ ਇੱਥੇ ਕਾਫੀ ਬਣ ਜਾਣੇ ਆ। ਸੋ ਐਸੇ ਕਈ ਸੇਵਕ ਜਿਹੜੇ ਹੈਗੇ ਆ ਦੁੱਖ ਤਕਲੀਫ ਦੇ ਵਿੱਚ ਉਹ ਸੇਵਾ ਕਰਦੇ ਆ। ਸਾਨੂੰ ਕਈ ਵਾਰੀ ਕਹਿ ਦਿੰਦੇ ਜੀ ਸਾਨੂੰ ਸੰਤ ਜੀ ਸਾਈਕਲ ਹੀ ਲੈ ਦਿਓ। ਸੋ ਇਹ ਦੱਸੋ ਇਹਨਾਂ ਪੁੱਛਣ ਵਾਲਾ ਹੋਵੇ ਜਿਹੜੇ ਕਹਿੰਦੇ ਲਾਲਚ ਦੇ ਕੇ ਵੀ ਉਹ ਉਹਨਾਂ ਕੋਲ ਤੇ ਸਾਈਕਲ ਹੈ ਨਹੀਂ ਵਿਚਾਰਿਆਂ ਦੇ ਕੋਲ, ਤੇ ਦੂਜੇ ਪਾਸੇ ਜਿਹੜੇ ਇਹ ਦੋਸ਼ ਲਾਉਂਦੇ ਆ ਉਹਨਾਂ ਦੇ ਸੰਤ ਤੇ ਮਰਸੀਡੀਜ਼ ਗੱਡੀਆਂ ਦੇ ਵਿੱਚ ਘੁੰਮਦੇ ਫਿਰਦੇ ਆ, ਫੋਰਚੂਨਰ ਗੱਡੀਆਂ 'ਚ ਘੁੰਮਦੇ ਫਿਰਦੇ ਆ, ਦੋਸ਼ ਸਾਡੇ ਤੇ ਲਾਉਂਦੇ ਆ। ਇਹਨਾਂ ਦੇ ਮੰਦਿਰਾਂ ਦੇ ਵਿੱਚੋਂ ਇੰਨਾ ਸੋਨਾ ਨਿਕਲਦਾ ਆ ਕਿ ਗੌਰਮੈਂਟ ਕੋਲ ਉਹਨਾਂ ਸੋਨਾ ਨਹੀਂਗਾ, ਇਹਨਾਂ ਦੇ ਟਰਸਟਾਂ ਦੇ ਕੋਲ ਇੰਨਾ ਪੈਸਾ ਆ, ਗੌਰਮੈਂਟ ਦਾ ਵੱਡਾ ਬਜਟ ਨਹੀਂਗਾ, ਗੌਰਮੈਂਟਾਂ ਦੇ ਬਜਟ ਨਾਲ ਜ਼ਿਆਦਾ ਪੈਸੇ ਇਹਨਾਂ ਦੇ ਕੋਲ ਆ। ਐਸ਼ ਇਹ ਕਰਦੇ ਆ ਤੇ ਬਕਾਊ ਸਾਨੂੰ ਦੱਸਦੇ, ਸਾਨੂੰ ਕਹਿੰਦੇ ਤੁਸੀਂ ਬਕਾਊ। ਸੋ ਇਹ ਦੋਸ਼ ਜਿਹੜੇ ਆ ਸਾਨੂੰ ਝੱਲਣੇ ਪੈਣੇ ਆ, ਕਿਉਂਕਿ ਵਚਨ 'ਚ ਲਿਖਿਆ ਵੀ ਜੇ ਹਰੇ ਦਰਖਤ ਦੇ ਨਾਲ ਇਹ ਕੁਛ ਹੋਇਆ ਤੇ ਫਿਰ ਸੁੱਕੇ ਦੇ ਨਾਲ ਇਸ ਤੋਂ ਵਧੇਕ ਹੋਗਾ। ਸੋ ਸਾਨੂੰ ਇਹਨਾਂ ਚੀਜ਼ਾਂ ਦੀ ਪਰਵਾਹ ਨਹੀਂ ਹੁੰਦੀ ਕਿ ਲੋਕ ਸਾਡੇ ਬਾਰੇ ਕੀ ਖਿਆਲ ਰੱਖਦੇ ਆ। ਸਾਡਾ ਜ਼ਮੀਰ, ਸਾਡਾ ਵਿਵੇਕ ਸਾਨੂੰ ਦਲੇਰੀ ਦਿੰਦਾ ਆ। ਸੋ ਐਸੀਆਂ ਪਰੇਸ਼ਾਨੀਆਂ ਦੇ ਵਿੱਚ ਲੋਕ ਅੱਜ ਵੀ ਪਹਿਲੀ ਸਦੀ ਦੇ ਵਿੱਚ ਹੀ ਨਹੀਂ ਬਲਕਿ ਅੱਜ ਵੀ ਸੱਚੇ ਸੇਵਕ ਹੈਗੇ ਆ। ਅੱਜ ਵੀ ਐਸੇ ਸੇਵਕ ਹੈਗੇ ਆ ਉਹ ਜਿਹੜੇ ਯਿਸੂ ਮਸੀਹ ਦੇ ਨਾਂ 'ਚ ਮਾਲ ਇਕੱਠਾ ਕਰਨ ਨਹੀਂ ਆਏ। ਅੱਜ ਵੀ ਐਸੇ ਸੇਵਕ ਹੈਗੇ ਆ ਜਿਹੜੇ ਕਲੀਸਿਆ ਦੀਆਂ ਜੇਬਾਂ ਵਾਲੇ ਨਹੀਂ ਦੇਖਦੇ, ਉਹਨਾਂ ਦੀ ਧਨ ਦੌਲਤ ਵਾਲੇ ਨਹੀਂ ਦੇਖਦੇ, ਬਲਕਿ ਉਹਨਾਂ ਦਾ ਇੱਕੋ ਨਿਸ਼ਾਨਾ ਹੁੰਦਾ ਜਿਹੜਾ ਮੇਰੇ ਹਵਾਲੇ ਪਰਮੇਸ਼ਵਰ ਨੇ ਕੀਤਾ ਆ ਉਹਨੂੰ ਮੈਂ ਕਿਸੇ ਤਰ੍ਹਾਂ ਨਜਾਤ ਤੱਕ ਪਹੁੰਚਾ ਦੇਵਾਂ। ਹਾਲੇਲੂਇਆ। ਸੋ ਇਹ ਦੇਖਣਾ ਆ ਸੀ ਕਿ ਖੁਦਾ ਦੀਆਂ ਬਹੁਤ ਸਾਰੀਆਂ ਇੱਛਾਵਾਂ ਆ। ਸਿਸਟਰ ਜੀ ਲਿਖਦੇ ਅਮਰੀਕਾ 'ਚ ਕੁਝ ਨਹੀਂ ਰੱਖਿਆ, ਮੈਂ ਦੇਖ ਲਿਆ ਦੁਨੀਆ ਘੁੰਮ ਕੇ। ਬਿਲਕੁਲ ਸੱਚ ਬੱਚਿਆਂ ਖੁਦ ਆਪਣੇ ਸਿਸਟਰ ਅਸੀਂ ਤਾਂ ਇਹੀ ਦੁਆਵਾਂ ਕਰਦੇ ਨੇ ਸਾਰੇ ਲੋਕਾਂ ਦੇ ਵਾਸਤੇ ਜਿਨ੍ਹਾਂ ਨੂੰ ਇਹਨਾਂ ਕੰਟਰੀਆਂ ਦੇ ਵਾਸਤੇ ਕੁਝ ਗਲਤ ਫਹਿਮੀਆਂ ਆ, ਉਹਨਾਂ ਦੇ ਬਾਰੇ ਅਸੀਂ ਦੇਖਦੇ ਰਹਿੰਦੇ ਹਾਂ ਔਰ ਦੁਆ ਕਰਦੇ ਕਈ ਵਾਰੀ ਵੀ ਖੁਦਾਵੇ ਇਹਨਾਂ ਨੂੰ ਇੱਥੇ ਲੈ ਕੇ ਇਹਨਾਂ ਨੂੰ ਪਤਾ ਲੱਗ ਜਾਵੇ ਇਹਨਾਂ ਦੀ ਗਲਤ ਫਹਿਮੀਆਂ ਜਿਹੜੀਆਂ ਉਹ ਦੂਰ ਹੋ ਜਾਣ। ਕੋਈ ਇੱਥੇ ਐਡਾ ਕੋਈ ਸਿਸਟਮ ਨਹੀਂਗਾ ਜਿੰਨਾ ਕਹੂਗਾ ਜਿਹੜਾ ਆ ਇੰਡੀਆ ਵਿੱਚ ਲੋਕਾਂ ਨੇ ਬਣਾ ਕੇ ਰੱਖਿਆ ਇਹਨਾਂ ਦੇਸ਼ਾਂ ਦੇ ਪ੍ਰਤੀ। ਬਸ ਹੈਂਡ ਟੂ ਮਾਊਥ ਹੀ ਹੈ, ਗੁਜ਼ਾਰਾ ਹੀ ਚੱਲਦਾ ਹੈ, ਇਸ ਤੋਂ ਅੱਗੇ ਕੁਛ ਨਹੀਂ ਹੈ। ਸੋ ਇਹੋ ਜਿਹੇ ਹਾਲਾਤਾਂ ਦੇ ਵਿੱਚ ਵੀ ਪਰਿਵਾਰਾਂ ਨੂੰ ਪਾਲ ਕੇ ਅਸੀਂ ਵੀ ਇੱਥੇ ਸੇਵਾ ਕਰਦੇ ਹਾਂ ਔਰ ਸਾਡੇ ਵਰਗੇ ਹਜ਼ਾਰਾਂ ਨਹੀਂ ਬਲਕਿ ਲੱਖਾਂ ਲੋਕ ਆ
ਜਿਹੜੇ ਇਹੋ ਜਿਹੇ ਦੁੱਖ ਤਕਲੀਫਾਂ ਦੇ ਵਿੱਚ ਪੈ ਕੇ ਸਹਿ ਕੇ ਸਭ ਕੁਝ ਕਰਦੇ, ਇੱਕੋ ਆਸ ਨੂੰ ਲੈ ਕੇ ਉਹ ਨਿਸ਼ਾਨਾ ਦੱਬ ਕੇ ਚੱਲੀ ਜਾਂਦੇ ਆ ਕਿ ਸਾਡਾ ਇੱਕ ਬਣਾਉਣ ਵਾਲਾ ਹੈਗਾ ਆ ਜਿਹਨੇ ਸਾਡੇ ਅੱਗੇ ਇੱਕ ਵੱਡੀ ਆਸ਼ਾ ਰੱਖੀ ਹੋਈ ਹੈ। ਉਸ ਆਸ਼ਾ ਦਾ ਕਰਕੇ ਸਭ ਕੁਝ ਕਰੀ ਜਾਂਦੇ ਆ। ਸੋ ਇਹੋ ਜਿਹੇ ਇਲਜ਼ਾਮ ਜਿਹੜੇ ਲੋਕੀ ਲਾਉਂਦੇ ਆ ਵਿਕਾਊ ਆ ਫਲਾਣਾ, ਉਹਨਾਂ ਦੀ ਪਰਵਾਹ ਨਾ ਕਰਿਆ ਕਰੋ, ਕਿਉਂਕਿ ਉਹ ਆਪ ਵਿਕਾਊ ਨੇ। ਇਸ ਕਰਕੇ ਉਹਨਾਂ ਨੂੰ ਸਭ ਕੁਝ ਵਿਕਾਊ ਹੀ ਨਜ਼ਰ ਆਉਂਦਾ ਆ। ਆਪ ਉਹਨਾਂ ਦੇ ਧਾਰਮਿਕ ਸਥਾਨਾਂ ਦੇ ਉੱਤੇ ਝਗੜੇ ਹੁੰਦੇ ਆ ਪੈਸਿਆਂ ਨੂੰ ਲੈ ਕੇ, ਆਪ ਉਹਨਾਂ ਦੇ ਧਾਰਮਿਕ ਸਥਾਨਾਂ ਦੇ ਝਗੜੇ ਹੁੰਦੇ ਇੱਕ ਦੂਜੇ ਤੇ ਦੋਸ਼ ਇਸੇ ਚੀਜ਼ ਦਾ ਲਾਉਣ ਵਾਸਤੇ। ਆਪ ਉਹ ਜਿਹੜੀਆਂ ਆਪਣੀਆਂ ਧਾਰਮਿਕ ਕਿਤਾਬਾਂ ਦੀ ਇੱਜ਼ਤ ਕਰਦੇ ਆ, ਉਹਨਾਂ ਹੀ ਧਾਰਮਿਕ ਕਿਤਾਬਾਂ ਦੇ ਅੱਗੇ ਖੜੇ ਹੋ ਕੇ ਉਹ ਗੰਦੀਆਂ ਗਾਲਾਂ ਇੱਕ ਦੂਜੇ ਨੂੰ ਕੱਢਦੇ ਆ। ਉਦੋਂ ਭੁੱਲ ਜਾਂਦੇ ਆ ਵੀ ਇਸ ਟਾਈਮ ਅਸੀਂ ਪ੍ਰਭੂ ਆਪਣੇ ਰੱਬ ਦੇ ਪ੍ਰਕਾਸ਼ਨ ਦੇ ਵਿੱਚ ਜਾਂ ਗੁਰੂ ਦੇ ਪ੍ਰਕਾਸ਼ਨ ਦੇ ਵਿੱਚ ਆ। ਉਸੇ ਗੁਰੂ ਦੇ ਬਾਰੇ ਕੋਈ ਦੂਸਰਾ ਗੱਲ ਕਰਦੇ ਤੇ ਉਹਦੀ ਧੌਣ ਲਾਉਣ ਤੱਕ ਚਲੇ ਜਾਂਦੇ ਆ, ਤੇ ਉਸੇ ਗੁਰੂ ਦੀ ਹਾਜ਼ਰੀ ਵਿੱਚ ਆਪ ਕਈ ਵਾਰੀ ਗਾਲਾਂ ਕੱਢਦੇ ਆ। ਗੰਦੀਆਂ ਬੀਬੀਆਂ ਭੈਣਾਂ ਵੀ ਉੱਥੇ ਬੈਠੀਆਂ ਹੁੰਦੀਆਂ ਆ। ਸੋ ਕਹਿਣ ਤੋਂ ਮੁਰਾਦ ਹੈਗਾ ਵੀ ਸੱਚਾਈ ਛੁਪ ਨਹੀਂ ਸਕਦੀ, ਇਹ ਕਦੇ ਛੁਪ ਸਕੀ ਵੀ ਨਹੀਂ ਹੈ। ਉਹ ਇੱਕ ਬੋਲਦੇ ਨੇ ਸ਼ਾਇਦ ਸੱਚਾਈ छुप नहीं सकती बनावट के असूलों से, खुशबू आ नहीं सकती कभी कागज के फूलों से। ਤੇ ਇਹ ਕਾਗਜ਼ ਦੇ ਫੁੱਲ ਵਰਗੇ ਲੋਕ ਆ, ਇਹਨਾਂ ਵਿਚਾਰੇ ਜਿੱਦਾਂ ਦੇ ਆਪ ਹੈਗੇ ਉਦਾਂ ਦੇ ਸਾਡੇ ਬਾਰੇ ਸੋਚਦੇ ਆ। ਸੋ ਇਹਨਾਂ ਨੂੰ ਸੋਚਣ ਦਿਓ, ਤੁਸੀਂ ਚਿੰਤਾ ਨਾ ਕਰੋ, ਆਪਣੇ ਨਿਸ਼ਾਨੇ ਦੇ ਆਪਣੀ ਦੌੜ ਵੱਲ ਦੌੜੇ ਜਾਓ। ਪ੍ਰਭੂ ਨੇ ਇਹਨਾਂ ਸਾਰਿਆਂ ਦਾ ਇੱਕ ਦਿਨ ਇਨਸਾਫ ਕਰਨਾ ਹੈ, ਉਹਦੇ ਤਖਤ ਦੇ ਅੱਗੇ ਸਾਰੇ ਆਉਣਗੇ। ਔਰ ਸਾਡੇ ਲਈ ਵੱਡੀ ਆਸ਼ਾ ਇਹ ਆ, ਜਦੋਂ ਇਹ ਨਿਆਂ ਦੇ ਸਿਆਸਨ ਸਵੇਰ ਸਿਆਸਨ ਦੇ ਅੱਗੇ ਇਕੱਠੇ ਕੀਤੇ ਜਾਣਗੇ, ਉਦੋਂ ਅਸੀਂ ਤਖਤ ਦੇ ਉੱਤੇ ਹੋਵਾਂਗੇ। ਉਦੋਂ ਪਤਾ ਲੱਗੇਗਾ ਕੌਣ ਵਿਕਾਊ ਸੀ ਤੇ ਕਿਹਨੇ ਆਪਣਾ ਸਭ ਕੁਝ ਵੇਚ ਕੇ ਪ੍ਰਭੂ ਯਿਸੂ ਮਸੀਹ ਦੇ ਲੇਖੇ ਲਾਇਆ ਸੀ। ਹਾਲੇਲੂਇਆ। ਸੋ ਦੇਖਦੇ ਹਾਂ ਪ੍ਰਭੂ ਯਿਸੂ ਮਸੀਹ ਦਾ ਦੂਸਰਾ ਆਗਮਨ, ਯਾਨੀ ਕਿ ਜਿਹੜਾ ਸਾਡੇ ਲਈ ਰੈਪਚਰ ਆ, ਸਾਨੂੰ ਇਸ ਚੀਜ਼ ਵੱਲ ਇਸ਼ਾਰਾ ਕਰਦਾ ਹੈ ਕਿ ਉਹ ਅੱਜ ਵੀ ਜਿਉਂਦਾ, ਤੇ ਜਿਉਂਦਾ ਹੀ ਦੂਸਰੀ ਵਾਰ ਆ ਸਕਦਾ, ਮੁਰਦਾ ਨਹੀਂ ਆਉਂਦਾ। ਉਹਦਾ ਰੈਪਚਰ ਦਾ ਸਿਸਟਮ ਜਿਹੜਾ ਸਾਡੀ ਇੱਕ ਵੱਡੀ ਆਸ਼ਾ ਆ, ਉਹ ਸਾਡਾ ਇਸ ਚੀਜ਼ ਵਾਲੇ ਧਿਆਨ ਲਿਆਉਂਦਾ ਆ ਕਿ ਅਸੀਂ ਜਿੱਤੇ ਉਮੀਦ ਲਾਈ ਆ ਨਾ, ਉਹ ਅੱਜ ਵੀ ਜਿਉਂਦਾ ਆ। ਉਹ ਜਿਉਂਦਾ ਸੀ, ਉਹ ਜਿਉਂਦਾ ਹੈ, ਔਰ ਉਹ ਹਮੇਸ਼ਾ ਜਿਉਂਦਾ ਰਹੇਗਾ। ਤੇ ਸਾਡੀ ਆਸ਼ਾ ਕੀ ਆ? ਉਹ ਜਿਹੜਾ ਜਿਉਂਦਾ ਆ, ਜਦੋਂ ਅਸੀਂ ਉਸ ਜਿਉਂਦੇ ਦੀ ਸੰਗਤੀ ਦੇ ਵਿੱਚ ਆ ਕੇ ਉਸ ਜਿਉਂਦੇ ਦੇ ਵਿੱਚ ਸਮਾਵਾਂਗੇ, ਜਿਵੇਂ ਉਹ ਹਮੇਸ਼ਾ ਜਿਉਂਦਾ ਰਹੇਗਾ, ਉਸੇ ਤਰ੍ਹਾਂ ਅਸੀਂ ਵੀ ਹਮੇਸ਼ਾ ਜਿਉਂਦੇ ਰਵਾਂਗੇ। ਜਿਸਮ 'ਚ ਬੇਸ਼ੱਕ ਅਸੀਂ ਮਿੱਟੀ ਹਾਂ ਤੇ ਮਿੱਟੀ ਦੇ ਵਿੱਚ ਮਿਲ ਜਾਣਾ, ਲੇਕਿਨ ਸਾਡਾ ਪ੍ਰਾਣ ਤੇ ਆਤਮਾ ਕਦੇ ਮਰੇਗਾ ਨਹੀਂ। ਉਹ ਸਾਡੇ ਪ੍ਰਭੂ ਯਿਸੂ ਮਸੀਹ ਦੇ ਨਾਲ ਹਮੇਸ਼ਾ ਅਨੰਤ ਕਾਲ ਤੱਕ ਉਹ ਹਮੇਸ਼ਾ ਜਿਉਂਦਾ ਰਹੇਗਾ। ਸੋ ਇਹੋ ਜਿਹੀਆਂ ਆਸ਼ਾਵਾਂ ਜਦੋਂ ਅਸੀਂ ਕਲੀਸਿਆ ਦੇ ਵਿੱਚ ਲੈ ਕੇ ਆਉਂਦੇ ਹਾਂ, ਫਿਰ ਮਜ਼ਾ ਹੀ ਕੁਛ ਹੋਰ ਹੁੰਦਾ ਹੈ। ਫਿਰ ਕਲੀਸਿਆ ਨੂੰ ਬਲ ਮਿਲਦਾ ਹੈ, ਫਿਰ ਕਲੀਸਿਆ ਨੂੰ ਦਲੇਰੀ ਮਿਲਦੀ ਹੈ, ਫਿਰ ਕਲੀਸਿਆ ਇਹ ਸਭ ਕੁਛ ਕਰਨ ਦੇ ਲਈ ਤਿਆਰ ਹੁੰਦੀ ਆ। ਔਰ ਉਹਨਾਂ ਨੂੰ ਪਤਾ ਹੁੰਦਾ ਕਿ ਅਸੀਂ ਦੁੱਖ ਇਹ ਕੁਛ ਵੀ ਨਹੀਂ ਗੇ, ਇਸ ਜ਼ਮਾਨੇ ਦੇ ਦੁੱਖ ਸਾਡੇ ਸਾਹਮਣੇ ਜਿਹੜੇ ਹੈਗੇ ਆ, ਇਹ ਕੁਛ ਵੀ ਨਹੀਂ ਆ। ਮੈਨੂੰ ਯਾਦ ਹੈ ਇੱਕ ਲੜਕਾ ਮੇਰੇ ਨਾਲ ਉੱਥੇ ਰਾਜਨੀਤੀ ਵਿੱਚ ਸੀ, ਇੰਡੀਆ ਵਿੱਚ, ਤੇ ਉਹਨੇ ਮੇਰਾ ਉੱਥੇ ਤਾਮਜਾਮ ਸਾਰਾ ਦੇਖਿਆ ਹੋਇਆ ਸੀ, ਮੇਰਾ ਲਾਈਫ ਸਟਾਈਲ ਸਾਰਾ ਦੇਖਿਆ ਹੋਇਆ ਸੀਗਾ, ਤੇ ਉਹਨੂੰ ਇੱਥੇ ਆਉਣ ਦਾ ਮੌਕਾ ਮਿਲਿਆ। ਤੇ ਉਸ ਸਮੇਂ ਮੈਂ ਇੱਥੇ ਕੰਸਟਰਕਸ਼ਨ ਦਾ ਕੰਮ ਕਰਦਾ ਸੀ। ਸੋ ਉਹਨੂੰ ਮੈਂ ਲੈ ਗਿਆ ਨਾਲ ਕੰਮ ਦੇ ਉੱਤੇ, ਤੇ ਉੱਥੇ ਜਦੋਂ ਉਹਨੇ ਮੈਨੂੰ ਮੈਲੇ ਕੁਚਾਲੇ ਕੱਪੜਿਆਂ ਦੇ ਵਿੱਚ ਤੇ ਇੱਕ 6 ਮੰਜ਼ਿਲਾ ਬਿਲਡਿੰਗ ਦੇ ਉੱਤੇ ਇੱਟਾਂ ਲਾਉਂਦੇ ਨੂੰ ਦੇਖਿਆ। ਤੇ ਜਦੋਂ ਅਸੀਂ ਬਾਅਦ 'ਚ ਰੋਟੀ ਖਾਣ ਲਈ ਬੈਠੇ ਹਾਂ, ਤੇ ਉਹ ਬੰਦਾ ਧਾਹਾਂ ਮਾਰ ਕੇ ਰੋ ਪਿਆ ਉੱਥੇ ਕੰਮ ਦੇ ਉੱਤੇ। ਮੈਂ ਕਿਹਾ ਤੈਨੂੰ ਕੀ ਹੋਇਆ? ਕਹਿੰਦਾ ਜੀ ਮੇਰੇ ਕੋਲ ਤੇ ਤੁਹਾਡੀ ਹਾਲਤ ਬਰਦਾਸ਼ਤ ਨਹੀਂ ਹੋ ਰਹੀ। ਮੈਂ ਤਾਂ ਕਦੀ ਕਲਪਨਾ ਨਹੀਂ ਕੀਤੀ ਸੀਗੀ ਵੀ ਤੁਸੀਂ ਅਮਰੀਕਾ ਦੇ ਵਿੱਚ ਇਹੋ ਜਿਹੀ ਜ਼ਿੰਦਗੀ ਜੀਂਦੇ ਹੋਵੋਗੇ, ਵੀ ਜਿਸ ਬੰਦੇ ਨੇ ਕਦੀ ਆਪਣੇ ਕੱਪੜਿਆਂ ਦੇ ਉੱਤੇ ਕੋਈ ਦਾਗ ਨਹੀਂ ਲੱਗਣ ਦਿੱਤਾ ਸੀ, ਦਿਹਾੜੀ 'ਚ 3-3 ਵਾਰੀ ਕੱਪੜੇ ਬਦਲਦਾ ਸੀਗਾ, 3 ਮਹੀਨੇ ਬਾਅਦ ਲਗਜ਼ਰੀ ਗੱਡੀਆਂ ਬਦਲਦਾ ਸੀਗਾ, ਉਹ ਬੰਦਾ ਇੱਥੇ ਅਮਰੀਕਾ 'ਚ ਆ ਕੇ ਇਹੋ ਜਿਹੀ ਦੈਨੇ ਹਾਲਤ ਵਿੱਚ ਰਹਿ ਰਿਹਾ ਆ। ਤੇ ਉਹ ਬੜਾ ਇਸ ਚੀਜ਼ ਦੇ ਉੱਤੇ ਹੈਰਾਨ ਹੋਇਆ। ਸੋ ਪਿਆਰਿਓ, ਪ੍ਰਭੂ ਦੇ ਵਿੱਚ ਬੜਾ ਕੁਛ ਕੁਰਬਾਨ ਕਰਨਾ ਪੈਂਦਾ। ਕੁਰਬਾਨੀ ਦਾ ਦੂਜਾ ਨਾਮ ਪ੍ਰਭੂ ਯਿਸੂ ਮਸੀਹ ਹੈ। ਚੀਜ਼ਾਂ ਨੂੰ ਹਾਸਲ ਕਰਨ ਦਾ ਨਾਮ ਪ੍ਰਭੂ ਯਿਸੂ ਮਸੀਹ ਨਹੀਂ ਹੈ। ਪਰ ਅੱਜ ਜ਼ਿਆਦਾਤਰ ਕਲੀਸਿਆਵਾਂ ਦੇ ਵਿੱਚ ਇਹੀ ਸਵਾਰਥ, ਇਹ ਲਾਲਚ ਲੋਕਾਂ ਦੇ ਅੱਗੇ ਰੱਖ ਕੇ ਤੇ ਉਹਨਾਂ ਨੂੰ ਦੱਸਿਆ ਜਾਂਦਾ ਕਿ ਤੁਹਾਡਾ ਜੀਵਨ ਬਹਾਲ ਹੋਣ ਵਾਲਾ, ਤੁਸੀਂ ਬਾਦਸ਼ਾਹਾਂ ਦੇ ਬਾਦਸ਼ਾਹ ਦੀ ਕੌਮ ਹੋ, ਤੁਸੀਂ ਐਸ਼ ਕਰਨ ਵਾਲੀ ਕੌਮ ਹੋ, ਤੁਸੀਂ ਲੁਤਫ ਉਠਾਉਣ ਵਾਲੀ ਕੌਮ ਹੋ, ਤੁਸੀਂ ਗੁਲਛਰੇ ਉਡਾਉਣ ਵਾਲੀ ਕੌਮ ਬਣ ਜਾਣਾ ਹੈ। ਲੇਕਿਨ ਇਹ ਸਾਰੇ ਜਿਹੜੇ ਸਿਸਟਮ ਆ, ਜਦੋਂ ਉਹਨਾਂ ਦੇ ਉੱਤੇ ਫਿਰ ਦੁੱਖ ਹੁੰਦਾ ਹੈ, ਤੇ ਫਿਰ ਸਾਰਾ ਉਹਨਾਂ ਦੇ ਹਵਾ ਜਿਹੜੀ ਹੈ ਇੱਕਦਮ ਨਿਕਲ ਜਾਂਦੀ ਹੈ। ਫਿਰ ਉਹ ਇਹੋ ਜਿਹੇ ਥਾਂ ਦੇ ਉੱਤੇ ਪ੍ਰਭੂ ਯਿਸੂ ਮਸੀਹ ਦੇ ਨਾਲ ਖੜੇ ਹੋ ਸਕਦੇ ਨਹੀਂ ਆ। ਸੋ ਇਹ ਆਸ ਜਿਹੜੀ ਆ, ਇਹਨੂੰ ਰੱਖੋ, ਸੱਚ ਬੋਲ ਕੇ ਲੋਕਾਂ ਨੂੰ ਲਿਆਓ ਮਸੀਹ ਦੇ ਕੋਲ। ਸਾਨੂੰ ਝੂਠ ਬੋਲਣ ਦੀ ਬਿਲਕੁਲ ਵੀ ਕੋਈ ਜ਼ਰੂਰਤ ਨਹੀਂ ਆ। ਔਰ ਉਹਦੀ ਸਭ ਤੋਂ ਵੱਡੀ ਵਜ੍ਹਾ ਆ, ਜਿਹਨੇ ਸਾਨੂੰ ਬੁਲਾਇਆ, ਜਦੋਂ ਉਹਨੇ ਝੂਠ ਨਹੀਂ ਸਾਡੇ ਨਾਲ ਬੋਲਿਆ, ਤੇ ਫਿਰ ਅਸੀਂ ਕਿਉਂ ਲੋਕਾਂ ਨੂੰ ਝੂਠ ਬੋਲੀਏ?
ਜਦੋਂ ਉਹਨੇ ਸਾਫ਼-ਸਾਫ਼ ਕਹਿ ਕੇ ਲਿਆਂਦਾ ਤੇ ਫਿਰ ਅਸੀਂ ਵੀ ਲੋਕਾਂ ਨੂੰ ਸਾਫ਼-ਸਾਫ਼ ਕਹਿ ਕੇ ਲਿਆਈਏ। ਉਹਨੇ ਕਿਹਾ ਜਿਹੜਾ ਹਲ ਤੇ ਹੱਥ ਰੱਖ ਕੇ ਪਿੱਛੇ ਦੇਖਦਾ ਮੇਰੇ ਲਾਇਕ ਨਹੀਂਗਾ, ਇਹ ਕਹਿ ਕੇ ਲਿਆਓ। ਉਹਨੇ ਕਿਹਾ ਜਿਹੜਾ ਮੇਰੇ ਮਗਰ ਆਉਣਾ ਚਾਹੁੰਦਾ ਹੈ ਉਹ ਹਰ ਰੋਜ਼ ਆਪਣੇ ਆਪ ਦਾ ਇਨਕਾਰ ਕਰੇ, ਇਹ ਕਹਿ ਕੇ ਲਿਆਓ। ਹਰ ਰੋਜ਼ ਆਪਣੀ ਸਲੀਬ ਚੁੱਕੇ, ਇਹ ਕਹਿ ਕੇ ਲਿਆਓ। ਕਹਿ ਕੇ ਲਿਆਓ ਨਾ, ਸੱਚੀ ਗੱਲ ਕਹਿ ਕੇ ਲਿਆਓ ਲੋਕਾਂ ਨੂੰ। ਫਿਰ ਉਹ ਜਿਹੜਾ ਸੱਚੀ ਗੱਲ ਸੁਣ ਕੇ ਆਊਗਾ ਉਹ ਹੈ ਯਿਸੂ ਮਸੀਹ ਦਾ ਚੇਲਾ। ਉਹ ਹੈ ਜਿਹੜਾ ਕਲਾਮ ਤੇ ਖੜਾ ਹੋ ਸਕਦਾ ਹੈ। ਉਹ ਹੈ ਜਿਹੜਾ ਉਸ ਧਨ ਆਸ਼ਾ ਦੇ ਲਈ ਸਭ ਕੁਝ ਕਰ ਗੁਜ਼ਰ ਸਕਦਾ ਹੈ। ਤੇ ਜਦੋਂ ਅਸੀਂ ਝੂਠ ਬੋਲ ਕੇ ਕਿਸੇ ਨੂੰ ਲਿਆਵਾਂਗੇ ਤੇ ਜਦੋਂ ਉਸ ਝੂਠ ਦਾ ਪਰਦਾਫਾਸ਼ ਹੋਵੇਗਾ, ਮਸੀਹਤ ਦੀ ਵੀ ਬਦਨਾਮੀ ਹੋਵੇਗੀ ਤੇ ਮਸੀਹ ਦੀ ਵੀ ਬਦਨਾਮੀ ਹੋਵੇਗੀ, ਔਰ ਉਸ ਬਦਨਾਮੀ ਨੂੰ ਕਰਾਉਣ ਵਾਲੇ ਫਿਰ ਅਸੀਂ ਹੋਵਾਂਗੇ। ਇਸ ਲਈ ਉਹਨੇ ਦੱਸੋ ਭਾਈ ਤੇਰੇ ਜੀਵਨ ਦੇ ਵਿੱਚ ਜਦੋਂ ਤੂੰ ਪ੍ਰਭੂ ਯਿਸੂ ਮਸੀਹ ਕੋਣਾ ਤੇ ਸਮਝ ਲਾ ਵੀ ਤੂੰ ਤਲਵਾਰ ਦੀ ਧਾਰ ਦੇ ਉੱਤੇ ਪੈਰ ਰੱਖ ਦਿੱਤਾ ਹੈ। ਜਦੋਂ ਕਿਸੇ ਮਸੀਹ ਦੇ ਵਿੱਚ ਕਿਸੇ ਨੂੰ ਲੈ ਕੇ ਆਉਂਦੇ ਉਹਨੂੰ ਦੱਸੋ ਤੂੰ ਬਲ ਦੇ ਅੱਗ ਦੇ ਕੋਲਿਆਂ ਦੇ ਉੱਤੇ ਪੈਰ ਰੱਖਣ ਜਾ ਰਿਹਾ ਹੈ ਤੇ ਅੱਗੇ ਤੇਰੇ ਇਹ ਅੱਗ ਵਧਣੀ ਆ, ਘਟਣੀ ਨਹੀਂ। ਤੇ ਜੇ ਤੂੰ ਇਸ ਅੱਗ ਦੇ ਉੱਤੇ ਚੱਲਣ ਦੇ ਲਈ ਤਿਆਰ ਆ ਤੇ ਤੇਰਾ ਵੈਲਕਮ ਹੈ। ਤੇ ਜਿਹੜਾ ਇਹ ਸੁਣ ਕੇ ਆਊਗਾ ਨਾ ਉਹ ਵਾਕਿਆ ਹੀ ਉਹਦਾ ਇੱਕੋ ਨਿਸ਼ਾਨਾ ਹੋਊਗਾ, ਮੈਂ ਜ਼ਿੰਦਗੀ ਦੇ ਤਾਜ ਨੂੰ ਕਿਸੇ ਨਾ ਕਿਸੇ ਤਰ੍ਹਾਂ ਹਾਸਲ ਕਰਨਾ ਹੈ, ਮੈਂ ਉਹਨੂੰ ਕਿਸੇ ਨਾ ਕਿਸੇ ਤਰ੍ਹਾਂ ਪ੍ਰਾਪਤ ਕਰਨਾ। ਫਿਰ ਉਹਨੂੰ ਦੁਨੀਆ ਦਾ ਕੋਈ ਦੁੱਖ ਤਕਲੀਫ ਤੋੜ ਨਹੀਂ ਸਕਦਾ। ਫਿਰ ਸੰਤ ਪੌਲੁਸ ਹੋਣਾ ਦੀ ਉਹ ਗੱਲ ਪੂਰੀ ਹੁੰਦੀ ਆ, ਕੌਣ ਮੈਨੂੰ ਮਸੀਹ ਦੀ ਮੁਹੱਬਤ ਤੋਂ ਅਲੱਗ ਕਰੇਗਾ? ਕੌਣ? ਕੀ ਮੌਤ, ਕੀ ਬਿਪਤਾ, ਕੀ ਕਾਲ, ਕੀ ਮੁਸੀਬਤਾਂ, ਕੀ ਭੁੱਖੇ ਰਹਿਣਾ, ਕੀ ਨੰਗੇ ਰਹਿਣਾ, ਕੀ ਦੁੱਖਾਂ ਦੇ ਵਿੱਚ ਰਹਿਣਾ, ਕੀ ਤਕਲੀਫਾਂ ਦੇ ਵਿੱਚ ਰਹਿਣਾ, ਕੀ ਬਿਪਤਾਵਾਂ ਦੇ ਵਿੱਚ ਰਹਿਣਾ? ਕਹਿੰਦਾ ਨਾ, ਮੈਨੂੰ ਮਸੀਹ ਦੀ ਮੁਹੱਬਤ ਤੋਂ ਕੋਈ ਚੀਜ਼ ਅਲੱਗ ਕਰ ਸਕਦੀ ਨਹੀਂ ਹੈ। ਜਦੋਂ ਉਹ ਇਹ ਸੋਚ ਕੇ ਆਵੇਗਾ ਨਾ ਫਿਰ ਉਹ ਉਸ ਧਨ ਆਸ਼ਾ ਦੇ ਵਿੱਚ ਪ੍ਰਵੇਸ਼ ਕਰੇਗਾ, ਫਿਰ ਉਸ ਆਸ਼ਾ ਦਾ ਉਹ ਆਨੰਦ ਪਾਵੇਗਾ। ਫਿਰ ਉਹ ਕਿਸੇ ਵੀ ਕੀਮਤ ਦੇ ਉੱਤੇ ਪ੍ਰਭੂ ਯਿਸੂ ਮਸੀਹ ਦਾ ਇਨਕਾਰ ਕਰ ਸਕਦਾ ਨਹੀਂ ਆ। ਫਿਰ ਉਹ ਰੈਪਚਰ ਦੀ ਤਿਆਰੀ ਦੇ ਵਿੱਚ ਹੋਵੇਗਾ। ਉਹਦਾ ਇੱਕੋ ਹੀ ਮਕਸਦ ਹੋਵੇਗਾ, ਮੇਰਾ ਮਸੀਹ ਗੁਪਤ ਰੂਪ ਦੇ ਵਿੱਚ ਆਉਣ ਵਾਲਾ ਆ, ਮੈਂ ਉਹਦੇ ਨਾਲ ਮਿਲਣ ਦੇ ਲਈ ਤਿਆਰ ਰਹਿਣਾ ਆ। ਜਿਵੇਂ ਪਰਮੇਸ਼ਵਰ ਨੇ ਉਹਦੇ ਉੱਤੇ ਦੁੱਖ ਪਾ ਕੇ ਸਾਡੇ ਲਈ ਇੱਕ ਨਮੂਨਾ ਰੱਖਿਆ ਆ ਕਿ ਅਸੀਂ ਵੀ ਦੁੱਖ ਸਹਿਣਾ ਆ। ਫਿਰ ਉਹ ਬੰਦਾ ਦੁੱਖ ਸਹਿ ਕੇ, ਜਿਵੇਂ ਸੰਤ ਪੌਲੁਸ ਕਹਿੰਦਾ, ਅਸੀਂ ਬੜੇ ਹੀ ਦੁੱਖ ਸਹਿ ਕੇ ਉਹਦੀ ਬਾਦਸ਼ਾਹ ਦੇ ਵਿੱਚ ਦਾਖਲ ਹੋਣਾ। ਦੁੱਖ ਸਹਿ ਕੇ ਬਾਦਸ਼ਾਹ ਦੇ ਵਿੱਚ ਦਾਖਲ ਹੋਣਾ ਆ। ਹਵਾਈ ਜਹਾਜ਼ ਲੈ ਕੇ ਦਾਖਲ ਨਹੀਂ ਹੋਣਾ, 7 ਸਟਾਰ ਹੋਟਲ ਬਣਾ ਕੇ ਦਾਖਲ ਨਹੀਂ ਹੋਣਾ, ਇਹ ਵੱਡੀਆਂ ਯੂਨੀਵਰਸਿਟੀਆਂ ਖੜੀਆਂ ਕਰਕੇ ਨਹੀਂ ਅਸੀਂ ਹੋਣਾ, ਇਹ ਵੱਡੇ ਸਿਸਟਮ ਬਣਾ ਕੇ ਨਹੀਂ ਅਸੀਂ ਖੜੇ ਹੋਣਾ। ਯਾਦ ਰੱਖੋ ਅਜੀਜ਼ੋ, ਇਹ ਸਭ ਕੁਝ ਇੱਥੇ ਹੀ ਰਹਿਣ ਵਾਲਾ। ਧਰਤੀ ਨੇ ਨਾਸ਼ ਹੋਣਾ, ਧਰਤੀ ਤੇ ਬਣੀ ਹੋਈ ਹਰ ਚੀਜ਼ ਨਾਸ਼ ਹੋਣੀ ਆ। ਇਸ ਕਰਕੇ ਯੂਨੀਵਰਸਿਟੀਆਂ ਦੇ ਚੱਕਰਾਂ ਦੇ ਵਿੱਚ ਨਾ ਪਾਓ ਕਿ ਆਹ ਹੋ ਗਿਆ ਤੇ ਇਹ ਹੋ ਗਿਆ ਉਹ ਹੋ ਗਿਆ। ਪ੍ਰਭੂ ਯਿਸੂ ਮਸੀਹ ਨੇ ਇਹਨਾਂ ਕੰਮਾਂ ਦੇ ਲਈ ਨਹੀਂ ਬੁਲਾਇਆ ਤੁਹਾਨੂੰ ਕਿ ਤੁਸੀਂ ਬਹੁਤ ਵੱਡੀਆਂ ਪੜ੍ਹਾਈਆਂ ਕਰੋ ਤੇ ਵੱਡੇ ਇੰਜੀਨੀਅਰ ਡਾਕਟਰ ਬਣੋ। ਉਹਨੇ ਇਸ ਲਈ ਬੁਲਾਇਆ ਤੁਸੀਂ ਉਹਦੀ ਦੁਲਹਨ ਬਣੋ। ਹਾਲੇਲੂਇਆ। ਤੇ ਦੁਲਹਨ ਦਾ ਦੂਸਰਾ ਨਾਮ ਤਿਆਗ ਆ। ਜਿਹੜਾ ਤਿਆਗ ਕਰ ਸਕਦਾ ਉਹੀ ਦੁਲਹਨ 'ਚ ਜਾਵੇਗਾ, ਜਿਹੜਾ ਤਿਆਗ ਕਰ ਸਕਦਾ ਉਹੀ ਰੈਪਚਰ 'ਚ ਉਠਾਇਆ ਜਾਵੇ। ਜਿਹੜਾ ਤਿਆਗ ਨਹੀਂ ਨਾ ਕਰ ਸਕਦਾ ਉਹਦੇ ਅੱਗੇ ਕੋਈ ਆਸ਼ਾ ਨਹੀਂ ਗੀ, ਉਹਦੇ ਅੱਗੇ ਕੋਈ ਉਮੀਦ ਨਹੀਂ ਗੀ, ਕਿਉਂਕਿ ਦੁੱਖ ਸਹਿ ਕੇ ਅਸੀਂ ਉਹਦੇ ਰਾਜ ਦੇ ਵਿੱਚ ਦਾਖਲ ਹੋਣਾ ਆ। ਇਸ ਲਈ ਤਿਮੋਥਿਉਸ ਨੂੰ ਖੱਤ ਲਿਖਦੇ ਹੋਏ ਸੰਤ ਪੌਲੁਸ ਕਹਿੰਦਾ ਆ, ਯਿਸੂ ਮਸੀਹ ਦੇ ਸੱਚੇ ਸਿਪਾਹੀ ਦੀ ਤਰ੍ਹਾਂ ਮੇਰੇ ਨਾਲ ਦੁੱਖ ਉਠਾ। ਯਿਸੂ ਮਸੀਹ ਦੇ ਸੱਚੇ ਸਿਪਾਹੀ ਦੀ ਤਰ੍ਹਾਂ ਮੇਰੇ ਨਾਲ ਕੀ ਕਰ? ਦੁੱਖ ਉਠਾ। ਅੱਜ ਅਸੀਂ ਕਹਿੰਦੇ ਆ ਯਿਸੂ ਮਸੀਹ ਦੇ ਸੱਚੇ ਸਿਪਾਹੀ ਦੀ ਤਰ੍ਹਾਂ ਮੇਰੇ ਨਾਲ ਮੌਜ ਕਰ, ਮੇਰੇ ਨਾਲ ਐਸ਼ ਕਰ, ਕਿਉਂਕਿ ਅਸੀਂ ਸ਼ਾਹੀ ਕੌਮ ਆ, ਅਸੀਂ ਸ਼ਾਹੀ ਸਮਾਜ ਆ, ਅਸੀਂ ਬਾਦਸ਼ਾਹ ਦੇ ਬੱਚੇ ਆ। ਇਸ ਲਈ ਸਾਡੇ ਕੱਪੜੇ ਕੀਮਤੀ ਹੋਣੇ ਚਾਹੀਦੇ ਆ, ਸਾਡਾ ਰਹਿਣ ਸਹਿਣ ਹਾਈਫਾਈ ਹੋਣਾ ਚਾਹੀਦਾ ਆ, ਸਾਡਾ ਸਾਰਾ ਸਿਸਟਮ ਹੀ ਹਾਈਫਾਈ ਹੋਣਾ ਚਾਹੀਦਾ ਆ। ਉੱਥੇ ਫਿਰ ਅਜੀਜ਼ੋ ਧਿਆਨ ਰੱਖਿਓ, ਪਹਿਲੇ ਹੀ ਵਚਨ ਦੇ ਵਿੱਚ ਜਦੋਂ ਅਸੀਂ ਪੜ੍ਹਦੇ ਨਾ, ਜਦੋਂ ਕਲੀਸਿਆ ਦੀ ਸ਼ੁਰੂਆਤ ਹੁੰਦੀ ਆ, ਉੱਥੇ ਅਸੀਂ ਇੱਕ ਚੀਜ਼ ਦੇਖਦੇ ਹਾਂ। ਜਿਨ੍ਹਾਂ ਨੇ ਪਤਰਸ ਦੇ ਕੋਲੋਂ ਅਸਲੀ ਚੀਜ਼ ਨੂੰ ਸੁਣਿਆ, ਜਦੋਂ ਪਤਰਸ ਨੇ ਪੂਰਾ ਸੱਚ ਸੁਣਾਇਆ, ਲਿਖਿਆ ਲੋਕਾਂ ਦੇ ਦਿਲ ਛਿੱਦ ਗਏ, ਉਹਨਾਂ ਦੇ ਦਿਲ ਟੁੱਟ ਗਏ, ਚੀਕ ਉੱਠੇ ਤੇ ਕਹਿੰਦੇ ਹੈ ਭਾਈਓ ਅਸੀਂ ਕੀ ਕਰੀਏ। ਪਤਰਸ ਨੇ ਸਾਰਾ ਸਿਸਟਮ ਸਮਝਾਇਆ। ਪਤਰਸ ਹੋਣਾ ਨੇ ਸੀ ਕਿਹਾ ਤੁਸੀਂ ਆਪਣਾ ਸਭ ਕੁਝ ਵੇਚ ਕੇ ਆ ਜਾਓ। ਪਤਰਸ ਹੋਣਾ ਨੇ ਤੇ ਉਹਦੀ ਮੁਹੱਬਤ ਨੂੰ ਦੱਸਿਆ ਸੀ, ਜਿਹਨੂੰ ਤੁਸੀਂ ਸਰੀਰ ਤੇ ਚੜਾਇਆ ਉਹ ਆਖਰ ਹੈ ਕੌਣ ਸੀ। ਜਦੋਂ ਉਹਦੀ ਜਾਣਕਾਰੀ ਹੋ ਗਈ ਤੇ ਲਿਖਿਆ ਲੋਕ ਜਿਹੜੇ ਮਸੀਹ ਦੇ ਵਿੱਚ ਆਏ ਸੀ ਨਾ, ਆਪਣਾ ਸਭ ਕੁਝ ਵੇਚ ਕੇ ਲਿਆ ਕੇ ਤੇ ਚੇਲਿਆਂ ਦੇ ਪੈਰਾਂ ਦੇ ਉੱਤੇ ਰੱਖ ਦਿੱਤਾ। ਇਹ ਸੀਗਾ, ਉਹ ਪਾਉਣ ਦੇ ਲਈ ਨਹੀਂ, ਉਹ ਮਸੀਹ ਦੇ ਲਈ ਗਵਾਉਣ ਦੇ ਵਾਸਤੇ ਆਏ ਸੀਗੇ। ਉਹ ਮਸੀਹ ਦੇ ਲਈ ਸਭ ਕੁਝ ਛੱਡਣ ਦੇ ਵਾਸਤੇ ਆਏ ਸੀ ਤੇ ਸਭ ਕੁਝ ਵੇਚ ਕੇ ਤੇ ਉਹਨਾਂ ਨੇ ਲਿਆ ਕੇ ਰੱਖ ਦਿੱਤਾ ਕਦਮਾਂ ਦੇ ਉੱਤੇ। ਸੋ ਉਹਨਾਂ ਦੇ ਇਸ ਸ਼ਹਾਦਤ ਨੂੰ ਦੇਖਦੇ ਆ ਨਾ, ਜਦੋਂ ਅਸੀਂ ਉਹਨਾਂ ਦੀਆਂ ਇਹਨਾਂ ਕੁਰਬਾਨੀਆਂ ਨੂੰ ਜਦੋਂ ਅਸੀਂ ਦੇਖਦੇ ਹਾਂ, ਉਹਨਾਂ ਦੇ ਇਹਨਾਂ ਤਿਆਗਾਂ ਨੂੰ ਅਸੀਂ ਦੇਖਦੇ ਤੇ ਫਿਰ ਮਜ਼ਾ ਆਉਂਦਾ ਚੱਲਣ ਦਾ। ਤੇ ਉਹਨਾਂ ਨੇ ਕੁਝ ਪਾਉਣ ਦੇ ਲਈ ਨਹੀਂ ਸੀ ਆਏ, ਉਹ ਸਭ ਕੁਝ ਛੱਡ ਕੇ ਮਸੀਹ ਦੇ ਮਗਰ ਆਏ ਸੀਗੇ। ਉਸ ਤੋਂ ਬਾਅਦ ਕਾਨੂੰਨ ਪਾਸ ਕਰ ਦਿੱਤਾ ਸੀਗਾ।
ਜਿਹੜਾ ਵੀ ਯਿਸੂ ਮਸੀਹ ਨੂੰ ਕਬੂਲ ਕਰੇਗਾ ਉਹਦਾ ਘਰ-ਬਾਰ ਉੱਤੋਂ ਖੋਹ ਲਿਆ ਜਾਵੇਗਾ, ਉਹਨੂੰ ਕਤਲ ਕਰ ਦਿੱਤਾ ਜਾਵੇਗਾ। ਇਸ ਲਈ ਉਹ ਆਪਣਾ ਘਰ-ਬਾਰ ਛੱਡ ਕੇ ਕੁਛ ਤੇ ਵੇਚ ਦਿੰਦੇ ਸੀ ਤੇ ਕਲੀਸਿਆ ਦੀ ਸੇਵਾ ਵਿੱਚ ਲਾ ਦਿੰਦੇ ਸੀਗੇ, ਤੇ ਕੁਛ ਜਿਹਨਾਂ ਦਾ ਨਹੀਂ ਸੀ ਹੁੰਦਾ ਉਹ ਵਿਚਾਰੇ ਭੱਜ ਜਾਂਦੇ ਸੀਗੇ ਤੇ ਬਾਅਦ 'ਚ ਜਾ ਕੇ ਜੰਗਲਾਂ ਦੇ ਵਿੱਚ ਭੋਰਿਆਂ ਦੇ ਵਿੱਚ ਰਹਿ ਕੇ ਆਪਣੀ ਜ਼ਿੰਦਗੀ ਗੁਜ਼ਾਰੀ ਤੇ ਮਸੀਹ ਯਿਸੂ ਮਸੀਹ ਦੀ ਇਸ ਮੁਰਾਦੀ ਨੂੰ ਕਰਦੇ ਰਹੇ ਆ। ਸੋ ਇਹ ਲਾਲਚ ਦੇ ਮਾਰੇ ਨਹੀਂ ਸੀ ਆਏ, ਬਲਕਿ ਸਭ ਕੁਛ ਤਿਆਗ ਕੇ ਆਏ ਸੀ। ਤੇ ਇਹ ਤਿਆਗ ਵਾਲਾ ਜੀਵਨ ਜਿਹੜਾ, ਇਹਨੂੰ ਅਸਲ ਦੇ ਵਿੱਚ ਸਹੀ ਮਸੀਹੀ ਜੀਵਨ ਕਿਹਾ ਜਾਂਦਾ ਹੈ। ਮਸੀਹ ਦੇ ਵਿੱਚ ਜਿਹਨੂੰ ਤਿਆਗ ਦਾ ਨਹੀਂ ਪਤਾ, ਉਹ ਮਸੀਹ ਦੇ ਵਿੱਚ ਕਦੇ ਬਣਿਆ ਰਹਿ ਸਕਦਾ ਨਹੀਂ ਆ। ਉਹ ਬਸ ਰੋਟੀਆਂ ਖਾਣ ਵਾਲਾ ਤੇ ਚੰਗਿਆਈਆਂ ਲੈਣ ਵਾਲਾ ਆ। ਜਦੋਂ ਪ੍ਰਭੂ ਯਿਸੂ ਮਸੀਹ ਨੂੰ ਸਲੀਬ ਵੱਲ ਲੈ ਕੇ ਜਾਣਾ, ਉਦੋਂ ਇਹਨਾਂ ਨੇ ਕਿਸੇ ਨੇ ਉਹਦੇ ਨਾਲ ਚੱਲਣਾ ਨਹੀਂ ਆ। ਉਦੋਂ ਉਹਦੇ ਦੁੱਖਾਂ ਦੇ ਵਿੱਚ ਕਿਸੇ ਨੇ ਉਹਦੇ ਨਾਲ ਖੜੇ ਹੋਣਾ ਨਹੀਂ ਆ। ਉਦੋਂ ਪਤਰਸ ਵਰਗੇ ਵੀ ਇਨਕਾਰ ਕਰ ਗਏ ਤੇ ਗਾਲਾਂ ਕੱਢ ਗਏ ਸੀਗੇ। ਸੋ ਪਿਆਰਿਓ ਜੀ, ਜੋ ਸਮਝੇ ਉਹਦੀ ਕੁਦਰਤ ਨੂੰ ਸਮਝੇ, ਆਸ਼ਾ ਆ ਸਾਡੇ ਕੋਲ। ਉਹੀ ਪਤਰਸ ਜਦੋਂ ਜਿਸਮ ਦੀਆਂ ਖੁਆਇਸ਼ਾਂ ਵਿੱਚ ਸੀਗਾ, ਉਦੋਂ ਉਹਦਾ ਮਸੀਹ ਦੇ ਨਾਲ ਚੱਲਣਾ ਹੋਰ ਕਿਸਮ ਦਾ ਸੀਗਾ। ਲੇਕਿਨ ਜਦੋਂ ਪਾਕ ਰੂ ਆਇਆ, ਉਹੀ ਪਤਰਸ ਜਿਹੜਾ ਸੀਗਾ ਪਹਿਲਾਂ ਮੋਹਰੇ ਕਰਦਾ ਹੁੰਦਾ ਸੀ ਹਰ ਥਾਂ ਤੇ ਆਪਣੇ ਆਪ ਨੂੰ, ਮੈਂ ਹੀ ਮੈਂ। ਜਿੱਥੇ ਵੀ ਕੋਈ ਪ੍ਰਭੂ ਗੱਲ ਕਰਦਾ ਸੀ ਉੱਥੇ ਮੋਹਰੇ ਆ ਜਾਂਦਾ ਸੀਗਾ, ਮੈਂ ਇੱਦਾਂ ਕਰ ਸਕਦਾ, ਮੈਂ ਆਹ ਕਰ ਸਕਦਾ, ਮੈਂ ਇਹ ਕਰ ਸਕਦਾ। ਪਾਣੀ ਉੱਤੇ ਯਿਸੂ ਮਸੀਹ ਕਹਿੰਦਾ ਮੈਂ ਆਵਾਂ, ਯਿਸੂ ਮਸੀਹ ਕਿਹਾ ਤੁਸੀਂ ਸਾਰੇ ਇਨਕਾਰ ਕਰ ਜਾਓ, ਕਹਿੰਦਾ ਮੈਂ ਨਹੀਂ ਕਰ ਸਕਦਾ। ਯਾਨੀ ਕਿ ਹਰ ਚੀਜ਼ ਤੇ ਅੱਗੇ ਰੱਖਦਾ ਸੀ, ਮੈਂ ਕਰਦਾ ਸੀ। ਲੇਕਿਨ ਜਿੱਦਣ ਪਾਕ ਰੂ ਕਲਾਮ ਦਾ ਬੀਜ ਲੈ ਕੇ ਪੈਂਤੇਕੋਸਤ ਦੇ ਦਿਨ ਉਤਰਿਆ, ਉਹ ਦਿਨ ਉਹੋ ਹੀ ਪਤਰਸ ਲਿਖਿਆ ਬਾਕੀ ਦੀਆਂ 11 ਨੂੰ ਲੈ ਕੇ ਉੱਠਿਆ। ਆਹ ਸੇਵਕਾਈ, ਅਸੀਂ ਇੱਕ ਦੂਜੇ ਨੂੰ ਨਾਲ ਲੈ ਕੇ ਉੱਠੀਏ, ਇੱਕ ਦੂਜੇ ਦੀਆਂ ਜੜ੍ਹਾਂ ਨਾ ਵੱਢੀਏ। ਇਹ ਏਕਤਾ ਜਿੱਦਣ ਕਲੀਸਿਆ ਦੇ ਵਿੱਚ ਆਉਗੀ, ਉਦੋਂ ਪਹਿਲੀ ਸਦੀ ਵਾਲਾ ਪ੍ਰਚਾਰ ਹੋਣਾ ਹੈ। ਸਾਡਾ ਤੇ ਨਿਸ਼ਾਨਾ ਹੀ ਹੁੰਦਾ, ਕਿਸੇ ਦਾ ਕੋਈ ਬੰਦਾ ਪੱਟ ਲਈਏ, ਕਿਸੇ ਦਾ ਕੋਈ ਬੰਦਾ ਤੋੜ ਲਈਏ, ਕਿਸੇ ਦਾ ਕੋਈ ਬੰਦਾ ਖਿੱਚ ਲਈਏ, ਕਿਸੇ ਦਾ ਕੋਈ ਬੰਦਾ ਆਪਣੇ ਨਾਲ ਲਾ ਲਈਏ, ਕਿਸੇ ਨੂੰ ਕਿਸੇ ਤਰ੍ਹਾਂ ਛੋਟਾ ਬਣਾ ਦਈਏ, ਕਿਸੇ ਨੂੰ ਕਿਸੇ ਤਰ੍ਹਾਂ ਛੋਟਾ ਜਲੀਲ ਕਰ ਦਈਏ, ਕਿਸੇ ਦੀ ਕੋਈ ਨਾ ਕੋਈ ਬਦਖੋਈ ਕਰਕੇ ਉਹਦੇ ਤੋਂ ਉਹਨੂੰ ਤੋੜ ਦਈਏ। ਤੁਹਾਡਾ ਮਕਸਦ ਹੈਗਾ ਆ ਹਰ ਉਸ ਵਿਸ਼ਵਾਸੀ ਜਿਹਦੇ ਉੱਤੇ ਮਸੀਹ ਯਿਸੂ ਪ੍ਰਕਾਸ਼ ਹੋਇਆ, ਉਹਦੇ ਤੱਕ ਸੱਚਾਈ ਨੂੰ ਪਹੁੰਚਾਉਣਾ। ਉਹ ਸੱਚਾਈ ਨੂੰ ਤੁਸੀਂ ਵਫਾਦਾਰੀ ਨਾਲ ਰਹਿ ਕੇ, ਉਹ ਜਿੱਥੇ ਵੀ ਹੈਗਾ ਉੱਥੇ ਤੁਸੀਂ ਪਹੁੰਚਾ ਸਕਦੇ। ਉਹਨੂੰ ਤੋੜਨ ਦਾ ਮਤਲਬ ਇਹ ਹੁੰਦਾ ਆ, ਇਹ ਟੁੱਟੂਗਾ ਮਾਲ ਸ਼ਾਲ ਜਿਹੜਾ ਉੱਥੇ ਦਿੰਦਾ, ਇਹ ਮੈਨੂੰ ਦਊਗਾ। ਤੇ ਇੱਥੇ ਫਿਰ ਤੁਸੀਂ ਕਾਹਦੇ ਸੇਵਕ ਆ? ਜਦੋਂ ਏਡੀ ਬਦੀ ਤੁਹਾਡੇ ਮਨ 'ਚ ਆ, ਜਦੋਂ ਏਡਾ ਕੁਫਰ ਤੁਸੀਂ ਬਕਦੇ ਹੋ, ਜਦੋਂ ਤੁਸੀਂ ਏਡੀਆਂ ਬਦੀਆਂ ਲੈ ਕੇ ਚੱਲਦੇ ਹੋ, ਤੇ ਤੁਸੀਂ ਕੀ ਸਮਝਦੇ ਹੋ ਮਸੀਹ ਦਾ ਆਤਮਾ ਤੁਹਾਡੇ ਵਿੱਚ ਆ? ਜਦੋਂ ਇਹ ਤੋੜ ਫੋੜਨ ਵਾਲਾ ਆਤਮਾ ਤੁਹਾਡੇ ਵਿੱਚ ਆ, ਤੁਸੀਂ ਕੀ ਸਮਝਦੇ ਮਸੀਹ ਤੁਹਾਡੇ ਨਾਲ ਆ? ਸਾਡਾ ਮਕਸਦ ਕੀ ਆ? ਦੁਨੀਆ 'ਚ ਕਿਤੇ ਬੈਠਾ, ਮੈਂ ਦੱਸ ਰਿਹਾ ਨਾ, ਪ੍ਰਚਾਰ ਦੱਸ ਰਿਹਾ, ਇਹਦੇ ਵਿੱਚ ਸਾਰੇ ਲੋਕਾਂ ਦੇ ਚਰਚਾਂ ਦੇ ਮੈਂਬਰ ਆ। ਸਾਰੇ ਜਿੰਨੇ ਵੀ ਸੁਣਦੇ ਹੋ, ਉਹ ਸਾਰੇ ਕਿਸੇ ਨਾ ਕਿਸੇ ਚਰਚ ਦੇ ਨਾਲ ਜੁੜੇ ਹੋਏ ਆ। ਇਹਨਾਂ ਵਿੱਚੋਂ ਇੱਕ ਬੰਦਾ ਲਿਆਓ, ਇੱਕ ਬੰਦਾ ਕਵੇ ਹਾਂਜੀ ਇਕਬਾਲ ਜੀ, ਤੁਸੀਂ ਫੋਨ ਕਰਕੇ ਸਾਨੂੰ ਕਿਹਾ ਸੀਗਾ ਵੀ ਤੁਸੀਂ ਸਾਡੇ ਨਾਲ ਜੁੜ ਜਾਓ। ਮਤਲਬ ਹੀ ਨਹੀਂ, ਕਿਸੇ ਨੂੰ ਨਹੀਂ ਕਿਹਾ ਕਦੇ ਨੇ। ਹਾਂ, ਇਹ ਕਹੀਦਾ ਤੁਸੀਂ ਸੱਚ ਨੂੰ ਜਾਣੋ, ਸੱਚ ਉੱਤੇ ਚੱਲੋ, ਸੱਚ ਨੂੰ ਕਬੂਲ ਕਰੋ। ਜਦੋਂ ਸੱਚ ਨੂੰ ਕਬੂਲ ਕਰਾਂਗੇ ਨਾ, ਸੱਚਾਈ ਨੂੰ ਦੱਸਣਾ ਨਾ, ਲੋਕ ਸੁਣ ਰਹੇ ਆ ਸੱਚਾਈ ਨੂੰ, ਗੱਲ ਖਤਮ ਹੋਈ। ਔਰ ਜਦੋਂ ਸੱਚਾਈ ਨੂੰ ਸੁਣਾਂਗੇ, ਲਿਖਿਆ ਸੱਚਾਈ ਤੁਹਾਨੂੰ ਆਜ਼ਾਦ ਕਰੂਗੀ, ਤੇ ਉਹ ਆਜ਼ਾਦ ਹੋ ਜਾਣ। ਸਾਡੇ ਲਈ ਇਹ ਖੁਸ਼ੀ ਆ। ਸਾਡੇ ਲਈ ਇਹ ਖੁਸ਼ੀ ਨਹੀਂ ਅਸੀਂ ਕਿਸੇ ਨੂੰ ਤੋੜ ਕੇ ਆਪਣੇ ਨਾਲ ਜੋੜ ਲਈਏ ਜਾਂ ਕਿਸੇ ਨੂੰ ਲਾ ਲਈਏ। ਦੁਨੀਆ ਦੇ ਵਿੱਚ ਮੈਂ ਵੱਖਰੇ ਵੱਖਰੇ ਦੇਸ਼ਾਂ ਦੇ ਵਿੱਚ ਜਾਂਦਾ ਆ, ਔਰ ਬੜੇ ਲੋਕ ਮੇਰੇ ਕੋਲ ਬਾਅਦ ਵਿੱਚ ਆਉਂਦੇ ਆ ਤੇ ਕਹਿੰਦੇ ਜੀ ਆਪਣਾ ਟੈਲੀਫੋਨ ਨੰਬਰ ਦਿਓ। ਤੇ ਜਦੋਂ ਕਿਸੇ ਸੇਵਕ ਨੇ ਮੈਨੂੰ ਬੁਲਾਇਆ ਹੁੰਦਾ ਤੇ ਮੈਂ ਉਹਨਾਂ ਨੂੰ ਦੱਸਦਾ, ਮੈਂ ਕਿਹਾ ਉਹ ਤੁਹਾਡੇ ਸੇਵਕ ਖੜੇ ਆ। ਇਸ ਕਰਕੇ ਕਈ ਲੋਕਾਂ ਨੂੰ ਮੈਨੂੰ ਨਾਰਾਜ਼ ਵੀ ਕਰਨਾ ਪਿਆ। ਉਹ ਕਈ ਲੋਕ ਸੋਚਦੇ ਘਮੰਡੀ ਆ, ਪ੍ਰੋਢੀ ਆ, ਜਾਂ ਆਕੜ ਦਿਖਾਉਂਦਾ, ਜਾਂ ਇਹ ਉਹ। ਤੇ ਅਸੂਲ ਆ ਸੇਵਕਾਈ ਦੇ 'ਚ, ਅਸੂਲ ਆ। ਤੇ ਮੈਂ ਉਹਨਾਂ ਨੂੰ ਦੱਸਦਾ ਵੀ ਉਹ ਤੁਹਾਡੇ ਸੇਵਕ ਜਿਨ੍ਹਾਂ ਨੇ ਮੈਨੂੰ ਬੁਲਾਇਆ ਨਾ, ਬੇਸ਼ੱਕ ਤੁਸੀਂ ਇਸ ਚਰਚ ਦੇ ਮੈਂਬਰ ਨਹੀਂ, ਤੁਸੀਂ ਇਸ ਕਨਵੈਨਸ਼ਨ ਦੇ ਵਿੱਚ ਆਏ ਸੀਗੇ, ਜਿਨ੍ਹਾਂ ਤੁਹਾਨੂੰ ਬੁਲਾਇਆ ਨਾ, ਉਹਨਾਂ ਕੋਲ ਮੇਰਾ ਨੰਬਰ ਹੈਗਾ ਆ, ਤੇ ਤੁਸੀਂ ਉਹਨਾਂ ਕੋਲ ਨੰਬਰ ਮੇਰਾ ਲੈ ਲਿਓ। ਮੈਂ ਡਾਇਰੈਕਟ ਕਿਸੇ ਨੂੰ ਆਪਣਾ ਜਲਦੀ ਕਿਤੇ ਨੰਬਰ ਦਿੰਦਾ ਨਹੀਂ ਆ। ਤੇ ਜੇ ਮੈਂ ਦਵਾਂ ਤੇ ਫਿਰ ਮੈਂ ਉੱਥੇ ਦੇ ਸੇਵਕ ਨੂੰ, ਲੋਕ ਨੂੰ ਪੁੱਛਦਾ ਵੀ ਆਹ ਬੰਦਾ ਮੇਰੇ ਕੋਲ ਆਪਣਾ ਨੰਬਰ ਮੰਗਦਾ ਪਿਆ, ਮੈਂ ਇਹਨੂੰ ਆਪਣਾ ਨੰਬਰ ਦੇ ਦੇਵਾਂ। ਉਹ ਸੇਵਕ ਕਵੇ ਦੇ ਦਿਓ, ਤੇ ਉਹ ਅਲੱਗ ਗੱਲ ਆ। ਉਹਦੇ ਨਾਲ ਕਿੰਨੀ ਏਕਤਾ ਹੁੰਦੀ ਆ, ਕਿੰਨਾ ਸੱਚ ਫੈਲਦਾ ਆ, ਔਰ ਕਿੰਨਾ ਤੁਹਾਡਾ ਸਾਫ਼ ਮਨ ਜਿਹੜਾ ਪ੍ਰਗਟ ਹੁੰਦਾ ਹੈ। ਤੇ ਜਦ ਕਿ ਦੂਜੇ ਪਾਸੇ ਇਹ ਜਿਹੜੇ ਵਿੱਚ ਆ ਮਿਲੇ ਨਾ, ਜਿਹੜੇ ਸਾਡੇ ਹੈਗੇ ਨਹੀਂਗੇ, ਜਿਨ੍ਹਾਂ ਦੇ ਕੋਲ ਇਹੋ ਜਿਹੀ ਕੋਈ ਆਸ਼ਾ ਨਹੀਂ, ਇਹ ਤੇ ਵਿਚਾਰੇ ਫਟਾਫਟ ਕੰਟੈਕਟ ਕਰਦੇ ਆ, ਫਟਾਫਟ ਅਗਲੇ ਦੀ ਕਲੀਸਿਆ ਦੇ ਵਿੱਚ ਜਾ ਕੇ ਨਾ, ਜਿੱਥੇ ਸੇਵਕਾਈ ਪ੍ਰਭੂ ਨੇ ਬਖਸ਼ੀ ਹੋਈ, ਉਸ ਕਲੀਸਿਆ 'ਚ ਜਾ ਕੇ ਇਹ ਫਟਾਫਟ ਲੋਕਾਂ ਦੇ ਕੰਟੈਕਟ ਨੰਬਰ ਇਕੱਠੇ ਕਰਨੇ ਸ਼ੁਰੂ ਕਰਦੇ।
ਅਗਲੇ ਨੇ ਬੁਲਾਇਆ ਹੁੰਦਾ ਆ ਵੀ ਇਹ ਚੰਗਾ ਆ ਸੇਵਕ, ਇਹ ਇਸ ਕਲੀਸਿਆ ਵਿੱਚ ਆਊਗਾ, ਇਹਨੂੰ ਦਲੇਰੀ ਦਊਗਾ, ਇਹਨੂੰ ਮਜ਼ਬੂਤ ਕਰੂਗਾ ਤੇ ਕਲੀਸਿਆ ਦਾ ਹੋਰ ਵਾਧਾ ਹੋਊਗਾ। ਅਗਲੇ ਨੇ ਬੁਲਾਇਆ ਹੁੰਦਾ ਇਸ ਕਰਕੇ, ਤੇ ਅਸੀਂ ਅਗਲੇ ਦਾ ਸਾਰਾ ਬੇੜਾ ਗਰਕ ਕਰਕੇ ਪੂਰੀ ਤਰ੍ਹਾਂ ਉਹਦਾ ਉਹ ਜਿਹੜੇ ਚਾਰ ਜੀ ਉਹਦੇ ਹੁੰਦੇ ਉਹਨਾਂ ਨੂੰ ਵੀ ਖਰਾਬ ਕਰਕੇ ਤੇ ਅਸੀਂ ਨਿਕਲ ਆਉਂਦੇ। ਸੋ ਪਿਆਰਿਓ, ਅਸੀਂ ਕਹਿੰਦੇ ਆ ਤੁਸੀਂ ਚਰਚਾ ਨਾ ਛੱਡੋ। ਤੁਸੀਂ ਜਿੱਥੇ ਲੱਗੇ ਆ ਕੋਈ ਗੱਲ ਨਹੀਂ ਗੀ, ਤੁਸੀਂ ਆਪਣੇ ਜੇ ਤੁਹਾਨੂੰ ਲੱਗਦਾ ਸੇਵਕ ਦੇ ਵਿੱਚ ਕੋਈ ਕਮੀ ਆ ਉਹਦੇ ਲਈ ਪ੍ਰਾਰਥਨਾ ਕਰੋ, ਤੁਸੀਂ ਪ੍ਰਭੂ ਦੀਆਂ ਕਮੀਆਂ ਨੂੰ ਦੂਰ ਕਰੇ। ਬਾਕੀ ਜੇ ਤੁਹਾਨੂੰ ਲੱਗਦਾ ਵੀ ਸਿੱਖਿਆ ਦੇ ਵਿੱਚ ਕਿਤੇ ਕੋਈ ਮਤਲਬ ਕੋਈ ਗਲਤ ਫਲਤ ਵੀ ਚੱਲ ਰਿਹਾ ਆ ਤੇ ਤੁਸੀਂ ਇਹਨਾਂ ਸਿੱਖਿਆਵਾਂ ਨੂੰ ਸੁਣ ਕੇ ਕਬੂਲ ਕਰੋ। ਪ੍ਰਭੂ ਯਿਸੂ ਮਸੀਹ ਕਹਿ ਗਿਆ ਫੱਕੀ ਫਰੀਸਿਆਂ ਕਹਿੰਦਾ ਇਹਨਾਂ ਕੋਲ ਗਿਆਨ ਬੜਾ ਹੈ, ਇਹਨਾਂ ਕੋਲ ਲਓ ਤੁਸੀਂ, ਪਰ ਇਹਨਾਂ ਜੇ ਕੰਮ ਨਾ ਕਰੋ। ਗਿਆਨ ਲਓ ਪਰ ਕੰਮ ਨਾ ਕਰੋ। ਸੋ ਜੇ ਅਸੀਂ ਸਿਸਟਮ ਨਾਲ ਚੱਲਾਂਗੇ ਨਾ ਤੇ ਫਿਰ ਕਲੀਸਿਆ ਦਾ ਇੱਕ ਨਜ਼ਾਰਾ ਹੀ ਵੱਖਰਾ ਹੋਊਗਾ, ਫਿਰ ਕਲੀਸਿਆ ਦਾ ਰੂਪ ਹੀ ਵੱਖਰਾ ਹੋਊਗਾ। ਕਲੀਸਿਆ ਫਿਰ ਉਸ ਧਨ ਆਸ਼ਾ ਨੂੰ ਲੈ ਕੇ ਚੱਲੂਗੀ ਤੇ ਸੇਵਕ ਹੁੰਦਿਆਂ ਹੋਇਆਂ ਲੋਕਾਂ ਦੇ ਵਿੱਚ ਉਸ ਧਨ ਆਸ਼ਾ ਨੂੰ ਉਜਾਗਰ ਕਰਨਾ ਹੀ ਇੱਕ ਸੇਵਕ ਦਾ ਫਰਜ਼ ਆ ਤੇ ਉਹ ਫਰਜ਼ ਨੂੰ ਅਸੀਂ ਵਫਾਦਾਰੀ ਨਾਲ ਨਿਭਾਉਣਾ ਹੈ। ਅਸੀਂ ਸੱਚ ਦੇ ਉੱਤੇ ਚੱਲਾਂਗੇ ਤੇ ਕਲੀਸਿਆ ਚੱਲੂਗੀ ਨਾ। ਜਦੋਂ ਅਸੀਂ ਸੱਚ ਤੇ ਨਹੀਂ ਤੇ ਫਿਰ ਕਲੀਸਿਆ ਕਾਹਦੀ ਸੱਚ ਦੇ ਉੱਤੇ। ਸੋ ਇਸ ਕਰਕੇ ਹਰੇਕ ਸੇਵਕ ਨੂੰ ਚਾਹੀਦਾ ਹਰ ਤਰ੍ਹਾਂ ਦੇ ਲੋਕ ਕਲੀਸਿਆ ਦੇ ਵਿੱਚ ਆਉਣ, ਹਰ ਤਰ੍ਹਾਂ ਦੀ ਆਸ਼ੀਸ਼ ਕਲੀਸਿਆ ਨੂੰ ਮਿਲੇ। ਲੇਕਿਨ ਜਿਹੜੇ ਕਲੀਸਿਆ 'ਚ ਆਉਂਦੇ ਆ ਉਹ ਇਸ ਲਈ ਆਉਣ ਵੀ ਮੈਨੂੰ ਜੋ ਖੁਦਾ ਨੇ ਬਰਕਤ ਦਿੱਤੀ ਆ ਮੈਂ ਉਹਨੂੰ ਕਲੀਸਿਆ ਦੇ ਨਾਲ ਵੰਡ ਕੇ ਆਵਾਂ। ਇਹ ਦੱਸ ਕੇ ਨਾ ਅੱਛਾ ਤੁਹਾਡਾ ਪਾਦਰੀ ਤੇ ਸਿਰਫ ਚੰਗਾ ਕਰਨ ਵਾਲਾ ਹੀ ਆ ਜੀ, ਇੱਕੋ ਤੇ ਚੰਗਿਆਈ ਦਾ ਗਿਫਟ ਹੀ ਆ ਜੀ, ਤੇ ਇਕੱਲੇ ਚੰਗੇ ਨਾਲ ਕੁਛ ਨਹੀਂ ਹੋਣਾ, ਤੁਸੀਂ ਸਾਰਿਆਂ ਨੇ ਨਰਕ ਵਿੱਚ ਜਾਣਾ ਆ। ਇਸ ਕਰਕੇ ਮੈਂ ਤੁਹਾਨੂੰ ਦੱਸਦਾ ਜੇ ਤੁਸੀਂ ਬਚਣਾ ਹੈਗਾ ਨਾ ਤੇ ਫਿਰ ਇਹਦਾ ਪੱਲਾ ਛੱਡੋ, ਇੱਧਰ ਆਓ, ਇੱਧਰ ਤਾਲੀਮ ਹੈਗੀ, ਇੱਧਰ ਸਭ ਕੁਝ ਸਿੱਖ ਸਕਦੇ ਹੋ ਤੁਸੀਂ। ਉਹ ਦੁਆਰਾ ਕਿਸੇ ਚੰਗੇ ਸੇਵਕ ਨੂੰ ਫਿਰ ਚਰਚ ਵਿੱਚ ਨਹੀਂ ਬੁਲਾਊਗਾ ਜਿਹਦੇ ਚਰਚ 'ਚ ਜਾ ਕੇ ਤੁਸੀਂ ਇਹੋ ਜਿਹਾ ਗੰਦ ਪਾ ਕੇ ਆਓਗੇ। ਉਹਨਾਂ ਨੂੰ ਦੱਸੋ ਠੀਕ ਆ ਖੁਦਾ ਤੁਹਾਡੇ ਸੇਵਕ ਨੂੰ ਇਸ ਕੰਮ ਦੇ ਲਈ ਇਸਤੇਮਾਲ ਕਰ ਰਿਹਾ ਆ ਔਰ ਇਸ ਵਚਨ ਦੇ ਵਿੱਚ ਲਿਖਿਆ ਇੱਕੋ ਆਤਮਾ ਦੇ ਦੁਆਰਾ ਇਹ ਸਾਰੇ ਕੰਮ ਹੁੰਦੇ ਆ। ਚੰਗੀ ਗੱਲ ਹੈ ਜੇ ਖੁਦਾ ਨੇ ਉਹਨੂੰ ਇਸ ਤਰੀਕੇ ਨਾਲ ਇਸਤੇਮਾਲ ਕਰ ਰਿਹਾ, ਚੰਗੀ ਗੱਲ ਆ ਔਰ ਉਹ ਖੁਦਾ ਉਹਨੂੰ ਇਸਤੇਮਾਲ ਕਰੇ। ਸਾਡਾ ਫਰਜ਼ ਕੀ ਬਣਦਾ ਭਲਾ? ਅਸੀਂ ਉਸ ਕਲੀਸਿਆ ਦੇ ਵਿੱਚ ਜਿਹੜੀ ਚੀਜ਼ ਦੀ ਕਮੀ ਆ ਉਸ ਘਾਟੇ ਨੂੰ ਪੂਰਾ ਕਰੀਏ। ਅਗਰ ਪ੍ਰਭੂ ਮੈਨੂੰ ਨਬੂਵਤ ਲਈ ਇਸਤੇਮਾਲ ਕਰਦਾ ਆ ਤੇ ਪ੍ਰਭੂ ਮੈਨੂੰ ਕੋਈ ਰੋਇਆ ਦਿਖਾਉਂਦਾ ਆ ਉਸ ਕਲੀਸਿਆ ਦੇ ਲਈ ਕੋਈ ਐਸੀ ਗੱਲ ਦੱਸਦਾ, ਮੈਂ ਉਸ ਕਲੀਸਿਆ 'ਚ ਜਾ ਕੇ ਐਜ ਏ ਨਬੀ ਉਹਨੂੰ ਜ਼ਾਹਰ ਕਰਾਂ। ਅਗਰ ਮੈਂ ਐਵੈਂਜਲਿਜ਼ਮ ਦੇ ਤੌਰ 'ਤੇ ਸੇਵਾ ਕਰਦਾ ਹਾਂ ਮੈਂ ਪਬਲਿਕ ਦੇ ਵਿੱਚ ਜਾ ਕੇ ਉਸ ਕੰਮ ਨੂੰ ਸਾਰਿਆਂ ਨੂੰ ਜ਼ਾਹਰ ਕਰਾਂ। ਅਗਰ ਮੈਂ ਪਾਸਟਰ ਹਾਂ ਤੇ ਮੈਂ ਆਪਣੀ ਪਾਸਟਰਾਈ ਦੀ ਸੇਵਕਾਈ ਨੂੰ ਉਸ ਕਲੀਸਿਆ ਦੇ ਵਿੱਚ ਜਾ ਕੇ ਸ਼ੇਅਰ ਕਰਾਂ। ਅਗਰ ਮੈਂ ਟੀਚਰ ਹਾਂ ਮੈਂ ਉਸ ਸੇਵਕਾਈ ਨੂੰ ਉਸ ਕਲੀਸਿਆ 'ਚ ਐਜ ਏ ਟੀਚਰ ਜਾ ਕੇ ਸ਼ੇਅਰ ਕਰਾਂ ਤਾਂ ਕਿ ਉਹ 5 ਕਿਸਮ ਦੀ ਸੇਵਕਾਈ ਕਲੀਸਿਆ ਦੇ ਵਿੱਚ ਪੂਰੀ ਹੋਵੇ ਤਾਂ ਕਿ ਯਿਸੂ ਮਸੀਹ ਦਾ ਬਦਨ ਮੁਕੰਮਲ ਹੋਵੇ। ਸੋ ਇਹੋ ਜਿਹਾ ਸਿਸਟਮ ਜਿਹੜਾ ਆ ਉਹਨੂੰ ਜਦੋਂ ਅਸੀਂ ਲੈ ਕੇ ਚੱਲਦੇ ਹਾਂ ਤੇ ਫਿਰ ਜਿਹੜਾ ਨਜ਼ਾਰਾ ਕੁਛ ਹੋਰ ਹੁੰਦਾ ਆ। ਤੇ ਜਦੋਂ ਅਸੀਂ ਤੋੜ ਫੋੜ ਦੇ ਚੱਕਰ 'ਚ ਪੈ ਜਾਂਦੇ ਹਾਂ ਤੇ ਫਿਰ ਜੈਸਾ ਅਸੀਂ ਕਰਾਂਗੇ ਵੈਸਾ ਸਾਡੇ ਨਾਲ ਵੀ ਹੋਵੇਗਾ। ਹਾਲੇਲੂਇਆ। ਸੋ ਵੱਧਦੇ ਹਾਂ ਅੱਗੇ। ਦੂਸਰਾ ਆਗਮਨ ਅਸੀਂ ਜਿਹੜੇ ਜਿਉਂਦੇ ਹਾਂ ਸਾਨੂੰ ਇਹ ਆਸ ਦਿਵਾਉਂਦਾ ਹੈ ਕਿ ਜਿਵੇਂ ਉਹ ਜਿਉਂਦਾ ਹੈ ਉਸੇ ਤਰ੍ਹਾਂ ਅਸੀਂ ਵੀ ਜੁਗੋ ਜੁਗ ਜਿਵਾਂਗੇ। ਇਹ ਰੈਪਚਰ ਸਾਡੀ ਇਹ ਆਸ਼ਾ ਹੈ, ਜਿੱਦਾਂ ਉਹ ਜਿਉਂਦਾ ਹੈ ਉਸੇ ਤਰ੍ਹਾਂ ਅਸੀਂ ਵੀ ਉਹਦੇ ਨਾਲ ਕੀ ਕਰਾਂਗੇ? ਅਸੀਂ ਵੀ ਉਹਦੇ ਨਾਲ ਜੁਗੋ ਜੁਗ ਜਿਉਂਦੇ ਰਵਾਂਗੇ। ਅਗਰ ਅਸੀਂ ਯਿਸੂ ਮਸੀਹ ਦੇ ਦੂਸਰੇ ਆਗਮਨ ਨੂੰ ਯਾਨੀ ਕਿ ਰੈਪਚਰ ਨੂੰ ਮਸੀਹਤ ਤੋਂ ਪਰੇ ਕਰ ਦਈਏ, ਅਗਰ ਰੈਪਚਰ ਦੇ ਸਿਸਟਮ ਅਸੀਂ ਮਸੀਹ ਤੋਂ ਪਰੇ ਕਰ ਦਈਏ ਤਾਂ ਫਿਰ ਅਸੀਂ ਸੰਸਾਰ ਦੇ ਦੂਸਰੇ ਲੋਕਾਂ ਦੀ ਤਰ੍ਹਾਂ ਆਸ਼ਾਹੀਣ ਹੋਵਾਂਗੇ। ਫਿਰ ਸੰਸਾਰ ਵਿੱਚ ਤੇ ਸਾਡੀ ਆਸ਼ਾ ਵਿੱਚ ਕੋਈ ਅੰਤਰ ਨਹੀਂ ਆ। ਅਗਰ ਸਾਡੇ ਅੱਗੇ ਰੈਪਚਰ ਦੀ ਉਮੀਦ ਨਹੀਂ ਆ ਤੇ ਫਿਰ ਅਸੀਂ ਸਾਰੀ ਦੁਨੀਆ ਦੇ ਦੂਸਰੇ ਲੋਕਾਂ ਵਰਗੇ ਹੀ ਆ। ਫਿਰ ਉਹਨਾਂ ਵਿੱਚ ਤੇ ਸਾਡੇ ਵਿੱਚ ਕੋਈ ਫਰਕ ਨਹੀਂ ਹੈ। ਨੰਬਰ 11, ਫਿਰ ਸਾਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਜੋ ਕੁਛ ਉਹ ਇਸੇ ਜੀਵਨ ਵਿੱਚ ਹੈ, ਜੋ ਕੁਛ ਵੀ ਹੈਗਾ ਇਸੇ ਜੀਵਨ ਦੇ ਵਿੱਚ ਹੈ। ਇਸ ਲਈ ਇਸ ਜੀਵਨ ਵਿੱਚ ਪੂਰੀ ਮੌਜ ਮਸਤੀ ਕਰੋ ਕਿਉਂਕਿ ਸਾਡੇ ਲਈ ਅੱਗੇ ਕੋਈ ਆਸ ਨਹੀਂ ਹੈ। ਲੇਕਿਨ ਮਸੀਹੀ ਜੀਵਨ ਇੱਕ ਅਗਲੀ ਆਸ ਦੇ ਉੱਤੇ ਸਾਰਾ ਡਿਪੈਂਡ ਆ ਔਰ ਉਸ ਆਸ ਦੇ ਖਾਤਰ ਹੀ ਅਸੀਂ ਸਭ ਕੁਝ ਕਰ ਗੁਜ਼ਰਨ ਦੇ ਲਈ ਤਿਆਰ ਹਾਂ। ਮਸੀਹ ਦਾ ਰੈਪਚਰ ਹੀ ਸਾਨੂੰ ਸੰਸਾਰ ਦੇ ਲੋਕਾਂ ਨਾਲੋਂ ਵੱਖਰਾ ਕਰਦਾ ਆ ਕਿਉਂਕਿ ਇਹ ਇੱਕ ਸਾਡੇ ਅੱਗੇ ਜਿਉਂਦੀ ਉਮੀਦ ਆ। ਸੰਸਾਰ ਦੇ ਲੋਕਾਂ ਕੋਲ ਇਹ ਆਸ਼ਾ ਨਹੀਂ ਹੈ ਜਿਹੜੀ ਆਸ਼ਾ ਸਾਡੇ ਅੱਗੇ ਰੱਖੀ ਹੋਈ ਹੈ। ਇਹੀ ਆਸ਼ਾ ਸਾਨੂੰ ਸੰਸਾਰ ਦੇ ਲੋਕਾਂ ਤੋਂ ਵੱਖਰੀ ਪਹਿਚਾਣ ਦਿਵਾਉਂਦੀ ਹੈ। ਇਹ ਆ ਜਿਹੜੀ ਸਾਨੂੰ ਵੱਖਰਾ ਕਰਦੀ ਹੈ ਸੰਸਾਰ ਦੇ ਲੋਕਾਂ ਕੋਲ, ਕਿਉਂਕਿ ਉਹਨਾਂ ਕੋਲ ਇਹ ਆਸ਼ਾ ਨਹੀਂ ਆ। ਇਸੇ ਆਸ਼ਾ ਦਾ ਕਰਕੇ ਕਰੋੜਾਂ ਮਸੀਹੀ ਲੋਕ ਹੱਸਦੇ ਹੱਸਦੇ ਆਪਣੀਆਂ ਜਾਨਾਂ ਦੇ ਚੁੱਕੇ ਤੇ ਹੱਸਦੇ ਹੱਸਦੇ ਅੱਜ ਵੀ
ਹਜ਼ਾਰਾਂ ਲੋਕ ਮਰ ਰਹੇ ਆ ਉਸੇ ਆਸ਼ਾ ਦੇ ਨਿਮਿਤ, ਉਸੇ ਉਮੀਦ ਦੇ ਨਿਮਿਤ। ਉਹ ਆਸ਼ਾ ਜਿਹੜੀ ਸਾਨੂੰ ਸੰਸਾਰ ਤੋਂ ਵੱਖਰੀ ਪਹਿਚਾਣ ਦਿੰਦੀ ਆ। ਨੰਬਰ 15, ਇਸ ਲਈ ਆਓ ਆਪਣੀ ਆਸ਼ਾ ਦੇ ਇਕਰਾਰ ਨੂੰ ਤਕੜਾਈ ਨਾਲ ਫੜੀ ਰੱਖੀਏ। ਇਹ ਆਸ਼ਾ ਨੂੰ ਕਿੱਦਾਂ ਫੜ ਕੇ ਰੱਖਣਾ? ਤਕੜਾਈ ਦੇ ਨਾਲ। ਇਹਨੂੰ ਅਸੀਂ ਨਿਸ਼ਫਲ ਨਹੀਂ ਹੋਣ ਦੇਣਾ। ਇਸ ਆਸ਼ਾ ਨੂੰ ਅਸੀਂ ਆਪਣੇ ਤੋਂ ਅਲੱਗ ਨਹੀਂ ਹੋਣ ਦੇਣਾ। ਇਸ ਆਸ਼ਾ ਨੂੰ ਅਸੀਂ ਕੀ ਕਰਨਾ ਹੈ? ਇਸ ਆਸ਼ਾ ਨੂੰ ਤਕੜਾਈ ਨਾਲ ਫੜ ਰੱਖੀਏ। ਮਸੀਹ ਦੇ ਰੈਪਚਰ ਦਾ ਜਾਂ ਮਸੀਹ ਦਾ ਆਉਣਾ ਜਿਹੜਾ ਆ ਸਾਡੇ ਸੰਸਾਰ ਦੇ ਉੱਤੇ ਇੱਕ ਮਾਣ ਦਾ ਵਿਸ਼ਾ ਹੈ ਸਾਡੇ ਲਈ। ਉਹ ਰੈਪਚਰ ਸਾਡੇ ਲਈ ਇੱਕ ਮਾਣ ਦਾ ਵਿਸ਼ਾ ਵੀ ਹੈ। ਇਸੇ ਆਸ਼ਾ ਦੇ ਕਰਕੇ ਅਸੀਂ ਦੁੱਖ ਸਹਿੰਦੇ ਹਾਂ। ਇਸੇ ਆਸ਼ਾ ਦਾ ਕਰਕੇ ਅਸੀਂ ਬਿਮਾਰੀਆਂ ਦੀ ਪਰਵਾਹ ਨਹੀਂ ਕਰਦੇ, ਤੇ ਇਸੇ ਆਸ਼ਾ ਦਾ ਕਰਕੇ ਅਸੀਂ ਮੌਤ ਨੂੰ ਲਲਕਾਰਾ ਮਾਰਦੇ ਹਾਂ। ਮੌਤ ਸਾਡੇ ਤੋਂ ਡਰਦੀ ਆ। ਲੋਕ ਮੌਤ ਤੋਂ ਡਰਦੇ ਆ। ਦੁਨੀਆ ਦੇ ਲੋਕ ਮੌਤ ਤੋਂ ਡਰਦੇ ਆ ਵੀ ਕਿਤੇ ਅਸੀਂ ਮਰ ਨਾ ਜਾਈਏ। ਤੇ ਜਿਨ੍ਹਾਂ ਦੇ ਕੋਲ ਇਹ ਜਿਉਂਦੀ ਆਸ਼ਾ ਆ, ਉਹਨਾਂ ਦਾ ਸਿਸਟਮ ਇਹ ਆ, ਮੌਤ ਉਹਨਾਂ ਤੋਂ ਡਰਦੀ ਆ। ਕਿਉਂਕਿ ਮੌਤ ਨੂੰ ਪਤਾ ਆ ਇਹਨਾਂ ਦਾ ਮੈਂ ਕੁਝ ਵਿਗਾੜ ਸਕਦੀ ਨਹੀਂ ਆ। ਕਿਉਂਕਿ ਮੌਤ ਨੇ ਦੋ ਤਰ੍ਹਾਂ ਦਾ ਕੰਮ ਕਰਨਾ। ਜਿਸਮ ਦੇ ਵਿੱਚ ਤੇ ਮੌਤ ਆਉਣੀ, ਉਹ ਤੇ ਸਾਡੀ ਪਰਮੇਸ਼ਰ ਨੇ ਇੱਕ ਐਕਸਪਾਇਰੀ ਡੇਟ ਰੱਖ ਛੱਡੀ ਹੈ। ਲੇਕਿਨ ਅਸਲੀ ਜਿਹੜੀ ਮੌਤ ਦੀ ਗੱਲ ਆ, ਉਹ ਮੌਤ ਦੀ ਗੱਲ ਆ ਜਿਹੜੀ ਹਮੇਸ਼ਾ ਦੀ ਮੌਤ ਆ। ਉਹ ਮੌਤ ਸਾਡਾ ਕੁਝ ਵਿਗਾੜ ਨਹੀਂ ਸਕਦੀ। ਉਸ ਮੌਤ ਦੇ ਉੱਤੇ ਸਾਡੇ ਪ੍ਰਭੂ ਯਿਸੂ ਮਸੀਹ ਨੇ ਜੈ ਪਾਈ ਹੋਈ ਹੈ। ਔਰ ਜਿਹੜਾ ਯਿਸੂ ਮਸੀਹ ਦੇ ਵਿੱਚ ਆ ਗਿਆ, ਉਹਨੇ ਵੀ ਉਸ ਮੌਤ ਦੇ ਉੱਤੇ ਜੈ ਪਾ ਲਈ ਆ। ਜਿਹੜਾ ਮਸੀਹ ਦੇ ਵਿੱਚ ਬਣਿਆ ਰਹਿੰਦਾ ਆ, ਉਹਨੇ ਉਸ ਮੌਤ ਦੇ ਉੱਤੇ ਜੈ ਪਾ ਕੇ ਹੀ ਇਸ ਸੰਸਾਰ ਨੂੰ ਛੱਡਣਾ ਆ। ਸੋ ਇਸ ਚੀਜ਼ ਨੂੰ ਅਸੀਂ ਧਿਆਨ 'ਚ ਰੱਖਣਾ ਹੈ। ਇਹ ਸਾਡੇ ਲਈ ਇੱਕ ਜ਼ਬਰਦਸਤ ਜਿਹੜੀ ਆਸ਼ਾ ਦਾ ਵਿਸ਼ਾ ਆ। ਇਸੇ ਆਸ਼ਾ ਨੂੰ ਅਸੀਂ ਅੰਤ ਤੱਕ ਫੜੀ ਰੱਖੀਏ। ਇਸੇ ਲਈ ਇਸ ਵਿਸ਼ੇ ਨੂੰ ਅਸੀਂ ਬਹੁਤ ਬਰੀਕੀਆਂ ਵਿੱਚ ਅਤੇ ਬਹੁਤ ਹੀ ਸਰਲ ਤਰੀਕੇ ਨਾਲ ਸਿੱਖਣ ਦਾ ਯਤਨ ਕਰਾਂਗੇ। ਤੇ ਜੇ ਇਹ ਸਾਡੀ ਸਮਝ ਵਿੱਚ ਆ ਗਿਆ ਨਾ, ਤੇ ਫਿਰ ਹੁਣ ਤੱਕ ਜਿਹੜਾ ਅਸੀਂ ਮਸੀਹੀ ਜੀਵਨ ਜੀਆ ਆ, ਤੇ ਹੁਣ ਇਸ ਵਿਸ਼ੇ ਨੂੰ ਸਿੱਖਣ ਤੋਂ ਬਾਅਦ ਜਿਹੜਾ ਮਸੀਹੀ ਜੀਵਨ ਜੀਵਾਂਗੇ, ਤੁਸੀਂ ਆਪ ਗਵਾਹ ਹੋਵੋਗੇ। ਅੱਗੇ ਤੇ ਤੁਸੀਂ ਚੰਗਿਆਈਆਂ ਦੀ ਸਿਰਫ ਗਵਾਹੀਆਂ ਦਿੰਦੇ ਸੀ ਨਾ, ਜਾਂ ਆਸ਼ੀਸ਼ਾਂ ਬਰਕਤਾਂ ਦੀਆਂ ਗਵਾਹੀਆਂ ਦਿੰਦੇ ਸੀਗੇ। ਹੁਣ ਤੁਹਾਡੇ ਗਵਾਹੀ ਦੇਣ ਦਾ ਸਿਸਟਮ ਬਦਲ ਜਾਊਗਾ। ਹੁਣ ਤੁਸੀਂ ਇਹ ਗਵਾਹੀ ਦਿਆ ਕਰਾਂਗੇ ਕਿ ਜਦੋਂ ਦਾ ਇਸ ਅਸਲੀ ਪ੍ਰਯੋਜਨ ਦਾ ਪਤਾ ਲੱਗਾ ਨਾ, ਜਦੋਂ ਦਾ ਇਸ ਅਸਲੀ ਮਕਸਦ ਦਾ ਪਤਾ ਲੱਗਾ ਆ, ਮੇਰਾ ਜੀਵਨ ਬਦਲ ਗਿਆ। ਫਿਰ ਤੁਸੀਂ ਉਹ ਗੀਤ ਜਿਹੜਾ ਅੱਗੇ ਹੋਰ ਤਰੀਕੇ ਨਾਲ ਗਾਉਂਦੇ ਆ, ਫਿਰ ਤੁਸੀਂ ਅੱਗੇ ਜਾ ਕੇ ਹੋਰ ਤਰੀਕੇ ਨਾਲ ਗਾਇਆ ਕਰੋਗੇ। ਜਬ ਸੇ ਪਿਆਰਾ ਯਿਸੂ ਆਇਆ, ਮੇਰਾ ਜੀਵਨ ਬਦਲ ਗਿਆ। ਜਬ ਸੇ ਮੈਨੇ ਉਸੇ ਹੈ ਪਾਇਆ, ਮੇਰਾ ਜੀਵਨ ਬਦਲ ਗਿਆ। ਇਹ ਜਦੋਂ ਧਨ ਆਸ਼ਾ ਨੂੰ ਤੁਸੀਂ ਸਿੱਖ ਲਓਗੇ ਨਾ, ਤੇ ਫਿਰ ਵਾਕਈ ਤੁਹਾਡਾ ਜਿਹੜਾ ਜੀਵਨ ਬਦਲੂਗਾ ਨਾ। ਅੱਗੇ ਜੀਵਨ ਬਦਲਿਆ, ਤੁਸੀਂ ਦੱਸਦੇ ਸੀਗੇ, ਤੁਸੀਂ ਲੋਕਾਂ ਨੂੰ ਦੱਸਦੇ ਸੀਗੇ ਜੀ ਮੈਂ ਸ਼ਰਾਬ ਪੀਂਦਾ ਹੁੰਦਾ ਸੀ ਤੇ ਮੈਂ ਛੱਡ ਦਿੱਤੀ ਹੈ, ਮੈਂ ਬਦਮਸਤੀਆਂ ਕਰਦਾ ਹੁੰਦਾ ਸੀ, ਮੈਂ ਛੱਡ ਦਿੱਤੀਆਂ ਆ। ਅੱਗੇ ਤੁਸੀਂ ਇਹੋ ਜਿਹੀਆਂ ਗਵਾਹੀਆਂ ਦੇ ਕੇ ਤੇ ਆਪਣੇ ਆਪ ਨੂੰ ਖੁਸ਼ ਕਰਦੇ ਸੀਗੇ। ਲੇਕਿਨ ਜਦੋਂ ਤੁਸੀਂ ਇਸ ਵਿਸ਼ੇ ਨੂੰ ਸਿੱਖ ਲਓਗੇ, ਫਿਰ ਲੋਕ ਤੁਹਾਡੀ ਗਵਾਹੀ ਦੇਣਗੇ। ਇਸ ਵਿਸ਼ੇ ਨੂੰ ਜਦੋਂ ਸਿੱਖ ਕੇ ਆਪਣੇ ਮਨ ਦੇ ਵਿੱਚ ਰੱਖ ਲਓਗੇ ਤੇ ਨਿਰਣੇ ਲੈ ਲਓਗੇ ਨਾ, ਮੈਂ ਇਦਾਂ ਬਣਨਾ ਤੇ ਚੱਲਣਾ ਆ, ਉਦੋਂ ਫਿਰ ਲੋਕ ਤੁਹਾਡੇ ਗੁਆਂਢੀ ਤੁਹਾਡੀ ਗਵਾਹੀ ਦੇਣਗੇ। ਤੁਹਾਡੇ ਰਿਸ਼ਤੇਦਾਰ ਤੁਹਾਡੀ ਗਵਾਹੀ ਦੇਣਗੇ। ਤੁਹਾਡੇ ਭੈਣ ਭਰਾ ਤੁਹਾਡੀ ਗਵਾਹੀ ਦੇਣਗੇ। ਤੁਹਾਡੇ ਬੱਚੇ ਜਿਹੜੇ ਤੁਹਾਡੇ ਤੋਂ ਨਾ ਖੁਸ਼ ਸਨ ਨਾ, ਉਹ ਵੀ ਤੁਹਾਡੀ ਗਵਾਹੀ ਦੇਣਗੇ। ਤੁਹਾਡੀ ਔਰਤ ਜਿਹੜੀ ਤੁਹਾਡੇ ਤੋਂ ਨਾ ਖੁਸ਼ ਸੀ, ਉਹ ਵੀ ਤੁਹਾਡੀ ਗਵਾਹੀ ਦੇਊਗੀ। ਤੁਹਾਡਾ ਪਤਨੀ ਜਿਹੜੀ ਨਾ ਖੁਸ਼ ਸੀ, ਉਹ ਗਵਾਹੀ ਦੇਊਗੀ। ਤੁਹਾਡਾ ਪਤੀ ਜਿਹੜਾ ਨਾ ਖੁਸ਼ ਸੀਗਾ, ਉਹ ਗਵਾਹੀ ਦੇਊਗਾ। ਕਿਉਂਕਿ ਉਹ ਤੁਹਾਡੇ ਨਖਰਿਆਂ ਵਾਲੇ ਜੀਵਨ ਨੂੰ ਦੇਖਦੇ ਸੀ। ਤੁਸੀਂ ਕਹਿੰਦੇ ਤੇ ਸੀ ਕਿ ਯਿਸੂ ਮਸੀਹ ਦੇ ਵਸੀਲੇ ਨਾਲ ਸਾਡੇ ਪਾਪ ਮਾਫ ਹੋ ਗਏ ਤੇ ਅਸੀਂ ਪਾਪ ਤੋਂ ਛੁੱਟ ਗਏ ਹਾਂ, ਪਰ ਉਹ ਪਾਪ ਦੇ ਸਾਰੇ ਕੰਮਾਂ ਨੂੰ ਸਾਡੇ ਜੀਵਨ 'ਚ ਦੇਖਦਾ ਸੀਗਾ। ਇਸ ਕਰਕੇ ਸਾਡੀਆਂ ਏਡੀਆਂ ਵੱਡੀਆਂ ਗਵਾਹੀਆਂ ਦਾ ਵੀ ਉਹਨਾਂ ਲੋਕਾਂ ਉੱਤੇ ਕੋਈ ਅਸਰ ਨਹੀਂ ਸੀ ਹੁੰਦਾ, ਕਿਉਂਕਿ ਸਾਡੇ ਅਸਲੀ ਜੀਵਨ ਦੇ ਵਿੱਚ ਅਸਲੀ ਬਦਲਾਅ ਨੂੰ ਨਹੀਂ ਸੀ ਦੇਖਦੇ। ਉਸ ਧਨ ਆਸ਼ਾ ਨੂੰ ਉਹ ਦੇਖਦੇ ਨਹੀਂ ਸੀ। ਮਾਫ ਕਰਨਾ। ਇਹੋ ਅਸੀਂ ਦੇਖਣਾ ਆ, ਇਹੋ ਆਸ਼ਾ ਨਾ ਸਾਨੂੰ ਕਦੇ ਡਿੱਗਣ ਦੇਵੇਗੀ, ਨਾ ਕਦੇ ਹਾਰਨ ਦੇਵੇਗੀ, ਤੇ ਨਾ ਕਦੇ ਖੁਦਾ ਤੋਂ ਜੁਦਾ ਹੋਣ ਦੇਵੇਗੀ। ਇਹ ਉਹ ਆਸ਼ਾ ਆ। ਇਸ ਆਸ਼ਾ ਨੂੰ ਅਸੀਂ ਆਪਣੇ ਹੱਥੋਂ ਕਿਸੇ ਕੀਮਤ ਦੇ ਉੱਤੇ ਨਿਕਲਣ ਨਹੀਂ ਦੇਵਾਂਗੇ। ਇਸ ਮਾਧਿਅਮ ਨੂੰ ਲੈ ਕੇ ਅਸੀਂ ਬੈਠਾਂਗੇ, ਕਿਉਂਕਿ ਰੈਪਚਰ ਹੁਣ ਬਿਲਕੁਲ ਉਹਦਾ ਜਿਹੜਾ ਨਿਸ਼ਾਨੀਆਂ ਪੂਰੀਆਂ ਹੋ ਰਹੀਆਂ, ਔਰ ਕਿਸੇ ਵਕਤ ਵੀ ਉਹ ਹੋਣ ਵਾਲਾ ਆ। ਕਿਸੇ ਵਕਤ ਵੀ ਅੰਤਿਮ ਦਿਨਾਂ ਦੇ ਵਿੱਚ ਮੈਂ ਦੱਸਿਆ ਸੀ ਨਾ ਕਿ ਅੰਤਿਮ ਦਿਨਾਂ ਜਿਹੜੇ ਮੇਨ ਵੱਡੇ ਕੰਮ ਆ ਉਹ 70 ਈਸਵੀ ਤੋਂ ਸ਼ੁਰੂ ਹੋਏ, ਲੇਕਿਨ ਅਸਲ ਵਿੱਚ ਅੰਤਿਮ ਦਿਨ ਦੀ ਸ਼ੁਰੂਆਤ ਜਦੋਂ ਪੈਂਤੀਕੋਸਤ ਦੇ ਦਿਨ ਪਾਕ ਰੂਹ ਕਲਾਮ ਦਾ ਬੀਜ ਲੈ ਕੇ ਇਸ ਜ਼ਮੀਨ ਦੇ ਉੱਤੇ ਆਇਆ, ਉਸੇ ਦਿਨ ਤੋਂ ਅੰਤਿਮ ਦਿਨਾਂ ਦੀ ਸ਼ੁਰੂਆਤ ਹੋ ਚੁੱਕੀ ਸੀ। ਰਸੂਲਾਂ ਦੇ ਕਿਤਾਬ ਦੇ ਵਿੱਚ ਲਿਖਿਆ, ਉਹਦੇ 2 ਅਧਿਆਇ ਜਦੋਂ ਪੜ੍ਹਦੇ ਉਹਦੇ 'ਚ ਲਿਖਿਆ ਹੈ
ਜੋਇਲ ਨਬੀ ਦੀ ਜਿਹੜੀ ਨਬੂਵਤ ਸੀ ਉਹ ਪੂਰੀ ਹੋਈ। ਅੰਤ ਦਿਨਾਂ ਦੇ ਵਿੱਚ ਮੈਂ ਆਪਣੇ ਆਤਮਾ ਨੂੰ ਲੋਕਾਂ ਦੇ ਉੱਤੇ ਬਹਾ ਦਿਆਂਗਾ। ਉਤੋਂ ਅੰਤਿਮ ਦਿਨਾਂ ਦੀ ਜਿਹੜੀ ਨਾ ਗੱਲ ਸ਼ੁਰੂ ਹੁੰਦੀ ਵੀ ਪਾਕ ਰੂਹ ਦਾ ਆਉਣਾ ਅੰਤਿਮ ਦਿਨਾਂ ਦੇ ਕੰਮ ਨੂੰ ਦਿਖਾਉਂਦਾ ਆ ਕਿ ਸਮਾਂ ਨੇੜੇ ਆ, ਇਸੇ ਲਈ ਉਹ ਆਇਆ ਕਿ ਤਿਆਰ ਕਰੇ। ਸੋ ਇਸ ਕਰਕੇ ਇਹ ਨਾ ਦੇਖੋ ਕਿ ਕਿੰਨਾ ਸਮਾਂ ਹੋ ਗਿਆ। ਮੈਂ ਦੱਸਿਆ ਸੀ ਪਰਮੇਸ਼ਵਰ ਦੀ ਨਜ਼ਰ 'ਚ ਅਜੇ ਦੂਜਾ ਦਿਨ ਹੀ ਚੱਲ ਰਿਹਾ, ਸਾਡੇ ਲਈ 2000 ਸਾਲ ਹੋ ਗਏ। ਇਹੋ ਆਸ਼ਾ ਸਾਨੂੰ ਡਿੱਗਣ ਨਹੀਂ ਦੇਵੇਗੀ, ਨਾ ਖੁਦਾ ਤੋਂ ਜੁਦਾ ਹੋਣ ਦੇਵੇਗੀ। ਕਮਜ਼ੋਰੀਆਂ ਦੇ ਵਿੱਚ ਯਿਸੂ ਮਸੀਹ ਦਾ ਦੂਸਰਾ ਆਗਮਨ ਸਾਨੂੰ ਦਲੇਰੀ ਦੇਊਗਾ। ਇਹ ਰੈਪਚਰ ਜਿਹੜਾ ਨਾ ਸਾਡੇ ਦਲੇਰੀ ਦੇ ਲਈ ਆ। ਕਮਜ਼ੋਰੀਆਂ ਦੇ ਵਿੱਚ ਜਿੰਨੇ ਮਰਜ਼ੀ ਕਮਜ਼ੋਰ ਹੋਈਏ, ਪਰ ਜਦੋਂ ਸਾਡੇ ਅੱਗੇ ਧਨ ਆਸ਼ਾ ਹੈ ਨਾ, ਤੇ ਫਿਰ ਸਾਡੇ ਅੱਗੇ ਦਲੇਰੀ ਜਿਹੜੀ ਆ ਬਣੀ ਰਹੂਗੀ। ਇਸੇ ਲਈ ਪਹਿਲੀ ਸਦੀ ਦੇ ਲੋਕ ਮੌਤ ਨੂੰ ਸਾਹਮਣੇ ਖੜੀ ਦੇਖ ਕੇ ਇੱਕ ਦੂਜੇ ਨੂੰ ਮਾਰਾਨਾਥਾ ਦੀਆਂ ਤਸੱਲੀਆਂ ਦਿੰਦੇ ਸੀਗੇ। ਦੂਸਰੇ ਆਗਮਨ ਨੂੰ ਸੁਣਨਾ ਤੇ ਸਿੱਖਣਾ ਸਾਡੇ ਲਈ ਇਸ ਲਈ ਵੀ ਜ਼ਰੂਰੀ ਹੈ ਕਿ ਸਾਨੂੰ ਆਉਣ ਵਾਲੇ ਸਮੇਂ ਲਈ ਸੇਵਾ ਕਰਨ, ਪਵਿੱਤਰ ਹੋਣ ਅਤੇ ਜਾਗਰਤ ਹੋਣ ਦੀ ਪ੍ਰੇਰਨਾ ਦਿੰਦਾ ਹੈ। ਇਹ ਵਿਸ਼ਾ 3 ਚੀਜ਼ਾਂ ਦੀ ਪ੍ਰੇਰਨਾ ਦਿੰਦਾ। ਕਿਹੜੀ ਕਿਹੜੀ ਚੀਜ਼ ਦੀ ਪ੍ਰੇਰਨਾ ਦਿੰਦਾ? ਨੰਬਰ 1 ਅਸੀਂ ਸੇਵਾ 'ਚ ਲੱਗੇ ਰਹੀਏ, ਨੰਬਰ 2 ਅਸੀਂ ਪਵਿੱਤਰ ਬਣੇ ਰਹੀਏ, ਨੰਬਰ 3 ਅਸੀਂ ਜਾਗਦੇ ਰਹੀਏ। ਇਹ 3 ਚੀਜ਼ਾਂ ਦੀ ਪ੍ਰੇਰਨਾ ਸਾਨੂੰ ਇਹ ਜਿਹੜਾ ਆ ਵਿਸ਼ਾ ਸਾਨੂੰ ਦਿੰਦਾ ਆ। ਔਰ ਇਹ ਜਿਹੜਾ ਪ੍ਰੇਰਨਾ ਆ ਸਾਡੇ ਲਈ ਉਸ ਧਨ ਆਸ਼ਾ ਦੇ ਵਿੱਚ ਸਾਨੂੰ ਪਹੁੰਚਾਉਣ ਦੇ ਵਿੱਚ ਸਹਾਇਕ ਹੋਵੇਗੀ ਅਗਰ ਅਸੀਂ ਪਵਿੱਤਰ ਬਣੇ ਰਵਾਂਗੇ, ਜਾਗਰਤ ਰਵਾਂਗੇ ਔਰ ਸੇਵਾ ਕਰਨ ਦੇ ਵਿੱਚ ਲੱਗੇ ਰਵਾਂਗੇ। ਇਹ ਰੈਪਚਰ ਜਿਹੜਾ ਆ ਪ੍ਰਭੂ ਯਿਸੂ ਮਸੀਹ ਵਿੱਚ ਆਏ ਲੋਕਾਂ ਨੂੰ ਮਜ਼ਬੂਤ ਰੱਖਣ ਲਈ ਇੱਕ ਬਹੁਤ ਵੱਡੀ ਆਸ਼ੀਸ਼ ਭਰਿਆ ਹੋਇਆ ਵਿਸ਼ਾ ਹੈ। ਇਹ ਕੋਈ ਆਮ ਵਿਸ਼ਾ ਨਹੀਂਗਾ। ਇਹ ਵਿਸ਼ਾ ਲੋਕਾਂ ਦੇ ਵਿੱਚ ਇੱਕ ਨਵੀਂ એનર્ਜੀ ਲੈ ਕੇ ਆਉਂਦਾ ਹੈ, ਨਵੀਂ ਤਾਕਤ ਫੂਕਦਾ ਹੈ, ਨਵੀਂ ਉਹਨਾਂ ਨੂੰ ਸਮਰਥ ਦਿੰਦਾ ਹੈ। ਇੱਕ ਗੁਨਹਗਾਰ ਜਿਸ ਨੇ ਤੌਬਾ ਕਰਕੇ ਬਪਤਿਸਮਾ ਲਿਆ ਤੇ ਪਾਕ ਰੂਹ ਦੀ ਆਸ਼ੀਸ਼ ਪਾਈ ਹੈ, ਉਹਦੇ ਬਾਰੇ ਅਸੀਂ ਦੇਖਦੇ ਹਾਂ। ਤਾਂ ਉਸ ਲਈ ਆਪਣੀ ਮੁਕਤੀ ਦੀ ਦੌੜ ਨੂੰ ਪੂਰਾ ਕਰਨ ਲਈ ਇਸ ਦੂਸਰੇ ਆਗਮਨ ਦੇ ਵਿਸ਼ੇ ਵਿੱਚ ਬਣਿਆ ਰਹਿਣਾ ਬਹੁਤ ਜ਼ਰੂਰੀ ਆ। ਅਗਰ ਉਹਨੇ ਉਪਰਲੇ 3 ਕੰਮ ਕੀਤੇ ਨਾ, ਤੇ ਫਿਰ ਉਹਦੇ ਲਈ ਜ਼ਰੂਰੀ ਆ ਵੀ ਉਹ ਇਸ ਮੁਕਤੀ ਦੀ ਦੌੜ ਨੂੰ ਪੂਰਾ ਕਰਨ ਦੇ ਵਿੱਚ ਉਸ ਆਸ਼ਾ ਨੂੰ ਫੜ ਕੇ ਤੇ ਆਪਣੇ ਕੰਮ ਨੂੰ ਪੂਰਾ ਕਰੇ, ਤਾਂ ਕਿ ਉਸ ਧਨ ਆਸ਼ਾ ਦੇ ਵਿੱਚ ਕੀ ਹੋਵੇ, ਉਹ ਦਾਖਲ ਹੋ ਸਕੇ। ਔਰ ਅੱਗੇ ਵੱਧਦੇ ਹਾਂ ਅਸੀਂ। ਯਿਸੂ ਮਸੀਹ ਦਾ ਦੂਸਰਾ ਆਗਮਨ ਸਾਨੂੰ ਸੰਸਾਰ ਵਿੱਚ ਕਸ਼ਟ ਸਹਿਣ ਦੀ ਦਲੇਰੀ ਬਖਸ਼ਦਾ ਹੈ ਤੇ ਪ੍ਰਭੂ ਦੇ ਇਕਰਾਰ ਨੂੰ ਯਾਦ ਦਿਲਾਉਂਦਾ ਹੈ ਕਿ ਤੁਹਾਨੂੰ ਇਸ ਸੰਸਾਰ ਵਿੱਚ ਕਸ਼ਟ ਹੈ, ਪਰ ਹੌਸਲਾ ਰੱਖੋ, ਜਿਹਦੇ ਵਿੱਚ ਅਸੀਂ ਆਏ ਹਾਂ ਉਹਨੇ ਇਸ ਸੰਸਾਰ ਨੂੰ ਜਿੱਤ ਲਿਆ ਹੈ। ਹਾਲੇਲੂਇਆ। ਇਸੇ ਆਸ਼ਾ ਨੇ ਪਹਿਲੀ ਸਦੀ ਦੇ ਲੋਕਾਂ ਨੂੰ ਇੰਨੇ ਜ਼ਿਆਦਾ ਦੁੱਖ ਸਹਿਣ ਦੀ ਦਲੇਰੀ ਬਖਸ਼ੀ ਤੀ, ਤੇ ਅੱਜ ਸਾਨੂੰ ਵੀ ਉਸੇ ਆਸ਼ਾ ਉੱਤੇ ਬਣੇ ਰਹਿਣ ਦੀ ਲੋੜ ਹੈ। ਜੇ ਅਸੀਂ ਉਹਨਾਂ ਨੂੰ ਆਪਣਾ ਬਣਾ ਕੇ ਚੱਲੀਏ ਨਾ ਆਦਰਸ਼, ਤੇ ਫਿਰ ਸਮਝ ਲਓ ਵੀ ਅਸੀਂ ਵੀ ਉਸ ਦੌੜ ਦੇ ਵਿੱਚ ਉਹਨਾਂ ਵਾਂਗੂ ਹੀ ਮਜ਼ਬੂਤੀ ਦੇ ਨਾਲ ਦੌੜਦੇ ਹੋਏ ਆਪਣੇ ਸਿਸਟਮ ਨੂੰ ਪੂਰਾ ਕਰ ਸਕਦੇ ਹਾਂ। ਸੋ ਇਸੇ ਆਸ਼ਾ ਦੇ ਨਿਮਿਤ ਖੁਦਾ ਦਾ ਦਾਸ ਇੱਕ ਹੋਰ ਗੱਲ ਲਿਖਦਾ ਜਿਹਨੂੰ ਅਸੀਂ ਪੜ੍ਹਦੇ ਹਾਂ, ਕੁਲਸੀਓਂ ਦਾ ਖੱਤ, ਸੰਤ ਪਲੂਸ ਦਾ ਲਿਖਿਆ ਹੈ, ਕੁਲੇਸ਼ੀਅਨ ਦੇ ਨਾਮ ਖੱਤ, ਉਹਦਾ 1 ਅਧਿਆਏ, ਉਹਦੀ 5 ਵਰਸ। ਉਸ ਆਸ਼ਾ ਕੀ ਹੋਈ ਵਸਤੂओं के कारण। ਪਹਿਲਾਂ ਅਸੀਂ ਪੜ੍ਹਿਆ, ਖੁਦਾ ਦੇ ਦਾਸ ਨੇ ਕਿਹਾ ਕਿ ਜੇ ਅਸੀਂ ਇਸੇ ਜੀਵਨ ਤੇ ਆਸ਼ਾ ਲਾ ਕੇ ਬੈਠੇ ਹਾਂ ਤੇ ਫਿਰ ਬਦਨਸੀਬ ਆ। ਹੁਣ ਖੁਦਾ ਦਾ ਉਹ ਦਾਸ ਇਸ ਗੱਲ ਨੂੰ ਹੋਰ ਖੋਲ ਰਿਹਾ ਹੈ। ਕੀ ਖੋਲ ਰਿਹਾ ਹੈ? ਕਹਿੰਦਾ ਉਸ ਆਸ਼ਾ ਕੀ ਹੋਈ ਵਸਤੂओं के कारण जो तुम्हारे लिए स्वर्ग में रखी। ਇੱਕ ਨਵਾਂ ਜਨਮ ਪਾਏ ਬੰਦੇ ਨੂੰ ਇੱਕੋ ਚੀਜ਼ ਦਿਮਾਗ 'ਚ ਰੱਖ ਕੇ ਚੱਲਣਾ ਆ, ਮੇਰੇ ਲਈ ਮੇਰੇ ਸਾਰੇ ਕੰਮਾਂ ਦਾ ਜਿਹੜਾ ਅਜਰ ਆ ਨਾ ਉਹ ਸਵਰਗ ਦੇ ਵਿੱਚ ਆ। ਮੈਂ ਆਪਣੀ ਕਿਸੇ ਵੀ ਤਿਆਗ ਦਾ ਸਿਲਾ ਇਸ ਜੀਵਨ ਦੇ ਵਿੱਚ ਨਹੀਂ ਲੈਣਾ। ਅੱਜ ਜਿਹੜੇ ਸਿਰਫ ਪੈਸੇ ਦੀ ਸੇਵਾ ਕਰਦੇ ਨਾ, ਉਹ ਜਦੋਂ ਲੋਕਾਂ ਦੇ ਕੋਲੋਂ ਉਹਨਾਂ ਨੇ ਉਹਦੀ ਜੇਬ ਖਾਲੀ ਕਰਾਉਣੀ ਹੁੰਦੀ ਆ ਤੇ ਉਹ ਵਰਸਦੀਆਂ ਸਾਰਾ ਕੁਝ ਲੈਂਦੇ ਆ। ਇਸ ਤਰ੍ਹਾਂ ਜਿਹੜਾ ਥੋੜਾ ਬੀਜੇਗਾ ਜੀ ਉਹ ਥੋੜਾ ਵੱਢੇਗਾ, ਤੇ ਜਿਹੜਾ ਬਹੁਤਾ ਬੀਜੇਗਾ ਉਹ ਬਹੁਤਾ ਵੱਢੇਗਾ, ਤੇ ਉਹ ਫਿਰ ਜਿਹੜਾ 100 ਦਿੰਦਾ ਸੀ ਉਹ 1000 ਦੇਣ ਲਈ ਤਿਆਰ ਹੋ ਜਾਂਦਾ, ਜਿਹੜਾ 1000 ਦਿੰਦਾ ਸੀ ਉਹ 10,000 ਦੇਣ ਲਈ ਤਿਆਰ ਹੋ ਜਾਂਦਾ, ਜਿਹੜਾ 10,000 ਦਿੰਦਾ ਸੀਗਾ ਉਹ ਲੱਖ ਦੇਣ ਲਈ ਤਿਆਰ ਹੁੰਦਾ। ਪਰ ਇੱਥੇ ਆ ਕੇ ਇਸ ਤੌਬਾ ਕੀਤੇ ਤੇ ਬਪਤਿਸਮਾ ਲਏ ਬੰਦੇ ਦਾ ਅਸਲੀ ਚਿਹਰਾ ਸਾਹਮਣੇ ਆ ਜਾਂਦਾ, ਇਹਦੀ ਅਸਲੀ ਹਕੀਕਤ ਸਾਹਮਣੇ ਆ ਜਾਂਦੀ ਆ। ਇਹ ਉਸ ਧਨ ਆਸ਼ਾ ਦਾ ਕਰਕੇ ਮਸੀਹ ਦੇ ਕੋਲ ਆਇਆ ਆ, ਜਾਂ ਕਿ ਇੱਥੇ ਦੀਆਂ ਚੀਜ਼ਾਂ ਦੀ ਆਸਾ ਰੱਖਦਾ ਆ। ਇਹਦੀ ਆਸ ਜਿਹੜੀ ਆ ਨਾ, ਇਹਦੀ ਆਸ਼ਾ ਜਿਹੜੀ ਆ ਪ੍ਰਗਟ ਹੁੰਦੀ ਆ। ਇਹਦੀ ਆਸ਼ਾ ਸਵਰਗੀ ਆਸ਼ਾ ਆ ਜਾਂ ਇਹਦੀ ਆਸ਼ਾ ਸੰਸਾਰਿਕ ਆਸ਼ਾ ਹੈ। ਜਦੋਂ ਸੇਵਕ ਇਹ ਕਹਿੰਦਾ ਹੈ ਨਾ ਕਿ ਜਿਹੜਾ ਥੋੜਾ ਬੀਜੇਗਾ ਉਹ ਥੋੜਾ ਵੱਢੇਗਾ, ਜਿਹੜਾ ਬਹੁਤਾ ਬੀਜੇਗਾ ਉਹ ਬਹੁਤਾ ਵੱਢੇਗਾ, ਤੇ ਇਹ ਜਿਹੜਾ ਸੁਣਨ ਵਾਲਾ ਆ ਜਦੋਂ ਉਹਨੂੰ ਸੰਸਾਰਿਕ ਤੌਰ ਦੇ ਉੱਤੇ ਲੈਂਦਾ, ਉਦੋਂ ਇਹਦਾ ਚਿਹਰਾ ਨੰਗਾ ਹੁੰਦਾ ਹੈ। ਕੋਈ ਅੱਜ ਤੱਕ ਕੋਈ ਪੈਦਾ ਨਹੀਂ ਹੋਇਆ ਕਿਸੇ ਨੂੰ ਜੱਜ ਕਰੇ। ਇੱਕ ਗੱਲ ਚੇਤੇ ਰੱਖੋ, ਇਨਸਾਨ ਨਹੀਂ ਕਿਸੇ ਨੂੰ ਜੱਜ ਕਰ ਸਕਦਾ।
ਲੇਕਿਨ ਇਨਸਾਨ ਦੇ ਕੋਲ ਇਹ ਸਭ ਤੋਂ ਵੱਡਾ ਹਥਿਆਰ ਆ, ਇਹ ਵਚਨ ਹੀ ਜੱਜ ਕਰਦਾ ਹੈ। ਜਦੋਂ ਅਸੀਂ ਕਹਿੰਦੇ ਨਾ ਕਿਸੇ ਨੂੰ, ਅਸੀਂ ਨਹੀਂ ਜੱਜ ਕਰ ਰਹੇ, ਕਹਿੰਦੇ ਡੋਂਟ ਜੱਜ, ਡੂ ਨੋਟ ਜੱਜ, ਇਹ ਛੱਡੋ ਇਹਨਾਂ ਗੱਲਾਂ ਨੂੰ, ਕਹਿਣਾ ਇਹ ਬੰਦ ਕਰੋ, ਤੁਸੀਂ ਇਸ ਵਿਸ਼ੇ ਦੇ ਬਾਰੇ ਪਤਾ ਹੀ ਨਹੀਂ ਗਾ ਤੁਹਾਨੂੰ। ਉੱਥੇ ਉਹ ਜਿਹੜਾ ਵਿਸ਼ਾ ਹੈ ਨਾ, ਉਹ ਇੱਕ ਪੂਰਾ ਸਕ੍ਰਿਪਚਰ ਹੈ, ਉਹਦੇ ਪਿੱਛੇ ਇੱਕ ਮਕਸਦ ਹੈ ਉਸ ਗੱਲ ਨੂੰ ਕਹਿਣ ਦਾ। ਉਹ ਵਰਸ ਸਾਨੂੰ ਇਸ ਚੀਜ਼ ਦੇ ਉੱਤੇ ਨਹੀਂ ਲਿਆਉਂਦੀ ਕਿ ਅਸੀਂ ਕਿਸੇ ਨੂੰ ਜੱਜ ਨਹੀਂ ਕਰ ਸਕਦੇ ਨਾ, ਉਹ ਵਰਸ ਸਾਨੂੰ ਇਸ ਚੀਜ਼ ਤੇ ਲਿਆਉਂਦੀ ਵੀ ਜੱਜ ਕਰਨਾ ਕਹਿੰਦੇ ਕਿਹਨੂੰ ਆ, ਕੌਣ ਹੈ ਜਿਹੜਾ ਜੱਜ ਕਰ ਸਕਦਾ। ਉੱਥੇ ਜੱਜ ਕਰਨ ਤੋਂ ਮਨਾ ਨਹੀਂ ਕੀਤਾ ਗਿਆ। ਅੱਜ ਲੋਕੀ ਇਸੇ ਚੀਜ਼ 'ਚ ਫਸੇ ਹੋਏ ਆ ਕਿ ਉਹ ਜੀ ਚੀਜ਼ ਜਿਹੜੀ ਵਰਸ ਹੈ ਨਾ ਸਾਨੂੰ ਜੱਜ ਕਰਨ ਤੋਂ ਮਨਾ ਕਰਦੀ ਹੈ। ਜੇ ਵਰਸ ਜੱਜ ਕਰਨ ਤੋਂ ਮਨਾ ਕਰਦੀ ਆ ਤੇ ਫਿਰ ਤੁਸੀਂ ਮੈਨੂੰ ਦੱਸੋ, ਜੇ ਅਸੀਂ ਨਿਰਣੇ ਨਹੀਂ ਲੈ ਸਕਦੇ ਤੇ ਫਿਰ ਅਸੀਂ ਭਲੇ ਤੇ ਬੁਰੇ ਦਾ ਨਿਰਣੇ ਕਿੱਦਾਂ ਲਵਾਂਗੇ? ਜੇ ਸਾਨੂੰ ਨਿਰਣੇ ਲੈਣ ਦੀ ਹੱਕ ਨਹੀਂਗਾ, ਫਿਰ ਅਸੀਂ ਸੱਚ ਤੇ ਝੂਠ ਦੇ ਫਰਕ ਦਾ ਨਿਰਣੇ ਕਿੱਦਾਂ ਲਵਾਂਗੇ? ਜੇ ਸਾਨੂੰ ਨਿਰਣੇ ਲੈਣ ਦਾ ਹੱਕ ਨਹੀਂ ਆ, ਫਿਰ ਝੂਠੇ ਤੇ ਸੱਚੇ ਸੇਵਕ ਦਾ ਨਿਰਣੇ ਕਿੱਦਾਂ ਲਵਾਂਗੇ? ਜੇ ਸਾਨੂੰ ਨਿਰਣੇ ਲੈਣ ਦਾ ਹੱਕ ਨਹੀਂ ਆ ਤੇ ਖੁਦਾ ਦਾ ਦਾਸ ਇਬਰਾਨੀਆਂ ਦੇ ਖਾਤੇ ਲਿਖਦਾ ਆ ਵੀ ਅੰਨ ਸਿਆਣਿਆਂ ਦੇ ਲਈ ਆ, ਜਿਨ੍ਹਾਂ ਦੀਆਂ ਗਿਆਨ ਇੰਦਰੀਆਂ ਅਭਿਆਸ ਕਰਦੇ ਕਰਦੇ ਭਲੇ ਤੇ ਬੁਰੇ ਦੇ ਫਰਕ ਨੂੰ ਸਮਝ ਸਕਣ। ਤੇ ਜੇ ਅਸੀਂ ਨਿਰਣੇ ਨਹੀਂ ਲੈ ਸਕਦੇ ਤੇ ਭਲੇ ਤੇ ਬੁਰੇ ਦੇ ਫਰਕ ਨੂੰ ਸਮਝਾਂਗੇ ਕਿੱਦਾਂ? ਸੋ ਇਹ ਜਿਹੜੇ ਅਗਿਆਨੀ ਲੋਕ ਆ ਨਾ, ਉਹਨਾਂ ਨੇ ਉਸ ਗੱਲ ਦੀ ਪੂਰੀ ਗਹਿਰਾਈ ਤੱਕ ਉਹਦਾ ਜਿਹੜਾ ਮਟੀਰੀਅਲ ਨਾ, ਪੂਰੀ ਉਹਦੀ ਸਟੱਡੀ ਜਿਹੜੀ ਡਾਕਟਰੀਨ ਆ, ਉਹਨੂੰ ਨਹੀਂ ਪੜ੍ਹਿਆ ਹੁੰਦਾ। ਉਹ ਸਿਰਫ ਇੱਕ ਗੱਲ ਡੂ ਨੋਟ ਜੱਜ, ਡੂ ਨੋਟ ਜੱਜ, ਬਸ ਇਹਨਾਂ ਕੋਲ ਇਹ ਇੱਕ ਹੁੰਦਾ ਆ, ਹੋਰ ਇਸ ਤੋਂ ਅੱਗੇ ਕੁਛ ਨਹੀਂ ਗਾ। ਜੱਜ ਕਰਨਾ ਰੱਬ ਦਾ ਕੰਮ ਆ, ਸਾਡਾ ਕੰਮ ਹੈ ਜੱਜ ਕਰਨਾ। ਅਸੀਂ ਅੰਨੇ ਸੀ ਤੇ ਸਾਨੂੰ ਅੱਖਾਂ ਦਿੱਤੀਆਂ ਅਸੀਂ ਦੇਖ ਸਕਣ, ਸਾਨੂੰ ਅੰਨਿਆਂ ਨੂੰ ਅੱਖਾਂ ਕਾਹਲੀ ਦਿੱਤੀਆਂ? ਜੇ ਅਸੀਂ ਜੱਜ ਨਹੀਂ ਕਰ ਸਕਦੇ ਤੇ ਫਿਰ ਸਾਡੀਆਂ ਅੱਖਾਂ ਖੋਲੀਆਂ ਗੱਲ ਹੀ ਹੈ। ਇਸੇ ਲਈ ਖੋਲੀਆਂ ਅਸੀਂ ਫਰਕ ਸਮਝ ਸਕੀਏ। ਫਰਕ ਸਮਝਣ ਨੂੰ ਨਿਰਣੇ ਲੈਣਾ ਕਿਹਾ ਜਾਂਦਾ ਹੈ। ਦੁਨੀਆ ਦੇ ਲੋਕਾਂ ਵਾਂਗੂ ਸਾਡੇ ਕੰਨ ਬੰਦ ਸੀਗੇ, ਅਸੀਂ ਸੱਚਾਈ ਨੂੰ ਸਮਝ ਦੇ ਵਿੱਚ ਸਾਡੇ ਕੋਲ ਹੈ ਨਹੀਂ ਸੀ ਮਾਦਾ, ਸਾਨੂੰ ਚੰਗੇ ਤੇ ਬੁਰੇ ਦਾ ਪਤਾ ਨਹੀਂ ਸੀਗਾ। ਸਾਨੂੰ ਉਹਨੇ ਆਪਣੇ ਕੰਨ ਵਚਨ ਨੂੰ ਸੁਣਨ ਦੇ ਕੰਨ ਦਿੱਤੇ। ਇਸੇ ਕਰਕੇ ਸੁਣਨ ਦੇ ਕੰਨ ਦਿੱਤੇ ਨਾ ਕਿ ਅਸੀਂ ਸਹੀ ਗੱਲ ਤੇ ਗਲਤ ਗੱਲ ਦੇ ਅਰਥ ਨੂੰ ਸਮਝ ਸਕੀਏ। ਜਿੱਦਾਂ ਮੈਂ ਕਈ ਵਾਰੀ ਰੈਫਰੈਂਸ ਦਿੰਦਾ ਆ ਰਸੂਲਾਂ ਦੀ ਕਿਤਾਬ 17:11 ਦਾ, ਉਹਨਾਂ ਨੇ ਸੰਤ ਪੌਲੁਸ ਦੇ ਕੋਲੋਂ ਵਚਨ ਨੂੰ ਚੰਗੀ ਤਰ੍ਹਾਂ ਸੁਣ ਲਿਆ, ਦਿਲ ਦੀ ਗਹਿਰਾਈਆਂ ਦੇ ਨਾਲ ਮੰਨ ਲਿਆ, ਮਨ ਦੀ ਵੱਡੀ ਚਾਹ ਦੇ ਨਾਲ ਉਹਨਾਂ ਨੇ ਉਸ ਵਚਨ ਨੂੰ ਕਬੂਲ ਕੀਤਾ। ਪਰ ਕਿਤਾਬਾਂ ਦੇ ਵਿੱਚ ਖੋਜ ਕਰਦੇ ਰਹੇ ਸੰਤ ਪੌਲੁਸ ਜੋ ਕੁਝ ਕਹਿ ਕੇ ਗਿਆ ਇਹ ਇਸੇ ਤਰ੍ਹਾਂ ਹੈਗਾ ਵੀ ਹੈ ਕਿ ਨਹੀਂ। ਉਹ ਜੱਜ ਕਰਦੇ ਸੀ। ਕੀ ਉਹ ਜੱਜ ਕਰ ਰਹੇ ਸੀ? ਸੰਤ ਪੌਲੁਸ ਕਰੰਥੀਆਂ ਦੇ ਖੱਤ ਵਿੱਚ ਲਿਖਦਾ ਆ ਵੀ ਤੁਸੀਂ ਜਿਹਨਾਂ ਨੂੰ ਮੈਂ ਦੱਸਿਆ ਸੀ ਨਾ, ਤੇ ਜੋ ਕੁਝ ਮੈਂ ਤੁਹਾਡੇ 'ਚ ਬੀਜ ਕੇ ਆਇਆ, ਜੋ ਕਿ ਦੱਸ ਕੇ ਆਇਆ, ਤੁਸੀਂ ਬਹੁਤ ਚੰਗੇ ਹੋ ਵੀ ਤੁਸੀਂ ਉਹਨੂੰ ਵਾਚਦੇ ਹੋ। ਵਾਚ ਦਾ ਮਤਲਬ ਕੀ ਆ? ਵੀ ਤੁਸੀਂ ਇਸ ਵਚਨ ਦੇ ਨਾਲ ਉਹਨੂੰ ਮਿਲਾ ਕੇ ਦੇਖਦੇ ਹੋ। ਮੈਂ ਤੁਹਾਨੂੰ ਬੇਵਕੂਫ ਤੇ ਨਹੀਂ ਬਣਾ ਗਿਆ, ਇਹ ਨਿਰਣੇ ਨਹੀਂ ਤੇ ਹੋਰ ਕੀ ਹੈ? ਸੋ ਜਿਹੜੀ ਗੱਲ ਲਿਖੀ ਆ ਡੂ ਨੋਟ ਜੱਜ, ਉੱਥੇ ਅੱਗੇ ਲਿਖਿਆ ਆ ਵੀ ਤੁਸੀਂ ਕਿਸੇ ਨੂੰ ਜੱਜ ਨਾ ਕਰੋ ਤਾਂ ਕਿ ਤੁਸੀਂ ਜੱਜ ਨਾ ਕੀਤੇ ਜਾਓ। ਤੇ ਉਹਦਾ ਖੁੱਲ ਕੇ ਮਤਲਬ ਸਾਡੇ ਸਾਹਮਣੇ ਕੀ ਆਉਂਦਾ ਆ? ਮੈਂ ਝੂਠ ਬੋਲਦਾ ਹਾਂ ਤੇ ਝੂਠ ਬੋਲਣ ਵਾਲੇ ਤੇ ਦੋਸ਼ ਲਾਉਣਾ ਹੈ, ਆਹ ਹੈ ਉਹਦਾ ਮਤਲਬ। ਜੇ ਮੈਂ ਆਪ ਵੀ ਝੂਠ ਬੋਲਦਾ ਹਾਂ ਤੇ ਦੂਸਰੇ ਦੇ ਝੂਠ ਬੋਲਣ ਵਾਲੇ ਤੇ ਦੋਸ਼ ਲਾਉਣਾ ਹੈ, ਫਿਰ ਮੈਨੂੰ ਕੋਈ ਹੱਕ ਨਹੀਂਗਾ। ਮੈਂ ਆਪ ਜਨਾਹ ਕਰ ਰਿਹਾ ਤੇ ਜਨਾਹ ਕਰਨ ਦੇ ਉੱਤੇ ਇੱਕ ਮੈਸੇਜ ਦੇਣ ਰਿਹਾ, ਫਿਰ ਮੈਨੂੰ ਕੋਈ ਹੱਕ ਨਹੀਂ ਹੈ। ਮੈਂ ਆਪ ਚੋਰ ਹਾਂ, ਚੋਰਾਂ ਦੇ ਉੱਤੇ ਮੈਂ ਲੋਕਾਂ ਨੂੰ ਜਾਗਰਤ ਕਰਨ ਰਿਹਾ, ਫਿਰ ਮੈਨੂੰ ਕੋਈ ਹੱਕ ਨਹੀਂ ਹੈ। ਜੇ ਮੈਂ ਉਹ ਨਹੀਂ ਕਰਦਾ ਤੇ ਫਿਰ ਮੈਨੂੰ ਵਚਨ ਕੀ ਦੱਸਦਾ ਹੈ? ਕਹਿੰਦੇ ਪ੍ਰਭੂ ਯਿਸੂ ਮਸੀਹ ਇਹ ਜਿਹੜੀ ਔਰਤ ਆ ਨਾ, ਐਨ ਮੌਕੇ ਦੇ ਉੱਤੇ ਜਨਾਹ ਕਰਦੀ ਫੜੀ ਆ ਸੀ। ਸੌਰੀ ਮਾਫ ਕਰਨਾ, ਗਲਾ ਮੇਰਾ ਜ਼ਿਆਦਾ ਖਰਾਬ ਹੈ। ਕਹਿੰਦੇ ਵੀ ਐਨ ਮੌਕੇ ਤੇ ਫੜੀ ਹੈ। ਇਹ ਵਚਨ ਦੱਸਦਾ ਆ ਐਨ ਮੌਕੇ ਤੇ ਫੜੀ ਹੈ, ਤੇ ਜਿਹਦੇ ਨਾਲ ਫੜੀ ਉਹ ਕਿੱਥੇ ਹੈ? ਮੂਸਾ ਦੀ ਸ਼ਰੀਅਤ ਮੁਤਾਬਕ ਦੋਨੇ ਲਿਆਉਣੇ ਆ। ਇਹ ਦੋਨਾਂ ਨੂੰ ਨਹੀਂ ਲੈ ਕੇ ਆਏ, ਇੱਕ ਨੂੰ ਲੈ ਕੇ ਆਏ ਆ। ਜਿਹੜੀ ਫੜੀ ਗਈ ਨਾ ਉਹਨੂੰ ਲੈ ਕੇ ਆਏ, ਜਿਹਦੇ ਨਾਲ ਫੜੀ ਗਈ ਉਹ ਕਿੱਥੇ ਹੈ? ਉਹ ਕਿਤੇ ਮਹਾਜਾਜਕ ਤੇ ਨਹੀਂ ਜਿਹਨੂੰ ਛੁਪਾਏ ਹੋ? ਉਹ ਕਿਤੇ ਜਾਜਕ ਤੇ ਨਹੀਂ ਜਿਹਨੂੰ ਛੁਪਾਏ ਹੋ? ਉਹ ਕਿਤੇ ਬਾਦਸ਼ਾਹ ਤੇ ਨਹੀਂ ਜਿਹਨੂੰ ਛੁਪਾਏ ਹੋ? ਉਹ ਕੋਈ ਚੰਗੀ ਉੱਚੀ ਪੋਸਟ ਦੇ ਉੱਤੇ ਤੇ ਨਹੀਂ ਜਿਹਨੂੰ ਛੁਪਾਏ ਹੋ? ਜਿਹਦੇ ਨਾਲ ਫੜੀ ਗਈ ਹੈ, ਜੇ ਤੁਸੀਂ ਉਹਨੂੰ ਛੁਪਾਏ ਹੋ ਨਾ ਤੇ ਫਿਰ ਇਹਦਾ ਕੋਈ ਪਾਪ ਨਹੀਂ ਆ। ਕਿਉਂਕਿ ਦੇਸ਼ਾਂ ਦੇ ਕਾਨੂੰਨ ਵੀ ਜਦੋਂ ਫੈਸਲਾ ਲੈਂਦੇ ਨਾ, ਤਿੰਨ ਚੀਜ਼ਾਂ ਦੇ ਉੱਤੇ ਉਹ ਮੇਨ ਗੱਲ ਦਾ ਜਿਹੜਾ ਉਹਨਾਂ ਦਾ ਹੁੰਦਾ ਆ ਸਿਸਟਮ। ਅਗਰ ਕੋਈ ਬੰਦਾ ਮੰਨ ਕੇ ਚਲੋ ਵੀ ਅਗਰ ਕੋਈ ਬੰਦਾ ਨਜਾਇਜ਼ ਚੀਜ਼ ਨਾਲ ਫੜਿਆ ਗਿਆ ਤੇ ਅਦਾਲਤ ਤਿੰਨ ਚੀਜ਼ਾਂ ਨੂੰ ਕਲੀਅਰ ਕਰਦੀ, ਫਿਰ ਸਜ਼ਾ ਸੁਣਾਈ ਜਾਂਦੀ ਹੈ। ਨੰਬਰ 1, ਜਿਹਦੇ ਕੋਲੋਂ ਚੀਜ਼ ਫੜੀ ਗਈ ਹੈ,
ਦੂਸਰੀ ਛਾਣਬੀਨ, ਜਿਹਦੇ ਕੋਲੋਂ ਫੜੀ ਗਈ ਆ ਉਹ ਲੈ ਕੇ ਕਿਹਦੇ ਕੋਲੋਂ ਆਇਆ? ਇੱਕ ਜਿਹਦੇ ਕੋਲ ਫੜੀ ਗਈ, ਇੱਕ ਲੈ ਕੇ ਕਿਹਦੇ ਕੋਲੋਂ ਆਇਆ? ਤੀਸਰੀ ਗੱਲ, ਇਹਨੇ ਦੇਣੀ ਕਿਹਨੂੰ ਸੀ? ਇਹ ਤਿੰਨ ਚੀਜ਼ਾਂ ਜਿੰਨੀ ਦੇਰ ਤੱਕ ਕੋਰਟ ਦੇ ਵਿੱਚ ਕਲੀਅਰ ਨਹੀਂ ਹੁੰਦੀਆਂ ਉਸ ਬੰਦੇ ਨੂੰ ਮੁਜਰਮ ਸਾਬਤ ਨਹੀਂ ਕਰ ਸਕਦੇ। ਕਹਿੰਦੇ ਐਨ ਮੌਕੇ ਤੇ ਫੜੀ ਆ, ਫਿਰ ਲਿਆਓ ਨਾ ਉਹਨੂੰ ਜਿਹਦੇ ਨਾਲ ਫੜੀ ਆ, ਕਿਤੇ ਮਹਾਜਾਜਕ ਤੇ ਨਹੀਂ ਜਿਹਨੂੰ ਲੁਕੋ ਆਏ ਹੋ। ਇਹਨੂੰ ਇਸ ਕਰਕੇ ਜ਼ਾਹਰ ਕਰਨ ਲਈ ਲੈ ਆਂਦਾ ਕਿਉਂਕਿ ਇਹ ਤੇ ਬਦਨਾਮ ਹੈ ਨਾ ਪਹਿਲਾਂ ਹੀ, ਇਹਦਾ ਪਾਪ ਉਜਾਗਰ ਹੋ ਗਿਆ ਸੀ, ਇਹ ਤਾਂ ਕਰਕੇ ਬਦਨਾਮ ਹੋ ਗਈ ਆ, ਇਹਦੇ ਪਾਪ ਦਾ ਪਤਾ ਲੱਗ ਗਿਆ ਸੀ। ਅੱਜ ਵੀ ਤੇ ਕਲੀਸਿਆ 'ਚ ਇਦਾਂ ਹੀ ਆ ਨਾ, ਕਈ ਪਾਪ ਨੂੰ ਦੱਬ ਕੇ ਬੈਠੇ ਆ ਤੇ ਧਰਮੀ ਬਣੇ ਹੋਏ ਆ, ਤੇ ਜਿਹਨਾਂ ਦਾ ਉਜਾਗਰ ਹੋ ਗਿਆ ਉਹ ਪਾਪੀ ਠਹਿਰ ਗਏ। ਲੇਕਿਨ ਉਹਦੀ ਨਜ਼ਰਾਂ ਸਾਹਮਣੇ ਸਭ ਕੁਝ ਖੁੱਲਾ ਹੋਇਆ ਹੈ। ਜਿਹਦੇ ਨਾਲ ਫੜੀ ਆ ਉਹਨੂੰ ਲਿਆਓ, ਫਿਰ ਇਹਦਾ ਜੁਰਮ ਸਾਬਤ ਹੋਊਗਾ। ਹੁਣ ਉਹ ਤੇ ਹੈ ਨਹੀਂ, ਜਿਹਦੇ ਨਾਲ ਫੜੀ ਆ ਉਹ ਹੈ ਨਹੀਂ। ਹੁਣ ਅਗਲੀ ਗੱਲ, ਉੱਥੇ ਫੈਸਲਾ ਦੇਖੋ, ਇਹ ਉਹਨਾਂ ਲੋਕਾਂ ਨੂੰ ਜਿਹੜੇ ਮੂਰਖ ਲੋਕ ਸਿਰਫ ਇਸ ਚੀਜ਼ ਦੀ ਰੱਟ ਲਾ ਕੇ ਬੈਠੇ ਰਹਿੰਦੇ ਨਾ, ਡੂ ਨੋਟ ਜੱਜ, ਡੂ ਨੋਟ ਜੱਜ, ਡੂ ਨੋਟ ਜੱਜ। ਜੇ ਉਹਨਾਂ ਨੂੰ ਥੋੜੀ ਬਹੁਤੀ ਵੀ ਅਕਲ ਹੋਈ ਤੇ ਫਿਰ ਉਹਨਾਂ ਦੀ ਅੱਜ ਗੱਲ ਸਮਝ 'ਚ ਪੈ ਜਾਊਗੀ। ਪ੍ਰਭੂ ਯਿਸੂ ਮਸੀਹ ਨੇ ਇੱਕ ਨਿਰਣੇ ਰੱਖਿਆ ਲੋਕਾਂ ਦੇ ਅੱਗੇ, ਤੁਸੀਂ ਕਹਿੰਦੇ ਡੂ ਨੋਟ ਜੱਜ। ਨਿਰਣੇ ਕੀ ਰੱਖਦਾ ਪ੍ਰਭੂ ਯਿਸੂ ਮਸੀਹ ਉਹਨਾਂ ਦੇ ਅੱਗੇ? ਕਹਿੰਦਾ ਠੀਕ ਆ, ਮੂਸਾ ਦੀ ਸ਼ਰੀਅਤ ਮੁਤਾਬਕ ਸੱਚਮੁੱਚ ਇਹਦੀ ਸਜ਼ਾ ਇਹ ਹੈ ਕਿ ਇਹਨੂੰ ਪੱਥਰ ਮਾਰ ਕੇ ਮਾਰਿਆ ਜਾਵੇ। ਓਕੇ, ਮੈਂ ਹੀ ਦਿੱਤੀ ਸੀ ਮੂਸਾ ਨੂੰ ਸ਼ਰ੍ਹਾ, ਇਸ ਕਰਕੇ ਮੈਂ ਇਹਨੂੰ ਰੱਦ ਨਹੀਂ ਕਰ ਸਕਦਾ, ਪਰ ਮੈਂ ਸ਼ਰ੍ਹਾ ਨੂੰ ਰੱਦ ਨਹੀਂ ਬਲਕਿ ਪੂਰਾ ਕਰਨ ਆਇਆ। ਉਹ ਚੀਜ਼ਾਂ ਜਿਹੜੀਆਂ ਮੂਸਾ ਦੀ ਦਿੱਤੀ ਹੋਈ ਸ਼ਰ੍ਹਾ ਦੇ ਮੁਤਾਬਕ ਤੁਹਾਡੇ ਪੱਲੇ ਨੇ ਨਾ ਪਈਆਂ, ਤੁਹਾਡੀ ਅਕਲ 'ਚ ਨਹੀਂ ਸੀ ਬੜੀਆਂ, ਉਹ ਮੈਂ ਅੱਜ ਤੁਹਾਨੂੰ ਦੱਸਦਾ। ਉਹ ਗੱਲ ਕੀ ਹੈ? ਮੂਸਾ ਨੇ ਸ਼ਰ੍ਹਾ ਦਿੱਤੀ ਸੀ ਇਹੋ ਜਿਹੀ ਔਰਤ ਦੀ ਸਜ਼ਾ ਮੌਤ ਹੀ ਹੈ, ਪੱਥਰ ਮਾਰ ਕੇ ਮਾਰਿਆ ਜਾਵੇ। ਪਰ ਉਦੋਂ ਮੂਸਾ ਨੇ ਤੁਹਾਨੂੰ ਇਹ ਨਹੀਂ ਸੀ ਦੱਸਿਆ ਪੱਥਰ ਮਾਰਨੇ ਕਹਿੰਦੇ ਆ, ਹੱਕ ਕਿਹਨੂੰ ਆ। ਹੁਣ ਮੈਂ ਤੁਹਾਨੂੰ ਦੱਸਦਾ ਹਾਂ, ਤੁਹਾਡੇ ਵਿੱਚੋਂ ਜਿਹੜਾ ਜਨਾਹਕਾਰ ਨਹੀਂ ਨਾ ਹੈਗਾ ਉਹ ਮਾਰੇ। ਜਨਾਹਕਾਰ ਨੂੰ ਪੱਥਰ ਮਾਰਨ ਦਾ ਹੱਕ ਉਹਦਾ ਆ ਜਿਹਨੇ ਜ਼ਿੰਦਗੀ ਦੇ ਵਿੱਚ ਆਪ ਜਨਾਹ ਨਹੀਂ ਕੀਤਾ। ਝੂਠ ਬੋਲਣ ਵਾਲੇ ਦੇ ਉੱਤੇ ਤੰਜ ਕੱਸਣ ਦਾ ਹੱਕ ਉਹਨੂੰ ਆ, ਉਹਦਾ ਨਿਰਣੇ ਲੈਣ ਦਾ ਹੱਕ ਉਹਨੂੰ ਆ ਜਿਹੜਾ ਆਪ ਝੂਠ ਨਾ ਬੋਲਦਾ ਹੋਵੇ। ਹਰ ਉਹ ਕੰਮ ਜਿਹਦੇ ਉੱਤੇ ਅਸੀਂ ਦੂਜੇ ਦੇ ਉੱਤੇ ਉਂਗਲੀ ਚੁੱਕਦੇ ਹਾਂ, ਲਿਆ ਤੇਰੀ ਅੱਖ 'ਚੋਂ ਕੱਖ ਕੱਢੀਏ ਤੇ ਆਪਣੀ ਅੱਖ 'ਚ ਸ਼ਤੀਰ ਰੱਖ ਕੇ ਬੈਠੇ ਹਾਂ, ਫਿਰ ਸਾਨੂੰ ਕੋਈ ਹੱਕ ਨਹੀਂ ਆ। ਸੋ ਇਸ ਵਿਸ਼ੇ ਦਾ ਵਿੱਚ ਆ ਗਿਆ ਹੈ, ਲੇਕਿਨ ਮੈਂ ਹੁਣ ਕਲੀਅਰ ਕਰ ਦਿੰਦਾ ਕਿਉਂਕਿ ਇਹ ਵੀ ਜ਼ਰੂਰੀ ਸੀ, ਕਿਉਂਕਿ ਅੱਜ ਇਹ ਵੀ ਚੀਜ਼ਾਂ ਜਿਹੜੀਆਂ ਨਾ ਸਾਡੀ ਆਸ਼ਾ ਤੋਂ ਸਾਨੂੰ ਭਟਕਾਉਂਦੀਆਂ ਹੈ, ਸਾਨੂੰ ਕਈ ਵਾਰੀ ਗੁੰਮਰਾਹ ਕਰਦੀਆਂ, ਸਾਨੂੰ ਕਈ ਵਾਰੀ ਆਪਣੇ ਮਕਸਦ ਤੋਂ ਭਟਕਾ ਦਿੰਦੀਆਂ। ਹੁਕਮ ਕੀ ਸੀਗਾ? ਜਿਹੜਾ ਜਨਾਹਕਾਰ ਨਹੀਂ ਆ ਉਹਨੂੰ ਪੱਥਰ ਮਾਰੇ। ਪ੍ਰਭੂ ਯਿਸੂ ਮਸੀਹ ਝੁੱਕ ਕੇ ਲਿਖਣ ਲੱਗ ਪਿਆ, ਸਾਰੇ ਲੋਕ ਪੱਥਰ ਹੱਥਾਂ 'ਚ ਸੁੱਟ ਕੇ ਚਲੇ ਗਏ। ਸਾਰੇ ਲੋਕਾਂ ਦਾ ਪੱਥਰ ਸੁੱਟ ਕੇ ਜਾਣਾ ਇਸ ਚੀਜ਼ ਨੂੰ ਦਿਖਾਉਂਦਾ ਆ ਵੀ ਉਹ ਸਭ ਲੋਕ ਜਨਾਹਕਾਰ ਸੀਗੇ। ਇਹ ਇਸ ਲਈ ਸੀ ਕਿਉਂਕਿ ਇਹਦਾ ਪਰਦਾ ਫਾਸ਼ ਹੋ ਗਿਆ ਸੀ। ਚੋਰ ਤੇ ਉਹ ਹੀ ਹੈ ਨਾ ਜਿਹੜਾ ਚੋਰੀ ਕਰਦੇ ਫੜਿਆ ਜਾਵੇ। ਇਹ ਜਨਾਹਕਾਰ ਇਸ ਲਈ ਸੀ ਕਿਉਂਕਿ ਇਹਦਾ ਜਨਾਹ ਜ਼ਾਹਰ ਹੋ ਗਿਆ ਸੀ। ਉਹਨਾਂ ਦੇ ਜਨਾਹ ਜਿਹੜੇ ਸੀ ਉਹ ਜ਼ਾਹਰ ਨਹੀਂ ਸੀ। ਉਹ ਫਿਰ ਯਿਸੂ ਮਸੀਹ ਦਾ ਕਹਿੰਦਾ ਵੀ ਹੁਣ ਆਓ, ਤਾਂ ਕਿਉਂਕਿ ਦੁਨੀਆ ਦੇ ਸਾਹਮਣੇ ਤੇ ਤੁਸੀਂ ਆਪਣੇ ਗੁਨਾਹ ਲੁਕੋ ਕੇ ਬੈਠੇ ਸੀ। ਯਾਦ ਰੱਖੋ, ਤੁਹਾਡੇ ਸਾਹਮਣੇ ਜਿਹੜਾ ਆ ਉਹਦੇ ਅੱਗੇ ਤੁਹਾਡਾ ਹਰ ਗੁਨਾਹ ਬੇਪਰਦਾ ਆ। ਸਾਰੇ ਜਨਾਹਕਾਰ ਜਿਹਨਾਂ ਦੇ ਹੱਥ ਦੇ ਵਿੱਚ ਪੱਥਰ ਸੀਗਾ, ਪੱਥਰਾਂ ਨੂੰ ਸੁੱਟ ਕੇ ਚਲੇ ਗਏ। ਯਿਸੂ ਮਸੀਹ ਕਹਿੰਦਾ, ਬੀਬੀ ਤੇਰੇ ਉੱਤੇ ਕਿਸੇ ਨੇ ਕੋਈ ਗੱਲ ਸਾਬਤ ਕੀਤੀ? ਤੈਨੂੰ ਕਿਸੇ ਨੇ ਪੱਥਰ ਮਾਰਿਆ? ਕਹਿੰਦੀ ਨਹੀਂ। ਕਹਿੰਦਾ ਜਾ ਫਿਰ ਮੈਂ ਵੀ ਤੈਨੂੰ ਦੋਸ਼ੀ ਨਹੀਂ ਠਹਿਰਾਉਂਦਾ। ਕੀ ਯਿਸੂ ਮਸੀਹ ਨੂੰ ਨਹੀਂ ਸੀ ਪਤਾ ਉਹ ਦੋਸ਼ਣ? ਲੇਕਿਨ ਉਹਦੇ ਅੱਗੇ ਇੱਕ ਆਪਸ਼ਨ ਰੱਖਿਆ ਗਿਆ, ਜਾਂ ਫਿਰ ਮੈਂ ਵੀ ਤੈਨੂੰ ਦੋਸ਼ੀ ਨਹੀਂ ਠਹਿਰਾਉਂਦਾ, ਪਰ ਯਾਦ ਰੱਖੀ ਫਿਰ ਪਾਪ ਨਾ ਕਰੀ। ਔਰ ਉਸ ਔਰਤ ਨੂੰ ਬਾਅਦ ਦੇ ਉਹਦੇ ਜੀਵਨ ਨੂੰ ਤੁਸੀਂ ਚੰਗੀ ਤਰ੍ਹਾਂ ਦੇਖਦੇ ਹੋ। ਉਸ ਔਰਤ ਨੇ ਜੋ ਕੁਛ ਕੀਤਾ ਨਾ, ਉਹਦੇ ਸਾਰੇ ਪਾਪ ਹੀ ਧੋਤੇ ਗਏ। ਫਿਰ ਉਹਦੇ ਪੁਰਾਣੇ ਪਾਪਾਂ ਦਾ ਲੇਖਾ ਨਹੀਂ ਕੀਤਾ ਗਿਆ। ਲੇਕਿਨ ਇੱਥੇ ਸਾਡੇ ਅੱਗੇ ਜਿਹੜੀ ਸਮਝਣ ਵਾਲੀ ਗੱਲ ਆ, ਉਹਨਾਂ ਨੇ ਪੱਥਰ ਨਹੀਂ ਮਾਰਿਆ, ਉਹਨਾਂ ਦੀ ਜ਼ਰੂਰਤ ਨਹੀਂ ਪਈ ਜਿਨ੍ਹਾਂ ਨੇ ਜਨਾਹ ਕੀਤਾ ਹੋਇਆ ਸੀ। ਹੁਣ ਇਹ ਜਿਹੜੀ ਗੱਲ ਆ, ਇਹ ਤਾਂ ਇੱਕ ਪੋਰਸ਼ਨ ਤੇ ਅਸੀਂ ਦੇਖਿਆ, ਹੁਣ ਦੂਜਾ ਦੇਖੋ। ਪੱਥਰ ਜਿਹਨਾਂ ਦੇ ਹੱਥ ਵਿੱਚ ਆ, ਉਹਨਾਂ ਨੇ ਇਸ ਲਈ ਸੁੱਟਿਆ ਕਿਉਂਕਿ ਖੁਦ ਜਨਾਹਕਾਰ ਆ। ਇਹਦਾ ਦੂਸਰਾ ਪਾਸਾ ਕੀ ਦੱਸਦਾ ਆ? ਉਹ ਪੱਥਰ ਮਾਰ ਸਕਦਾ ਆ ਜਿਹਨੇ ਜਨਾਹ ਨਹੀਂ ਕੀਤਾ।
ਆਇਓ ਡੂ ਨੋਟ ਜੱਜ, ਡੂ ਨੋਟ ਜੱਜ, ਡੂ ਨੋਟ ਜੱਜ ਜਿਹੜਾ ਡਰੌਲਾ ਪਾਉਂਦੇ ਨਾ, ਉਹਦਾ ਮਤਲਬ ਆ ਜਿਹਨੇ ਜਨਾਹ ਨਹੀਂ ਕੀਤਾ ਉਹ ਮਾਰੇ ਪੱਥਰ। ਅੱਜ ਅਗਰ ਅਸੀਂ ਕਿਸੇ ਗੱਲ ਦੇ ਉੱਤੇ ਵਚਨ ਦੇ ਅਨੁਸਾਰ ਕਿਸੇ ਦੇ ਉੱਤੇ ਗੱਲ ਰੱਖਦੇ ਆ ਨਾ, ਜੇ ਅਸੀਂ ਆਪ ਵੀ ਕਰਦੇ ਆ ਤੇ ਫਿਰ ਤੇ ਅਸੀਂ ਉਹਦੇ ਵਰਗੇ ਆ। ਮੈਂ ਆਪ ਝੂਠੀਆਂ ਨਬੂਵਤਾਂ ਕਰਦਾ ਹੋਵਾਂ ਤੇ ਮੈਂ ਝੂਠੇ ਨਬੂਵਤ ਕਰਨ ਵਾਲਿਆਂ ਦੇ ਖਿਲਾਫ ਬੋਲਾਂ, ਮੈਨੂੰ ਕੋਈ ਹੱਕ ਨਹੀਂ ਹੈ। ਮੈਂ ਆਪ ਜਨਾਹਕਾਰੀ ਕਰਦਾ ਹੋਵਾਂ ਤੇ ਪ੍ਰਗਟ ਹੋਏ ਜਨਾਹਕਾਰਾਂ ਦੇ ਉੱਤੇ ਬੋਲਾਂ, ਮੈਨੂੰ ਕੋਈ ਹੱਕ ਨਹੀਂ ਹੈ। ਲੇਕਿਨ ਅਗਰ ਮੈਂ ਉਹ ਨਹੀਂ ਕਰਦਾ ਤੇ ਵਚਨ ਮੈਨੂੰ ਇਸ ਚੀਜ਼ ਦੀ ਦਲੇਰੀ ਦਿੰਦਾ, ਇਸ ਚੀਜ਼ ਤੇ ਬੋਲ। ਔਰ ਇਹ ਜੱਜ ਕਰਨਾ ਨਹੀਂ ਹੈ, ਇਹਨੂੰ ਡੂ ਨੋਟ ਜੱਜ ਨਹੀਂ ਕਹਿ ਸਕਦੇ ਤੁਸੀਂ। ਇਸ ਲਈ ਇਸ ਜੱਜ ਦੇ ਫਰਕ ਨੂੰ ਪਹਿਲਾਂ ਸਮਝੋ। ਜੱਜ ਕਿਹਾ ਕਿਹਨੂੰ ਗਿਆ ਆ, ਅੱਗੇ ਜਾ ਕੇ ਪਰੂਸ ਨੇ ਵੀ ਕਿਹਾ ਆ, ਕਹਿੰਦਾ ਤੂੰ ਜਿਸ ਆਪਣੇ ਭਾਈ ਦੇ ਉੱਤੇ ਜਿਹੜੇ ਦੋਸ਼ ਲਾਉਣਾ ਆ, ਜੇ ਤੂੰ ਆਪ ਵੀ ਉਹਨਾਂ ਕੰਮਾਂ ਨੂੰ ਕਰੀ ਜਾਣਾ ਆ ਤੇ ਫਿਰ ਤੂੰ ਕੌਣ ਹੁੰਦਾ ਉਹਦੇ ਤੇ ਦੋਸ਼ ਲਾਉਣ ਵਾਲਾ? ਤੇਰਾ ਦੂਜਾ ਪਾਸਾ ਕੀ ਹੈ ਭਲਾ? ਵੀ ਜਿਹੜੀ ਚੀਜ਼ 'ਚ ਤੂੰ ਉਹਨੂੰ ਦੋਸ਼ੀ ਠਹਿਰਾਉਣਾ ਨਾ, ਫਿਰ ਜਾਂ ਤੇ ਆਪ ਨਾ ਕਰ, ਜਾਂ ਤੇ ਆਪ ਉਹ 'ਚ ਪਾਕ ਸਾਫ਼ ਬਣ। ਤੇ ਜੇ ਤੂੰ ਆਪ ਪਾਕ ਸਾਫ਼ ਹੈਗਾ, ਫਿਰ ਵਚਨ ਕਹਿੰਦਾ ਤੇਰੇ ਕੋਲ ਹੱਕ ਹੈਗਾ ਆ। ਤੇ ਕੌਣ ਕਹਿੰਦਾ ਹੈ ਵੀ ਤੁਹਾਡੇ ਕੋਲ ਨਹੀਂ ਹੱਕ ਹੈਗਾ? ਕੌਣ ਕਹਿੰਦਾ ਡੂ ਨੋਟ ਜੱਜ ਦਾ ਮਤਲਬ ਇਹ ਹੁੰਦਾ? ਤੁਸੀਂ ਇੱਕ ਚੀਜ਼ ਨੂੰ ਫੜ ਕੇ ਬਹਿ ਜਾਂਦੇ ਆ, ਸਿਰਫ ਇੱਕ ਗੱਲ ਨੂੰ। ਉਸ ਇੱਕ ਗੱਲ ਦੇ ਪਿੱਛੇ ਇੱਕ ਪੂਰੀ ਡਾਕਟਰੀਨ ਹੁੰਦੀ ਆ, ਉਹਦੇ ਪਿੱਛੇ ਇੱਕ ਪੂਰੇ ਦਾ ਪੂਰਾ ਸਬਜੈਕਟ ਹੁੰਦਾ ਆ। ਤੇ ਅਸੀਂ ਕੀ ਕਰਦੇ ਹਾਂ? ਸਾਡੀ ਗਲਤੀ ਇਹ ਹੁੰਦੀ ਹੈ, ਅਸੀਂ ਪੂਰੇ ਇੱਕ ਚੈਪਟਰ ਆ, ਮੰਨ ਲਓ ਕਰੰਥੀਆਂ ਦਾ ਖੱਤ 15 ਅਧਿਆਇ ਇੱਕ ਚੈਪਟਰ ਆ, ਅਸੀਂ ਉਹਦੇ 'ਚ ਇੱਕ ਵਰਸ ਨੂੰ ਚੁੱਕਣਾ ਆ, ਉਹਦੇ ਉੱਤੇ ਪ੍ਰਕਾਸ਼ਨ ਦੇ ਦੇਣਾ ਸਾਰਾ। ਉਹ ਇੱਕ ਸਬਜੈਕਟ ਲੈ ਕੇ ਉਹ ਪੂਰਾ ਚੈਪਟਰ ਲਿਖਿਆ ਗਿਆ ਆ, ਉਹਦੀ ਇੱਕ ਹੈਡਲਾਈਨ ਲਿਖੀ ਗਈ ਆ, ਕੀ ਦੱਸਣ ਜਾ ਰਹੇ ਆ। ਉਹ ਪੂਰੇ ਨੂੰ ਪੜ੍ਹੋ ਨਾ ਪਹਿਲਾਂ, ਫਿਰ ਤੁਹਾਨੂੰ ਉਸ ਗੱਲ ਦੀ ਸਮਝ ਆਊਗੀ। ਅਸੀਂ ਉਹ 'ਚ ਵਿੱਚੋਂ ਚੱਕ ਲੈਣਾ ਜੀ, ਉਹ ਵਿੱਚੋਂ ਚੱਕ ਕੇ ਕਿਸੇ ਨੂੰ ਸਮਝ ਨਹੀਂ ਆਉਣਾ ਤੇ ਅਸੀਂ ਲੋਕਾਂ ਨੂੰ ਬੇਵਕੂਫ ਬਣਾ ਦਿੰਦੇ ਹਾਂ। ਸੋ ਸਮਝੀਏ, ਇੱਕ ਆਸ਼ਾ ਦੇ ਬਾਰੇ ਉਹ ਕਹਿੰਦਾ ਆ ਵੀ ਜੇ ਤੇ ਅਸੀਂ ਇਸੇ ਜੀਵਨ ਦੇ ਉੱਤੇ ਆਸ਼ਾ ਰੱਖ ਕੇ, ਸਾਡੀ ਆਸ਼ਾ ਇਸ ਜੀਵਨ ਵਾਲੀ ਆਸ਼ਾ ਨਹੀਂ ਹੈ, ਸਾਡੀ ਆਸ਼ਾ ਰੈਪਚਰ ਵਾਲੀ ਆਸ਼ਾ ਆ। ਮੇਰਾ ਦੁਲਹਾ ਮੈਨੂੰ ਲੈਣ ਵਾਸਤੇ ਆ ਰਿਹਾ ਆ। ਸਾਡੀ ਇਹ ਆਸ਼ਾ, ਇਹ ਧਨ ਆਸ਼ਾ ਆ ਜਿਹੜੀ ਸਾਨੂੰ ਸੰਸਾਰ ਦੇ ਲੋਕਾਂ ਤੋਂ ਵੱਖਰੀ ਕਰਦੀ। ਦੂਸਰੀ ਆਸ਼ਾ, उस आशा की हुई वस्तुओं के कारण जो तुम्हारे लिए स्वर्ग में रखी है, जिसका वर्णन तुम सुसमाचार के सत्य वचन से सुन चुके हो। हालेलुया। सिस्टर जी लिखते ज्ञान बिना प्रजा नाश हो रही। बिल्कुल सिस्टर जी, ਇਹੋ ਹੀ ਗੱਲ ਆ ਕਿ ਗਿਆਨ ਬਿਨਾ, ਪਰ ਉਹ ਆਪਣੇ ਨੂੰ ਸਮਝਦੇ ਬਹੁਤ ਗਿਆਨੀ ਆ। ਉਹਨਾਂ ਨੇ ਭੁਲੇਖਾ ਪਿਆ ਗਿਆ ਅਸੀਂ ਬਹੁਤ ਗਿਆਨੀ ਆ, ਪਰ ਅਸਲ ਦੇ ਵਿੱਚ ਲਿਖਿਆ ਵੀ ਸੰਸਾਰ ਦਾ ਗਿਆਨ ਜਿਹੜਾ ਪਰਮੇਸ਼ਵਰ ਨੇ ਮੂਰਖਪੁਣਾ ਠਹਿਰਾਇਆ ਹੈ। ਸੋ ਇਹ ਉਸ ਮੂਰਖਪੁਣੇ ਦੇ ਗਿਆਨ ਦੇ ਵਿੱਚ ਅਸਲੀ ਗਿਆਨ ਨੂੰ ਕੰਡੈਮ ਕਰਨ ਦੀ ਕੋਸ਼ਿਸ਼ ਕਰਦੇ ਰਹਿੰਦੇ ਆ, ਉਹਨੂੰ ਰੱਦ ਕਰਨ ਦੀ ਕੋਸ਼ਿਸ਼ ਕਰਦੇ ਰਹਿੰਦੇ ਆ। ਸੋ ਜਦੋਂ ਅਸੀਂ ਸਿੱਖ ਲਵਾਂਗੇ ਫਿਰ ਇਹੋ ਜਿਹੇ ਲੋਕਾਂ ਦਾ ਅਸੀਂ ਸਾਹਮਣਾ ਕਰ ਸਕਦੇ ਹਾਂ, ਕਿਉਂਕਿ ਇਸੇ ਲਈ ਸਾਨੂੰ ਬੁਲਾਇਆ ਗਿਆ। ਔਰ ਯਾਦ ਰੱਖੋ, ਫਿਰ ਮੈਂ ਰਿਪੀਟ ਕਰਦਾ ਹਾਂ, ਵਚਨ ਜੱਜ ਕਰਦਾ ਆ, ਅਸੀਂ ਜੱਜ ਨਹੀਂ ਕਰਦੇ। ਉਸੇ ਵਚਨ ਦੇ ਦੁਆਰਾ ਸਾਨੂੰ ਭਲੇ ਤੇ ਬੁਰੇ ਦੀ ਪਹਿਚਾਣ ਦਾ ਗਿਆਨ ਮਿਲਦਾ ਆ। ਇਹ ਨਿਰਣੇ ਲੈਂਦੇ ਆ ਅਸੀਂ ਚੰਗੀ ਸੰਗਤ ਤੇ ਬੁਰੀ ਸੰਗਤ ਦਾ ਕਿੱਥੋਂ ਪਤਾ ਲਾਉਂਦੇ ਆ? ਇਸ ਵਚਨ ਦੇ ਨਾਲ। ਇਹ ਵਚਨ ਸਾਨੂੰ ਚੰਗੇ ਤੇ ਬੁਰੇ ਦੇ ਬਾਰੇ ਦੱਸਦਾ ਆ, ਤੇ ਜਦੋਂ ਇਹ ਵਚਨ ਚੰਗੇ ਤੇ ਬੁਰੇ ਦੇ ਬਾਰੇ ਦੱਸਦਾ ਆ ਤੇ ਨੰਬਰ 1 ਉੱਥੇ ਮੇਰਾ ਕੀ ਫਰਜ਼ ਬਣਦਾ? ਪਹਿਲਾਂ ਤੇ ਮੈਂ ਉਹਦੇ ਉੱਤੇ ਪਹਿਰਾ ਦੇਵਾਂ। ਫਿਰ ਦੂਜਾ ਮੇਰਾ ਫਰਜ਼ ਕੀ ਬਣਦਾ ਆ? ਲੋਕਾਂ ਨੂੰ ਉਹਦੇ ਉੱਤੇ ਪਹਿਰਾ ਦੇਣ ਦੇ ਲਈ ਤਿਆਰ ਕਰਾਂ। ਤੇ ਜਦੋਂ ਮੈਂ ਲੋਕਾਂ ਨੂੰ ਉਸ ਚੀਜ਼ ਤੇ ਪਹਿਰਾ ਦੇਣ ਜਾ ਕੇ ਡੂ ਨੋਟ ਜੱਜ। ਸੋ ਇਹ ਉਹਨਾਂ ਲੋਕਾਂ ਦੇ ਲਈ ਇੱਕ ਸਬਕ ਆ। ਇਹਦੇ ਉੱਤੇ ਮੈਂ ਖੁੱਲ੍ਹ ਕੇ ਇੱਕ ਦਵਾਂਗਾ 2-3 ਦਿਨ ਦੀ ਸਟੱਡੀ, ਕਿ ਅਸਲ ਦੇ ਵਿੱਚ ਇਹਦੇ ਪਿਛਲਾ ਸਾਰਾ ਜਿਹੜਾ ਸੀ ਨਾ ਸਿਸਟਮ ਕੀ ਸੀਗਾ, ਜਿਹਨੂੰ ਇਹ ਗਿਆਨੀ ਲੋਕਾਂ ਨੇ ਬਸ ਇੱਕੋ ਚੀਜ਼ ਦਾ ਲੈ ਲਿਆ, ਦੋਸ਼ ਨਾਲ। ਦੋਸ਼ ਨਾਲ ਤੁਸੀਂ ਕੌਣ? ਦੋਸ਼ ਤੁਹਾਨੂੰ ਕਿਹਨੇ ਦਿੱਤਾ? ਤੁਹਾਨੂੰ ਕਹਿੰਦੇ ਆ ਮੈਂ ਪਰਮੇਸ਼ਵਰ ਦੇ ਘਰ 'ਚ ਪੈਦਾ ਹੋਇਆ, ਬਾਦਸ਼ਾਹ ਦਾ ਬੱਚਾ ਆ, ਮੈਂ ਉਹਦਾ ਬਾਦਸ਼ਾਹ ਦਾ ਬੀਜ ਆ, ਮੈਨੂੰ ਉਹਨੇ ਆਪਣੇ ਘਰ 'ਚ ਜਨਮ ਲੈਣ ਦਾ ਮੌਕਾ ਦਿੱਤਾ, ਮੈਂ ਪ੍ਰਭੂ ਯਿਸੂ ਮਸੀਹ ਦੀ ਸੂਰਤ ਉੱਤੇ ਹਰ ਦਿਨ ਬਣਦਾ ਜਾ ਰਿਹਾ ਆ। ਜਿਹਨੇ ਇਹ ਵਚਨ ਦਿੱਤਾ ਆ ਨਾ ਮੈਨੂੰ, ਉਹ ਮੇਰਾ ਬਾਪ ਆ। ਉਹਨੇ ਮੈਨੂੰ ਹਰ ਚੀਜ਼ ਦੇ ਫਰਕ ਨੂੰ ਸਮਝਾਇਆ ਆ, ਔਰ ਹਰ ਚੀਜ਼ ਦੇ ਫਰਕ ਨੂੰ ਸਮਝਦੇ ਹੋਏ ਮੇਰੇ ਕੋਲ ਫੈਸਲਾ ਲੈਣ ਦਾ ਪੂਰਾ ਹੱਕ ਆ। ਹਾਲੇਲੂਇਆ। ਇਸ ਲਈ ਕਦੇ ਨਾ ਕਹੋ ਡੂ ਨੋਟ ਜੱਜ। ਮੈਨੂੰ ਕਵੇ ਕੋਈ ਡੂ ਨੋਟ ਜੱਜ, ਮੈਂ ਉਹਨੂੰ ਦੱਸਾਂਗਾ ਡੂ ਨੋਟ ਜੱਜ ਦਾ ਮਤਲਬ ਕੀ ਹੁੰਦਾ। ਹੁਣ ਕਿਹੜੀ ਆਸ਼ਾ ਦੀ ਸੰਤ ਪੌਲੁਸ ਗੱਲ ਕਰਦਾ ਆ? ਉਸ ਆਸ਼ਾ ਕੀ ਹੋਈ ਵਸਤੂ ਕੇ ਕਾਰਨ ਜੋ ਤੁਮਾਰੇ ਲਈ ਸਵਰਗ ਮੇਂ। ਸਾਡੀ ਆਸ਼ਾ ਦੀਆਂ ਵਸਤਾਂ ਕਿੱਥੇ ਆ ਭਲਾ? ਸਵਰਗ ਦੇ ਵਿੱਚ ਹੈ। ਜਿਸਕਾ ਵਰਣਨ ਤੁਮ ਉਸ ਸੁਸਮਾਚਾਰ ਕੇ ਸੱਤੇ ਵਚਨ ਮੇਂ ਸੁਣ ਚੁਕੇ ਹੋ। ਔਰ ਇਹ ਜਿਹੜਾ ਆਸ਼ਾ ਦੀ ਉਹ ਗੱਲ ਕਰ ਰਿਹਾ ਨਾ, ਜਿਹਦੀਆਂ ਸਾਰੀਆਂ ਆਸ਼ੀਸ਼ਾਂ ਤੇ ਬਰਕਤਾਂ ਸਾਡੇ ਲਈ ਸਵਰਗ 'ਚ ਰੱਖੀਆਂ, ਇੱਥੇ ਜ਼ਮੀਨ ਤੇ ਨਹੀਂ ਗੀਆਂ।
ਉਸ ਆਸ਼ਾ ਦਾ ਵਚਨ ਕਹਿੰਦਾ ਮੈਂ ਇਸ ਖੁਸ਼ਖਬਰੀ ਦੇ ਵਸੀਲੇ ਨਾਲ ਤੁਸੀਂ ਸੁਣ ਚੁੱਕੇ ਹੋ, ਤੁਹਾਡੇ ਵਿੱਚ ਮੈਂ ਕਰ ਚੁੱਕਿਆ ਹਾਂ। ਅੱਗੇ ਵਧਦੇ हैं। पहला पतरस 1 अध्याय ਉਹਦੀ 3 वर्ष ਵਿੱਚ ਅਸੀਂ देखते हैं। हमारे प्रभु यीशु मसीह के परमेश्वर और पिता का धन्यवाद दो, जिसने यीशु मसीह के मरे हुओं में से जी उठने के द्वारा अपनी बड़ी दया से हमें जीवित आशा के लिए नया जन्म दिया है। हालेलुया। पहला पतरस 1 अध्याय ਉਹਦੀ 3 वर्ष। ਕਿਹੜੀ ਆਸ਼ਾ ਦੇ ਲਈ ਸਾਨੂੰ ਨਵਾਂ ਜਨਮ ਮਿਲਿਆ ਭਲਾ? ਇੱਕ ਜੀਵਤ ਆਸ਼ਾ ਦੇ ਲਈ ਸਾਨੂੰ ਨਵਾਂ ਜਨਮ ਮਿਲਿਆ ਹੈ। ਸੰਸਾਰ ਦੇ ਲੋਕਾਂ ਵਾਂਗੂ ਸਾਡੇ ਕੋ ਮ੍ਰਿਤ ਆਸ਼ਾ ਨਹੀਂ ਗੀ, ਮਰੀ ਹੋਈ ਆਸ਼ਾ ਦੇ ਵਿੱਚ ਅਸੀਂ ਨਹੀਂ ਜਿਉਂਦੇ। ਕਈਆਂ ਨੂੰ ਕਹੀਦਾ ਜੀ ਤੁਸੀਂ ਅਸੀਂ ਤੇ ਕਹਿੰਦੇ ਸ਼ਬਦ ਲਿਆ ਹੋਇਆ, ਅਸੀਂ ਤੇ ਕਹਿੰਦੇ ਨਾਮ ਲਿਆ ਹੋਇਆ, ਅਸੀਂ ਤੇ ਜੀ ਉਸ ਨਾਮ ਦਾ ਇਨਕਾਰ ਨਹੀਂ ਕਰ ਸਕਦੇ ਜੀ, ਅਸੀਂ ਤੇ ਨਾਮ ਲਿਆ ਹੋਇਆ। ਤੇ ਅੱਛਾ ਜੀ, ਇਹ ਨਾਮ ਦਾ ਫਿਰ ਤੁਸੀਂ ਲੈ ਕੇ ਕੀ ਕੀਤਾ ਜੀ? ਅਸੀਂ ਜੀ ਉਹਨੂੰ ਸਵੇਰੇ ਉੱਠ ਕੇ ਸਵੇਰੇ ਨਹਾਈਦਾ ਆ, ਬਿਲਕੁਲ ਆਪਣੇ ਆਪ ਨੂੰ ਸੱਚੇ ਸੁੱਚੇ ਕਰੀਦਾ ਆ, ਤੇ ਫਿਰ ਉਹ ਅਸੀਂ ਬੈਠ ਕੇ ਚੌਂਕੜਾ ਮਾਰ ਕੇ ਤੇ ਅਸੀਂ ਉਸ ਨਾਮ ਦਾ ਜਾਪ ਕਰੀਦਾ ਆ। ਅੱਛਾ ਜੀ, ਫਿਰ ਇਸ ਲਈ ਜੀ ਵੀ ਸਾਨੂੰ ਨਾਮ ਦੇਣ ਵਾਲੇ ਨੇ ਕਿਹਾ ਵੀ ਇਸ ਨਾਮ ਨੂੰ ਤੁਸੀਂ ਜਪੀ ਜਾਓ, ਤੇ ਇਸ ਨਾਮ ਨੂੰ ਜਪੀ ਜਾਓਗੇ ਤੇ ਫਿਰ ਜਦੋਂ ਤੁਸੀਂ ਮਰ ਜਾਓਗੇ ਤੇ ਫਿਰ ਜਦੋਂ ਤੁਹਾਡਾ ਨਿਆਂ ਕੀਤਾ ਜਾਊਗਾ ਤੇ ਇਹ ਜਿਹੜਾ ਜਪਿਆ ਹੋਇਆ ਨਾਮ ਆ ਨਾ, ਤੇ ਜਿਹੜਾ ਨੇ ਦਿੱਤਾ ਸੀਗਾ ਇਹ ਜਪਿਆ ਹੋਇਆ ਨਾਮ ਤੁਹਾਡੀ ਰਾਖੀ ਕਰੇਗਾ ਤੇ ਤੁਹਾਨੂੰ ਮੁਕਤੀ ਦਿਲਾਊਗਾ, ਤੇ ਜਿਹੜਾ ਨੇ ਤੁਹਾਨੂੰ ਇਹ ਦਿੱਤਾ ਆ ਉਹ ਤੁਹਾਡੀ ਸਿਫਾਰਿਸ਼ ਕਰਨਗੇ ਮਰਨ ਤੋਂ ਬਾਅਦ। ਜਿਹਨੇ ਸਿਫਾਰਿਸ਼ ਕਰਨੀ ਜੇ ਉਹ ਵੀ ਉੱਥੇ ਹੀ ਹੋਇਆ ਤੇ ਫਿਰ ਤੇਰੇ ਕੋਲ ਕੀ ਗਰੰਟੀ ਹੈ? ਜਿਹੜਾ ਤੈਨੂੰ ਉਹ ਨਾਮ ਦੇ ਰਿਹਾ ਆ ਉਹਦੇ ਕੋਲ ਇਹ ਇਖਤਿਆਰ ਕਿੱਥੇ, ਕਿਹੜੇ ਗ੍ਰੰਥ 'ਚ ਲਿਖ ਕੇ ਪਰਮੇਸ਼ਵਰ ਨੇ ਉਹਨੂੰ ਇਖਤਿਆਰ ਦਿੱਤਾ ਹੈ ਨਾਮ ਦੇਣ ਵਾਲੇ ਨੂੰ ਕਿ ਤੂੰ ਇਹਦੀ ਉੱਥੇ ਆ ਕੇ ਸਿਫਾਰਿਸ਼ ਕਰੇਂਗਾ? ਤੇ ਸਭ ਤੋਂ ਅਫਸੋਸ ਵਾਲੀ ਗੱਲ ਤੇ ਇਹ ਹੋ ਗਈ ਨਾ, ਜਿਹਨੇ ਸਿਫਾਰਿਸ਼ ਕਰਨੀ ਹੈ ਜੇ ਉਹ ਵੀ ਉੱਥੇ ਹੀ ਹੋਇਆ ਫਿਰ ਤਾਂ ਪੰਗਾ ਪੈਣਾ। ਮਿਸਾਲ ਦੇ ਤੌਰ ਤੇ ਬੜੇ ਹੀ ਆਦਰਨੀਏ, ਜਿਹਨੂੰ ਬੜਾ ਹੀ ਇੱਜ਼ਤ ਦਿੱਤੀ ਜਾਂਦੀ ਸੀ, ਸਾਡੇ ਬਾਬਾ ਰਾਮ ਰਹੀਮ ਜੀ, ਬੜੇ ਲੋਕਾਂ ਨੇ ਇੱਕੋ ਨਾਮਦਾਨ ਲਿਆ ਸੀ ਔਰ ਉਹਨਾਂ ਦੀ ਇਹ ਉਮੀਦ ਸੀ ਵੀ ਉੱਥੇ ਜਾ ਕੇ ਇਹਨੇ ਸਾਡੀ ਸਿਫਾਰਿਸ਼ ਕਰਨੀ ਹੈ। ਉਹ ਵਿਚਾਰਾ ਆਪ ਅੱਜ ਦੁਨੀਆ ਦੀ ਜੇਲ੍ਹ 'ਚ ਬੈਠਾ, ਅੱਗੇ ਅਸਲੀ ਜੇਲ੍ਹ 'ਚ ਜਾਣ ਵਾਲਾ। ਅੰਧ ਭਗਤਾਂ ਦੇ ਅੱਖਾਂ ਤੋਂ ਫਿਰ ਵੀ ਪਰਦਾ ਨਹੀਂ ਚੱਕਿਆ ਗਿਆ। ਉਹ ਫਿਰ ਵੀ ਕਹਿੰਦੇ ਨਹੀਂ ਗੌਰਮੈਂਟ ਨੇ ਫਸਾਤਾ ਜੀ ਉਹਨੂੰ, ਝੂਠੇ ਕੇਸ ਸਭ ਕੁਛ ਉਹਨਾਂ ਨੇ ਪ੍ਰੂਫ ਕਰ ਦਿੱਤਾ ਹੈ। ਅੰਧ ਭਗਤਾਂ ਜਿਹਨਾਂ ਦੇ ਕੰਮ ਹੋਏ ਪਏ ਨੇ, ਜਿਹਨਾਂ ਨੇ ਉਹਨੇ ਕੋਈ ਘਰ-ਬਾਰ ਬਣਾਤੇ, ਜਿਹਨੇ ਕਿਸੇ ਧੀ ਦੀ ਸ਼ਾਦੀ ਕਰ ਦਿੱਤੀ ਆ, ਉਹ ਅਜੇ ਵੀ ਮੰਨਣੇ ਨਹੀਂ ਫਸਾਇਆ ਗਿਆ। ਬਾਬਾ ਆਸਾ ਰਾਮ ਜੀ ਜਿਹੜਾ ਕਹਿੰਦਾ ਮੈਂ ਕ੍ਰਿਸ਼ਨ ਭਗਵਾਨ ਦਾ ਦੂਜਾ ਰੂਪ ਆ, ਤੇ ਜਿਹੜਾ ਕਹਿੰਦਾ ਹੁੰਦਾ ਸੀ ਜਿੱਦਾਂ ਉਹ ਖੇਲਾਂ ਕਰਦਾ ਸੀ, ਖੇਲਾਂ ਨਹੀਂ ਕਹਿੰਦੇ ਉਹਨੂੰ, ਇੱਕ ਸ਼ਬਦ ਆਉਂਦਾ ਹੁੰਦਾ ਲੀਲਾ, ਜਿੱਦਾਂ ਲੀਲਾ ਕਰਦਾ ਸੀ, ਉਹ ਵੀ ਸਟੇਜ ਦੇ ਉੱਤੇ ਬੜੀ ਲੀਲਾ ਕਰਦਾ ਹੁੰਦਾ, ਬੜੇ ਵਧੀਆ ਢੰਗ ਦੇ ਨਾਲ ਪਿੱਛੇ ਗਾਣਾ ਲਾ ਕੇ ਤੇ ਬੜੇ ਵਧੀਆ ਨ੍ਰਿਤ ਕਰਦਾ ਹੁੰਦਾ ਸੀ, ਅੱਖਾਂ ਮਟਕਾਉਂਦਾ ਹੁੰਦਾ ਸੀ। ਉਹਦਾ ਮੈਂ ਇੱਕ ਵਾਰੀ ਦੇਖਿਆ ਸੀ ਉਹਨੂੰ, ਉਹਦੇ ਪ੍ਰੋਗਰਾਮ ਨੂੰ ਜ਼ਿੰਦਗੀ ਵਿੱਚ ਸਿਰਫ ਇੱਕੋ ਵਾਰੀ। ਉਹਦੇ ਅੱਖ ਮਟਕਾਉਣ ਤੋਂ ਪਤਾ ਲੱਗ ਗਿਆ ਸੀਗਾ ਇਹਦੀ ਅੱਖ ਮਟਕਾਉਣੀ ਜਿਹੜੀ ਚੰਗੀ ਨਹੀਂ ਗੀ, ਇਹਦੀ ਅੱਖ ਗਲਤ ਮਟਕਦੀ ਹੈ। ਕੁਛ ਦੇਰ ਬਾਅਦ ਹੀ ਉਹ ਅੱਖ ਦਾ ਪਤਾ ਲੱਗ ਗਿਆ ਉਹ ਵਾਕਿਆ ਗਲਤ ਮਟਕਦੀ ਸੀ। ਅਗਲੇ ਨੇ ਪੂਰਾ ਸਟਰਿੰਗ ਆਪਰੇਸ਼ਨ ਬਣਾਇਆ। ਉਹ ਕਹਿੰਦੇ ਵੀ ਲੋਕਾਂ ਨੇ ਇਹੀ ਖੱਪ ਪਾਉਣੀ ਅੰਧ ਭਗਤਾਂ ਨੇ, ਨਹੀਂ ਜੀ ਸਾਡਾ ਬਾਬਾ ਤੇ ਬੇਕਸੂਰ ਸੀਗਾ। ਪੂਰੀ ਫਿਰ ਉਹਨਾਂ ਨੇ ਵੀਡੀਓ ਬਣਾਈ। ਉਹ ਪੱਤਰਕਾਰ ਨੂੰ ਸਨਮਾਨਿਤ ਕਰਨਾ ਚਾਹੀਦਾ ਜਿਹਨੇ ਉਹਦਾ ਪੂਰਾ ਕੱਚਾ ਚਿੱਠਾ ਜਿਹੜਾ ਨਾ ਖੋਲਿਆ ਫਿਰ ਪੂਰੀ ਤਰ੍ਹਾਂ। ਇਹ ਕਹਿੰਦਾ ਸੀ ਜੀ ਮੇਰੇ ਕੋਲ ਨਾਮਦਾਨ ਲਓ, ਤੇ ਇੱਕੋ ਨਾਮਦਾਨ ਵਾਲੇ ਕਹਿੰਦੇ ਸੀਗੇ ਬਾਬਾ ਜੀ ਨੇ ਸਾਡੀ ਬੇੜੀ ਪਾਰ ਲੰਘਾਉਣੀ ਆ, ਸਾਨੂੰ ਨਿਜਾਤ ਮਿਲਣੀ, ਇਹਨੇ ਜਿਹੜਾ ਨਾਮ ਦਿੱਤਾ ਉਹ ਜਪਾਂਗੇ ਤੇ ਸਾਡੀ ਬੇੜੀ ਪਾਰ ਹੋਣੀ ਆ। ਉਹ ਬੇੜੀ ਉਹਦੀ ਇੱਥੇ ਡੁੱਬ ਗਈ, ਤੇ ਜਿੱਦਾਂ ਇੱਥੇ ਡੁੱਬੀ ਇੱਦਾਂ ਹੀ ਉੱਥੇ ਵੀ ਡੁੱਬਣ ਵਾਲੀ ਆ। ਜਿਹੜੇ ਇਸ ਭੁਲੇਖੇ 'ਚ ਪਏ ਆ ਵੀ ਇਹ ਚੀਜ਼ਾਂ ਸਾਨੂੰ ਬਚਾਉਣਗੀਆਂ, ਨਾ, ਇਹ ਚੀਜ਼ਾਂ ਤੁਹਾਡੀ ਰਾਖੀ ਨਹੀਂ ਕਰ ਸਕਦੀਆਂ। ਕਿਉਂ ਕਿ ਵਚਨ ਕੀ ਕਹਿੰਦਾ ਆ? हमारे प्रभु यीशु मसीह के परमेश्वर और पिता का धन्यवाद दो, जिसने यीशु मसीह के मरे हुए में से जी उठने के द्वारा हमें बड़ी दया से हमें एक जीवित आशा के लिए नया जन्म दिया, सानू जीवन दी आशा दी है। और ये आशा इस जीवंदे जीवन दे विच भी और इस जीवन नूं छड्डण तो बाद भी उस अनंत जीवन दे विच भी ये आशा साडे नाल बनी रहूगी, क्योंकि आशा ਸਾਨੂੰ ਅੱਗੇ ਜਾ ਕੇ ਮੁਕਤੀ ਦੇਣ ਬਾਰੇ ਨਹੀਂ ਦੱਸਦੀ, ਬਲਕਿ ਇਹ ਆਸ਼ਾ ਸਾਨੂੰ ਇਹ ਦੱਸਦੀ ਹੈ ਤੁਸੀਂ ਇਸ ਜਹਾਨ ਤੋਂ ਮੁਕਤੀ ਪਾ ਕੇ ਕੂਚ ਕਰੋਗੇ। ਇਹ ਸਾਡਾ ਜੋ ਹਿਸਾਬ ਹੋਇਆ ਵੀ
ਏਅਰਪੋਰਟ ਤੇ ਜਦੋਂ ਜਾਂਦੇ ਨਾ ਕਈ ਵਾਰੀ, ਤੇ ਇੱਥੇ ਏਅਰਪੋਰਟ ਦਾ ਸਿਸਟਮ ਕੀ ਹੁੰਦਾ, ਕਈ ਵਾਰੀ ਉਹ ਕਹਿੰਦੇ ਜੀ ਤੁਹਾਡੇ ਭਾਰ ਜ਼ਿਆਦਾ ਹੈ ਤੇ ਤੁਸੀਂ ਇਹ ਛੱਡ ਦਿਓ ਤੇ ਤੁਸੀਂ ਜਾਓ ਪਲੇਨ ਦੇ ਵਿੱਚ, ਤੇ ਬਾਅਦ 'ਚ ਤੁਹਾਨੂੰ ਇਹ ਟੈਚੀ ਮਿਲੂਗਾ। ਤੇ ਇਹ ਤੇ ਸੰਸਾਰਿਕ ਤੌਰ ਦੇ ਉੱਤੇ ਤੇ ਅਸੀਂ ਇਸ ਗੱਲ ਨੂੰ ਥੋੜੀ ਦੇਰ ਲਈ ਮੰਨ ਲੈਂਦੇ ਵੀ ਉਹ ਬਾਅਦ 'ਚ ਟੈਚੀ ਆ ਜਾਂਦਾ ਆ। ਤੇ ਇਹਨਾਂ ਦਾ ਹਿਸਾਬ ਕੀ ਆ ਨਾਮਦਾਨ ਦੇਣ ਵਾਲਿਆਂ ਦਾ, ਇਹ ਹੀ ਆ ਵੀ ਤੁਸੀਂ ਤੇ ਕੂਚ ਕਰ ਗਏ, ਤੁਸੀਂ ਤੇ ਜਹਾਜ਼ 'ਚ ਬਹਿ ਗਏ ਤੇ ਮਗਰੋਂ ਟੈਚੀ ਨਾ ਪਹੁੰਚਿਆ, ਤੇ ਫਿਰ ਇੱਥੇ ਤੇ ਕਲੇਮ ਕਰ ਲਾਂਗੇ, ਉੱਥੇ ਕਿਤੇ ਕਲੇਮ ਕਰਨਾ। ਕਲੇਮ ਕਰਨ ਵਾਲਾ ਤੇ ਬਾਬਾ ਜੀ ਆਪ ਪਹਿਲਾਂ ਉੱਥੇ ਹੋਣਾ। ਜਿਸ ਬਾਬਾ ਜੀ ਨੇ ਕਿਹਾ ਨਾ ਤੁਸੀਂ ਚੱਲੋ ਤੇ ਮੈਂ ਤੁਹਾਡੇ ਮਗਰ ਟੈਚੀ ਲੈ ਕੇ ਆਉਣਾ, ਤੇ ਉਹ ਤੇ ਪਹਿਲਾਂ ਸਾਡੇ ਤੋਂ ਉੱਥੇ ਹੋਣਾ। ਫਿਰ ਪਛਤਾਏ ਕਿਆ ਹੋਤ ਜਬ ਚਿੜੀਆ ਚੁਗ ਗਈ ਖੇਤ, ਉੱਥੇ ਜਾ ਕੇ ਪਛਤਾਉਣ ਦਾ ਫਾਇਦਾ ਫਿਰ ਨਹੀਂ ਹੋਣਾ। ਇਸ ਲਈ ਇੱਥੇ ਪਛਤਾਤਾਪ ਕਰੋ, ਇਸ ਜੂਨ ਦੀ ਆਸ ਨੂੰ ਫੜੋ, ਇਸ ਜੂਨ ਦੀ ਆਸ ਦੇ ਵਿੱਚ ਪ੍ਰਵੇਸ਼ ਕਰੋ, ਤੇ ਇਸ ਜੂਨ ਦੀ ਆਸ਼ਾ ਨੂੰ ਆਪਣੇ ਸਾਹਮਣੇ ਰੱਖ ਕੇ ਆਪਣੀ ਦੌੜ ਨੂੰ ਪੂਰਾ ਕਰਕੇ ਇਸ ਜੀਵਨ ਨੂੰ ਛੱਡੋ, ਤੇ ਫਿਰ ਅੱਗੇ ਤੁਹਾਡੇ ਲਈ ਉਹ ਆਸ ਹੈ ਜਿਹੜੀ ਕਦੇ ਖਤਮ ਹੋਣ ਵਾਲੀ ਨਹੀਂ ਹੈ। ਇਹਨੂੰ ਹੋਰ ਸਿੱਖਦੇ ਹਾਂ ਖੋਲ ਕੇ। ਸਾਡੇ ਕੋਲ ਇੱਕ ਜੂਨ ਦੀ ਆਸ਼ਾ ਆ, ਅਤੇ ਆਸ਼ਾ ਦਾ ਵਿਸ਼ਾ ਹੀ ਪ੍ਰਭੂ ਯਿਸੂ ਮਸੀਹ ਦਾ ਦੂਸਰਾ ਆਗਮਨ ਹੈ। ਇਹ ਆ ਮਤਲਬ ਸਾਡਾ, ਇਹ ਆਸ਼ਾ ਹੀ ਉਹਦਾ ਰੈਪਚਰ ਨੂੰ ਦਿਖਾਉਂਦੀ ਆ। इस आशा का पूरा आनंद उठाने के लिए हमें पवित्र वचन क्या फरमाता है। जे असी इस आशा दा पूरा मजा लेना है, जिदा संत पौलुस कहता प्रभु में सदा आनंदित रहो, फिर मैं कहता हूं आनंदित रहो। इस आशा का जे आनंद लेना है, जे वाकई ये मगन रहना है, जे वाकई इसका लुत्फ उठाना है, जे वाकई संसार तो तुसीं दूजे नाल वखरे लगो, फिर सानू की करना पऊगा। ये उही पत्रस लिखता फिर जिहड़ा कहंदा ना जिउंदी आशा। सो 3 आशावां बारे असीं देख लिया, तो हुण देखते हैं भी इस तीसरी आशा के बारे च खुदा दा दास फिर संत पतरस की लिखता है। इस कारण अपनी बुद्धि की कमर बंद कर। जे तो असीं चाहुंदे आ असीं इस आशा दे विच प्रवेश करिए और इस आशा नूं हासिल करिए, फिर सानूं की करना पऊगा। वो कहंदा इस कारण अपनी बुद्धि की कमर बंद कर। जे तो तुसीं इस आशा दे विच प्रवेश करना है, प्रभु यीशु मसीह के आगमन के उत्ते तुसीं आकाशां दे उत्ते बदलां ते उठाए जाना है, फिर तुहानूं कुछ करना पैना है। फिर ये होना है, कल्ली आशा रख के नहीं कुछ भी हुंदा। आशा दे उत्ते वर्क करना पैंदा है, आशा दे उत्ते काम करना पैंदा है। पापा जी कहते भी बेटा तू इंजीनियर बनना है, तो असीं पुछदे भी पापा जी ਉਹਦਾ ਕੰਮ ਕੀ ਹੁੰਦਾ, ਦੱਸਦੇ भी इंजीनियर कई तरह के इंजीनियर ਹੁੰਦੇ, ਉਹਦੇ ਵਿੱਚ ਤੂੰ सिविल इंजीनियर बनना है, तू आह काम करना है। तो बेटा बस अपनी कापी ते लिख के रख ले, हाँ जी जी इंजीनियर सिविल इंजीनियर का काम आ हुंदा ते मैं आ करना है, तो फिर कर लूगा ना। सिविल इंजीनियर के उस काम ਨੂੰ पूरा ਕਰਨ ਦੇ ਲਈ ਉਹਨੂੰ बहुत कुछ करना पवेगा। उस तरह उस धन आशा ਦੇ ਵਿੱਚ, उस ਜਿਉਂਦੀ आशा ਦੇ ਵਿੱਚ प्रवेश ਕਰਨ ਦੇ ਲਈ वचन ਸਾਨੂੰ ਕੀ ਕਹਿੰਦਾ ਹੈ। ਜੇ ਤੂੰ ਚਾਹਨਾ ਵਾਕਿਆ ਤੇਰੇ ਅੱਗੇ ਆਸ਼ਾ ਰੱਖ ਦਿੱਤੀ ਹੈ, ਤੂੰ ਉਸ ਆਸ਼ਾ ਨੂੰ ਕਬੂਲ ਵੀ ਕਰ ਲਿਆ, ਤੂੰ ਉਸ ਜੀਵਨ ਦੀ ਆਸ਼ਾ ਨੂੰ ਸਮਝ ਗਿਆ, ਤੂੰ ਉਹਦੀ ਅਹਿਮੀਅਤ ਨੂੰ ਸਮਝ ਗਿਆ ਆ, ਤੇ ਜੇ ਤੂੰ ਹੁਣ ਚਾਹਨਾ ਵੀ ਤੁਸੀਂ ਉਸ ਆਸ਼ਾ ਦੇ ਵਿੱਚ ਪ੍ਰਵੇਸ਼ ਕਰੇ, ਤੇ ਫਿਰ ਤੈਨੂੰ ਚਾਹੀਦਾ ਕੀ ਹੈ। ਨੰਬਰ 1 ਸਭ ਤੋਂ ਪਹਿਲਾਂ ਤਾਂ ਆਪਣੀ ਬੁੱਧੀ ਦੀ ਕਮਰ ਕੱਸ। ਕਮਰ ਕੱਸਣਾ ਮਤਲਬ ਇੱਕ ਤਿਆਰੀ ਨੂੰ ਦਿਖਾਉਂਦਾ ਹੈ। और इत्थे आह वाली कमर की नहीं गल हो रही, जिस कमर के बारे इसराइल ने कहा मिस्र चों निकलण दे वेले भी तुसीं कमर कस के पैर की जुत्ती पा के ते इनू इस तरह तैयारी करके तुसीं इस मेमने दे उस भोज दे विच शामिल होना। इदां नहीं है, ये इस लक की तैयारी नहीं दिखाउंदा। ये कहंदा अपनी बुद्धि की कमर कस। बुद्धि की कमर कस के तुसीं इस जीवित आशा दे विच प्रवेश कर सकते हैं। जे बुद्धि ढिली रह गई ना, तो फिर तुसीं इस आशा नूं गवा बैठोगे। बुद्धि की कमर की करनी है, कसनी है बुद्धि की कमर। सो बुद्धि दे नाल ही सारा कुछ रिलेटेड है ना। तो बुद्धि के बारे भी असीं सिखदे हैं पिछले दिनों में। बुद्धि भी जिहड़ी ना एक परमेश्वर नाल एक साडी बुद्धि है। इस बुद्धि के बारे नहीं लिखा जा रहा जिहड़ी असीं इस्तेमाल करते हैं, बल्कि वो बुद्ध जिहड़ी उहने दित्ती है उहनूं कस के फड़ पैना। बुद्ध तो तैयारी कर, बुद्धि दे विच रह के तैयारी कर, बुद्धि दे द्वारा तैयारी कर। बुद्धि दे द्वारा ते बुद्धि दे विच रह के जो तैयारी करूंगा ना, इस बुद्धि नूं जदों तू पकड़ के रखूंगा और सचेत रह कर, कल्ला बुद्धि नूं दी कमर ही नहीं कसनी, बल्कि की होना भला सावधान भी होना है। जिवें प्रभु यीशु मसीह ने कहा, जिथों असीं शुरू कीता सीगा, सावधान रहो कहीं भरमाए ना जाओ, किते भरमावे दे विच ना आ जाइयो। उस तरह की कहना है, नंबर 1 तो सब तो पहला बुद्ध की कमर कस। नंबर 2 सचेत रह। और सचेत की रहना है, क्यों रहना है, और सचेत रहकर उस अनुग्रह की पूरी आशा रखो। सचेत का लेना बुद्धि, नंबर 1 बुद्धि कसो, नंबर 2 सचेत रहो। सचेत कादे लिए रहना है, वो जी पूरी आशा है,
ਕਿਹੜੀ ਆਸ਼ਾ ਭਲਾ? ਪੂਰੀ ਆਸ਼ਾ। ਕੀ ਸਿੱਖ ਰਹੇ ਹਾਂ? ਇੱਕ ਉਹ ਆਸ਼ਾ ਜਿਹੜੀ ਅਸੀਂ ਇੱਥੇ ਸੰਸਾਰ ਦੇ ਉੱਤੇ, ਇੱਕ ਜੀਵਨ ਦੀ ਆਸ਼ਾ, ਔਰ ਇੱਕ ਆਸ਼ਾ ਦੇ ਬਾਰੇ ਇਹ ਕੀ ਕਹਿੰਦਾ ਆ? ਉਹ ਆਸ਼ਾ ਦੇ ਬਾਰੇ ਲਿਖਦਾ ਸਚੇਤ ਰਹਿ ਕਰ ਉਸ ਅਨੁਗ੍ਰਹਿ ਕੀ ਪੂਰੀ ਆਸ਼ਾ। ਤੀਸਰੀ ਆਸ਼ਾ ਕਿਹੜੀ ਆ ਸਾਡੇ ਕੋਲ? ਉਹਦੇ ਅਨੁਗ੍ਰਹਿ ਦੀ ਆਸ਼ਾ, ਜਿਸ ਫਜਲ ਦੇ ਵਿੱਚ ਉਹਨੇ ਸਾਨੂੰ ਰੱਖਿਆ ਹੋਇਆ ਹੈ, ਜੋ ਯीशु मसीह के प्रगट होने के समय तुम्हें मिलने वाला है। हालेलुया। ਉਹਦੇ ਪ੍ਰਗਟ ਹੋਣ ਦੇ ਜਦੋਂ ਅਸੀਂ ਬੱਦਲਾਂ ਦੇ ਵਿੱਚ ਉਹਦੇ ਨਾਲ ਉਠਾਏ ਜਾਣਾ ਨਾ, ਉਦੋਂ ਇਹ ਸਾਡੀ ਆਸ਼ਾ ਜਿਹੜੀ ਨਾ, ਅਨੁਗ੍ਰਹਿ ਦੀ ਆਸ਼ਾ ਪੂਰੀ ਹੋਣੀ। ਜਿਹੜਾ ਅਨੁਗ੍ਰਹਿ ਸਾਡੇ ਉੱਤੇ ਨੇ ਕੀਤਾ, ਜਿਸ ਅਨੁਗ੍ਰਹਿ ਦੇ ਵਿੱਚ ਅਸੀਂ ਉਸ ਆਸ਼ਾ ਦੇ ਵਿੱਚ ਪ੍ਰਵੇਸ਼ ਕੀਤਾ, ਉਸ ਆਸ਼ਾ ਨੂੰ ਫਿਰ ਅਸੀਂ ਉਹਦੇ ਪ੍ਰਗਟ ਹੋਣ ਦੇ ਵੇਲੇ ਪੂਰੇ ਹੁੰਦਿਆਂ ਦੇਖਾਂਗੇ। ਕਦੋਂ ਦੇਖਾਂਗੇ? ਜੇ ਅਸੀਂ ਬੁੱਧੀ ਦੀ ਕਮਰ ਨੂੰ ਕੱਸ ਕੇ ਬੈਠਾਂਗੇ, ਜੇ ਅਸੀਂ ਸੁਚੇਤ ਰਵਾਂਗੇ, ਫਿਰ ਅਸੀਂ ਉਸ ਆਸ਼ਾ ਦਾ ਪੂਰਾ ਆਨੰਦ ਲਵਾਂਗੇ। ਜੇ ਅਸੀਂ ਬੁੱਧੀ ਦੀ ਕਮਰ ਨਾ ਕੱਸੀ ਤੇ ਉਹ ਸੁਚੇਤ ਨਾ ਰਹੇ, ਤੇ ਫਿਰ ਅਸੀਂ ਉਸ ਆਸ਼ਾ ਦਾ ਆਨੰਦ ਲੈ ਸਕਦੇ ਨਹੀਂ ਆ। ਸੋ ਪਿੱਛੇ ਆ ਜਾਂਦੇ ਆ ਥੋੜੀ ਦੇਰ ਦੇ ਲਈ, ਫਿਰ ਉਸ ਤੋਂ ਬਾਅਦ ਦੁਆ ਕਰਦੇ ਆ ਆਪਾਂ ਕਿ ਅਸੀਂ ਕੀ ਸਿੱਖ ਲਿਆ ਹੈ, ਤਾਂ ਕਿ ਤੁਹਾਨੂੰ ਪਤਾ ਰਹੇ। ਅਗਰ ਮੈਂ ਪੁੱਛ ਲਵਾਂ ਤੇ ਤੁਸੀਂ ਉਹਦਾ ਜਵਾਬ ਦੇਣ ਦੇ ਲਈ ਤਿਆਰ ਹੋ। ਨੰਬਰ 1 ਤੇ ਅਸੀਂ ਦੇਖਿਆ ਆ, ਜਿਹੜੀ ਸੰਤ ਪਲੂਸ ਨੇ ਪਹਿਲਾਂ ਗੱਲ ਕਹੀ ਆ, यदि हम केवल इसी जीवन में मसीह से आशा रखते हैं तो सब मनुष्यों से अधिक अभागे हैं। ਸੋ ਇਹ ਉਹ ਆਸ਼ਾ ਹੈ ਜਿਹੜੀ ਸੰਸਾਰ ਦੇ ਲੋਕਾਂ ਦੀ ਆਸ਼ਾ ਹੈ। ਸਾਡੀ ਆਸ਼ਾ ਜਿਹੜੀ ਆ ਉਹ ਇਹ ਨਹੀਂ ਹੈ। ਤੇ ਜੇ ਸਾਡੇ ਕੋਲ ਵੀ ਇਹ ਆਸ਼ਾ ਰੱਖ ਕੇ ਮਸੀਹ ਦੇ ਵਿੱਚ ਆ ਕੇ ਵੀ ਅਸੀਂ ਉੱਦਾਂ ਦੀ ਆਸ਼ਾ ਰੱਖ ਕੇ ਬੈਠੇ ਹਾਂ, ਤੇ ਫਿਰ ਦੁਨੀਆ ਦੇ ਬਦਨਸੀਬ ਲੋਕ ਆ, ਸਭ ਤੋਂ ਤਰਸਯੋਗ ਲੋਕ ਆ, ਫਿਰ ਲੋਕੀ ਸਾਡੇ ਉੱਤੇ ਉਂਗਲੀਆਂ ਚੱਕਣਗੇ। ਪਰ ਸਾਡਾ ਜਿਹੜਾ ਸਿਸਟਮ ਆ ਉਹ ਇਦਾਂ ਦਾ ਨਹੀਂ ਆ। ਦੂਸਰਾ ਅਸੀਂ ਪੜ੍ਹਿਆ ਆ ਕੁਲਸੀਆਂ ਦਾ ਖੱਤ 1 ਅਧਿਆਇ ਉਹਦੀ 5 ਵਰਸ ਦੇ ਵਿੱਚ, ਉਸ ਆਸ਼ਾ ਕੀ हुई वस्तुओं के कारण जो स्वर्ग में रखी हुई हैं। ਸੋ ਸਾਡੀ ਆਸ਼ਾ ਦੀਆਂ ਸਾਰੀਆਂ ਚੀਜ਼ਾਂ, ਸਾਡੀ ਆਸ਼ਾ ਦਾ ਸਾਰਾ ਅਜਰ, ਇਹ ਉਹ ਆਸ਼ਾ ਆ ਜਿਹੜੀ ਸਾਨੂੰ ਸਿੱਧੀ ਸਵਰਗੀ ਚੀਜ਼ਾਂ ਦੇ ਨਾਲ ਜਾ ਕੇ ਜੋੜਦੀ ਆ, ਇਸ ਆਸ਼ਾ ਦੇ ਨਿਮਿਤ। ਹਨਾ। ਤੀਸਰਾ ਅਸੀਂ ਦੇਖਿਆ ਹੈ ਪਤਰਸ ਦੇ ਵਿੱਚ ਕਿ ਜੀਵਤ ਆਸ਼ਾ, ਜਿਹਦੇ ਦੁਆਰਾ ਸਾਨੂੰ ਇੱਕ ਨਵਾਂ ਜਨਮ ਮਿਲਿਆ ਆ। ਸਵਰਗ ਦੀਆਂ ਚੀਜ਼ਾਂ ਦੇ ਪ੍ਰਤੀ ਜਿਹੜੀ ਆਸ਼ਾ ਸਾਨੂੰ ਜਾਗਰੂਕ ਕਰਦੀ ਹੈ। ਦੂਜਾ ਉਹ ਆਸ਼ਾ ਜਿਹਦੇ ਦੁਆਰਾ ਸਾਨੂੰ ਨਵਾਂ ਜਨਮ ਮਿਲਿਆ। ਇਹ ਨਵਾਂ ਜਨਮ ਇਸੇ ਕਰਕੇ ਮਿਲਿਆ ਕਿ ਸਾਡੇ ਕੋਲ ਇੱਕ ਜਿਉਂਦੀ ਆਸ਼ਾ ਹੈ। ਤੀਸਰੀ ਗੱਲ ਅਸੀਂ ਦੇਖੀ ਆ, ਸੰਤ ਪਤਰਸ ਕਹਿ ਰਹੇ ਆ, ਇਸ ਕਾਰਨ ਆਪਣੀ ਬੁੱਧੀ की कमर बांध कर और सचेत रहकर उस अनुग्रह की पूरी आशा रखो। अनुग्रह की आशा। ਅੱਗੇ ਪੜ੍ਹਦੇ ਹਾਂ ਵੀ ਇਹਦਾ ਸਾਰਾ ਸਿਸਟਮ ਸਮਝਦੇ ਹੋਏ ਇੱਕ ਵਰਸ ਪੜ੍ਹਦੇ ਹਾਂ, ਤੇ ਫਿਰ ਮੇਰੇ ਖਿਆਲ ਟਾਈਮ ਜ਼ਿਆਦਾ ਹੋ ਗਿਆ ਤੇ ਅਸੀਂ ਪ੍ਰਾਰਥਨਾ ਹੀ ਕਰਾਂਗੇ ਤੇ ਕੱਲ ਨੂੰ ਇਸ ਵਿਸ਼ੇ ਨੂੰ ਅੱਗੇ ਲੈ ਕੇ ਜਾਵਾਂਗੇ, ਕਿਉਂਕਿ ਲੰਬਾ ਵਿਸ਼ਾ ਹੋ ਜਾਂਦਾ। ਸੋ ਬੁੱਧੀ ਦੀ ਕਮਰ ਨੂੰ ਕੱਸ ਲਓ, ਸਾਵਧਾਨ ਰਹਿ ਜਾਓ। ਉਸ ਅਨੁਗ੍ਰਹਿ ਦੇ ਦੁਆਰਾ ਜਿਹੜੀ ਆਸ਼ਾ ਸਾਨੂੰ ਮਿਲੀ ਨਾ, ਉਹਨੂੰ ਅਸੀਂ ਮਸੀਹ ਯਿਸੂ ਦੇ ਪ੍ਰਗਟ ਹੋਣ ਦੇ ਵੇਲੇ ਪੂਰਾ ਹੁੰਦਿਆਂ ਦੇਖਾਂਗੇ। ਹਾਲੇਲੂਇਆ। ਔਰ ਉਸ ਤੋਂ ਪਹਿਲਾਂ ਅਸੀਂ ਉਸ ਆਸ਼ਾ ਦੇ ਨਿਮਿਤ ਕੰਮ ਨੂੰ ਪੂਰਾ ਮੁਕੰਮਲ ਕਰਨਾ ਹੈ। ਪਹਿਲਾ पतरस 1 अध्याय 14 वर्ष, और आज्ञाकारी बालकों की नाई अपनी अज्ञानता के समय की पुरानी अभिलाषाओं के सदृश ना बनो। सावधानी है, जिन्हों ने बुद्धि की कमर कस ली है उन्होंने सचेत कर रहा वचन। ਜਿਹੜੇ ਉਸ ਧਨ ਆਸ਼ਾ ਦੇ ਵਿੱਚ ਜਾਣਾ ਚਾਹੁੰਦੇ ਆ, ਜਿਹੜੇ ਉਸ ਜੀਵਤ ਆਸ਼ਾ ਨੂੰ ਦੇਖਣਾ ਚਾਹੁੰਦੇ ਆ, ਜਿਹੜੇ ਇਸ ਸੰਸਾਰ ਦੇ ਲੋਕਾਂ ਵਾਂਗੂ ਬਦਨਸੀਬ ਨਹੀਂ ਰਹਿਣਾ ਚਾਹੁੰਦੇ, ਜਿਹੜੇ ਇੱਕ ਉਜਵਲ ਤਾਰਿਆਂ ਵਾਂਗੂ ਚਮਕਣਾ ਚਾਹੁੰਦੇ ਆ, ਉਹਨਾਂ ਦੇ ਲਈ ਫਿਰ ਵਚਨ ਸਾਵਧਾਨ ਕਰਦਾ ਆ। ਆਗਿਆਕਾਰੀ ਬਾਲਕੋਂ ਕੀ ਨਾਈ, ਜਿਹਨੇ ਆਪਣੀ ਕਮਰ, ਬੁੱਧੀ ਦੀ ਕਮਰ ਨੂੰ ਬੰਨਣਾ ਆ, ਉਹਨੇ ਆਗਿਆਕਾਰੀ ਬਾਲਕ ਦੀ ਨਾਈ। ਜਿਹੜੇ ਸ਼ਰਾਰਤੀ ਬਾਲਕ, ਬੇਵਕੂਫ ਬਾਲਕ, ਬਦਚਰਨ ਬਾਲਕ, ਠੱਠਾ ਕਰਨ ਵਾਲੇ ਬਾਲਕ, ਆਗਿਆ ਨਾ ਮੰਨਣ ਵਾਲੇ ਬਾਲਕ, ਤੁੱਛ ਸਮਝਣ ਵਾਲੇ ਬਾਲਕ, ਇੱਦਾਂ ਨਹੀਂ। ਕਿੱਦਾਂ ਦੇ ਬਾਲਕ? आज्ञाकारी बालक। आज्ञाकारी बालकों की नाई अपनी अज्ञानता के समय की पुरानी अभिलाषाओं के सदस्य ना बनो। जे ਤੁਹਾਨੂੰ ਹੁਣ ਉਸ ਜੀਵਿਤ ਆਸ਼ਾ ਦੇ ਦੁਆਰਾ ਜਿਹਦੇ ਤਹਿਤ ਤੁਹਾਨੂੰ ਨਵਾਂ ਜਨਮ ਪਾਉਣ ਦਾ ਮੌਕਾ ਮਿਲਿਆ ਆ, ਉਹਨੂੰ ਅਗਰ ਅਸੀਂ ਦੇਖਣਾ ਚਾਹੁੰਦੇ ਹਾਂ, ਕੀ ਲਿਖਿਆ ਹੈ? ਜੀਵਿਤ ਆਸ਼ਾ ਕੇ लिए नया जन्म दिया है। ਉਸ ਜੀਵਿਤ ਆਸ਼ਾ ਦਾ ਅਗਰ ਅਸੀਂ ਪੂਰਾ ਆਨੰਦ ਮਾਣਨਾ ਆ, ਤੇ ਉਸ ਜੀਵਿਤ ਆਸ਼ਾ ਵਿੱਚ ਅਸੀਂ ਜਾਣਾ ਆ, ਤੇ ਫਿਰ ਸਾਡੇ ਲਈ ਹੁਕਮ ਕੀ ਆ? ਆਗਿਆਕਾਰੀ ਬਾਲਕਾਂ ਵਾਂਗੂ ਅਸੀਂ ਅਗਿਆਨਤਾ ਦੇ ਸਮੇਂ ਦੇ ਵਿੱਚ ਕੀਤੀਆਂ ਹੋਈਆਂ ਉਹਦੀਆਂ ਸਾਰੀਆਂ ਗਲਤੀਆਂ ਨਾ, ਉਹਨਾਂ ਦੇ ਬਾਰੇ ਸੁਚੇਤ ਕਰਦਾ ਆ। सुचेत करते हुए वो कह रहा है कि और आज्ञाकारी बालकों की नाई अपनी अज्ञानता के समय की पुरानी अभिलाषाओं के सदृश ना बनो। सो खुदा तुहानूं बहुत ज़्यादा आशीष और बरकत देवे। सो कल असीं इसे वर्ष तो फिर दोबारा शुरू करांगे। पहला पतरस 1 अध्याय उहदी 4 वर्ष के आज्ञाकारी बालकों की नाई अपनी अज्ञानता के समय की पुरानी अभिलाषाओं के सदृश ना बनो। सो
ਰੈਪਚਰ ਦੇ ਲਈ ਸਾਡੀ ਤਿਆਰੀ ਆ। ਉਸ ਰੈਪਚਰ ਦੇ ਲਈ ਸਾਡੇ ਕੋਲ ਇੱਕ ਇਹ ਧਨ ਆਸ਼ਾ ਆ, ਇੱਕ ਜੀਵਤ ਆਸ਼ਾ ਆ, ਇੱਕ ਬਹੁਮੁੱਲੇ ਆਸ਼ਾ ਆ। ਔਰ ਇਸ ਆਸ਼ਾ ਨੂੰ ਅਗਰ ਅਸੀਂ ਫੜੇ ਰੱਖਾਂਗੇ ਤੇ ਫਿਰ ਅਸੀਂ ਉਸ ਰੈਪਚਰ ਦੇ ਵਿੱਚ ਦਾਖਲ ਹੋਵਾਂਗੇ। ਅਗਰ ਇਹ ਆਸ਼ਾ ਸਾਡੀ ਨਿਰਾਸ਼ਾ ਦੇ ਵਿੱਚ ਬਦਲ ਗਈ ਤੇ ਇਹ ਨਿਰਾਸ਼ਾ ਦੇ ਵਿੱਚ ਉਦੋਂ ਹੀ ਬਦਲੂਗੀ ਜਦੋਂ ਆਗਿਆਕਾਰੀ ਬਾਲਕ ਬਣ ਕੇ ਨਾ ਰਵਾਂਗੇ। ਖੁਦਾ ਤੁਹਾਨੂੰ ਸਾਰਿਆਂ ਨੂੰ ਬਹੁਤ ਸਾਰੀ ਆਸ਼ੀਸ਼ ਔਰ ਬਰਕਤ ਦੇਵੇ। ਜਿਨ੍ਹਾਂ ਨੇ ਸੁਣਿਆ ਉਹ ਸਾਰੇ ਪੁਆਇੰਟ ਅਗਰ ਲਿਖ ਲੈਣਗੇ ਤਾਂ ਜ਼ਿਆਦਾ ਵਧੀਆ, ਤਾਂ ਕਿ ਕਿਸੇ ਦੂਸਰੇ ਨੂੰ ਸਮਝਾ ਸਕਣ। ਔਰ ਜਿਹੜੇ ਅੱਗੇ ਸੁਣਨ ਵਾਲੇ ਹੋਣਗੇ ਉਹ ਵੀ ਅਗਰ ਲਿਖਣਗੇ ਤੇ ਦੂਸਰਿਆਂ ਨੂੰ ਦੱਸਣਗੇ ਤੇ ਉਹ ਫਾਇਦੇਮੰਦ ਰਹੂਗਾ। ਸੋ ਖੁਦਾ ਤੁਹਾਨੂੰ ਸਾਰਿਆਂ ਨੂੰ ਆਸ਼ੀਸ਼ ਦੇਵੇ। ਫਿਰ ਉਹੀ ਗੱਲ ਮੈਂ ਕਹਾਂਗਾ ਬਾਰ-ਬਾਰ ਕਿ ਦੁਆ ਕਰਦੇ ਰਹਿਣਾ, ਤਾਂ ਕਿ ਅਸੀਂ ਇਹਨਾਂ ਵਿਸ਼ਿਆਂ ਦੀਆਂ ਗਹਿਰਾਈਆਂ ਨੂੰ ਹੋਰ ਜ਼ਿਆਦਾ ਬਰੀਕੀ ਦੇ ਨਾਲ ਸਿੱਖ ਸਕੀਏ ਔਰ ਸਿੱਖਦੇ ਹੋਏ ਉਹਦੇ ਉੱਤੇ ਚੱਲ ਸਕੀਏ ਔਰ ਚੱਲ ਕੇ ਅਸੀਂ ਦਿਖਾਈਏ, ਤਾਂ ਕਿ ਅਸੀਂ ਹੁਣ ਗਵਾਹੀ ਨਾ ਦਈਏ। ਅਸੀਂ ਆਪਣੇ ਮੂੰਹੋਂ ਆਪਣੀਆਂ ਗਵਾਹੀਆਂ ਦੇਣੀਆਂ ਬੰਦ ਕਰੀਏ। ਅਸੀਂ ਹੁਣ ਇੱਦਾਂ ਦਾ ਜੀਵਨ ਜੀਏ ਕਿ ਲੋਕ ਹੁਣ ਸਾਡੀ ਗਵਾਹੀ ਦੇਣੀ ਸ਼ੁਰੂ ਕਰਨ। ਜਿਹੜੇ ਅਜੇ ਤੱਕ ਮਸੀਹ ਦੇ ਵਿੱਚ ਆ ਕੇ ਵੀ ਸਾਨੂੰ ਗੈਰ ਮਸੀਹਾਂ ਵਾਂਗੂ ਦੇਖਦੇ ਸੀ, ਜਿਹੜੇ ਅਜੇ ਤੱਕ ਵੀ ਮਸੀਹ ਵਿੱਚ ਆਇਆ ਹੋਇਆਂ ਨੂੰ ਸਾਨੂੰ ਉੱਦਾਂ ਹੀ ਦੇਖਦੇ ਸੀ ਜਿੱਦਾਂ ਪਹਿਲਾਂ ਚੱਲਦੇ ਸੀਗੇ, ਉਹ ਹੁਣ ਸਾਡੇ ਬਦਲੇ ਹੋਏ ਜੀਵਨ ਨੂੰ ਦੇਖ ਕੇ ਉਹ ਸਾਡੀ ਗਵਾਹੀ ਦੇਣ। ਹੁਣ ਆ ਇਹ ਮਸੀਹ, ਹੁਣ ਅਸੀਂ ਕਹਿ ਸਕਦੇ ਹਾਂ ਵੀ ਇਹ ਕੌਣ ਆ, ਇਹ ਮਸੀਹੀ ਬੰਦਾ ਆ। ਹੁਣ ਅਸੀਂ ਕਹਿ ਸਕਦੇ ਹਾਂ ਇਹ ਨਵਾਂ ਜਨਮ ਪਾਇਆ ਬੰਦਾ ਆ। ਹੁਣ ਅਸੀਂ ਕਹਿ ਸਕਦੇ ਹਾਂ ਇਹਦੇ ਕੋਲ ਉਹ ਜੀਵਤ ਆਸ਼ਾ ਹੈਗੀ, ਕਿਉਂਕਿ ਜੀਵਤ ਆਸ਼ਾ ਦੇ ਨਿਮਿਤ ਇਹ ਜਿਉਂਦਿਆਂ ਵਾਂਗੂ ਹੁਣ ਜੀ ਰਿਹਾ। ਇਹਦਾ ਜੀਵਨ ਹੁਣ ਮਰਿਆਂ ਵਰਗਾ ਨਹੀਂ ਆ। ਸੋ ਉਸ ਤਰ੍ਹਾਂ ਅਸੀਂ ਪਹੁੰਚਣਾ ਆ, ਤਾਂ ਕਿ ਪ੍ਰਭੂ ਯਿਸੂ ਮਸੀਹ ਜਦੋਂ ਆਵੇ ਤੇ ਅਸੀਂ ਉਹਦੇ ਨਾਲ ਉਸ ਰੈਪਚਰ ਦਾ ਹਿੱਸਾ ਬਣ ਸਕੀਏ। ਖੁਦਾ ਤੁਹਾਨੂੰ ਸਾਰਿਆਂ ਨੂੰ ਆਸ਼ੀਸ਼ ਦੇਵੇ। ਪਿਆਰੇ ਖੁਦਾਵੰਦ ਖੁਦਾ, ਤੇਰੀ ਤਾਰੀਫ, ਤੇਰਾ ਧੰਨਵਾਦ ਕਰਦੇ ਆ ਅੱਜ ਦੇ ਤੇਰੇ ਇਹਨਾਂ ਵਚਨਾਂ ਦੇ ਲਈ। ਖੁਦਾਵੰਦਾ ਤੇਰੇ ਵਚਨ ਹਰੇਕ ਜ਼ਿੰਦਗੀ ਦੇ ਲਈ ਇੱਕ ਨਵੀਂ ਰੌਸ਼ਨੀ ਦੀ ਕਿਰਨ ਲੈ ਕੇ ਆਉਣ। ਖੁਦਾਵੰਦ ਜੈਸਾ ਅੱਜ ਤੱਕ ਚੱਲਦੇ ਸੀਗੇ ਤੇਰੇ ਇਸ ਵਚਨ ਨੂੰ ਸਿੱਖਦੇ ਹੋਏ, ਹੁਣ ਉਹ ਆਪਣੇ ਵਿੱਚ ਸੁਧਾਰ ਲਿਆਉਣ, ਆਪਣੀ ਬੁੱਧੀ ਦੀ ਕਮਰ ਨੂੰ ਕੱਸ ਲੈਣ, ਸੁਚੇਤ ਹੋ ਜਾਣ ਖੁਦਾਵੰਦ, ਤਾਂ ਕਿ ਉਸ ਧਨ ਆਸ਼ਾ ਦਾ ਲੁਤਫ ਉਠਾ ਸਕਣ। ਇੱਕ ਇੱਕ ਜ਼ਿੰਦਗੀ ਨੂੰ ਤੁਹਾਡੇ ਫਜ਼ਲ ਭਰੇ ਮੁਬਾਰਕਤਾਂ ਦਿੰਦੇ ਆ। ਪੂਰੇ ਸੰਸਾਰ ਦੇ ਲਈ ਤੇਰੇ ਰਹਿਮ ਨੂੰ ਮੰਗ ਲੈਂਦੇ ਆ। ਕਿਰਪਾ ਕਰੋ ਮਸੀਹ ਯਿਸੂ ਦੇ ਨਾਮ ਵਿੱਚ, ਆਮੀਨ। ਹੁਣ ਸਾਡੇ ਖੁਦਾਵੰਦ ਯਿਸੂ ਮਸੀਹ ਦਾ ਫਜ਼ਲ, ਖੁਦਾ ਬਾਪ ਦੀ ਮੁਹੱਬਤ, ਪਾਕ ਰੂਹ ਦੀ ਸੰਗਤ ਹੁਣ ਤੋਂ ਲੈ ਕੇ ਹਮੇਸ਼ਾ ਤੱਕ ਉਹਦੇ ਤਮਾਮ ਲੋਕਾਂ ਦੇ ਨਾਲ ਬਣੀ ਰਵੇ, ਆਮੀਨ। ਸਾਰਿਆਂ ਨੂੰ ਜੈ ਮਸੀਹ ਕੀ। ਅੱਜ ਅਸੀਂ ਇਸ 19ਵੇਂ ਭਾਗ ਦੇ ਵਿੱਚ ਸਾਂ ਔਰ ਕੱਲ ਨੂੰ 20ਵੇਂ ਪਾਠ ਦੇ ਵਿੱਚ ਅਸੀਂ ਜਾਵਾਂਗੇ। ਅੰਤ ਦਿਨਾਂ ਦੇ ਵਿੱਚ ਕੀ ਕੁਛ ਹੋਵੇਗਾ ਸਾਡਾ ਵਿਸ਼ਾ ਆ, ਔਰ ਕੱਲ ਅਸੀਂ ਇਹਦੇ 20ਵੇਂ ਪਾਠ ਨੂੰ ਸਿੱਖਾਂਗੇ। ਸੇਮ ਟਾਈਮ ਆ, ਅਮਰੀਕਾ ਦਾ ਟਾਈਮ ਨਿਊਯਾਰਕ ਦਾ ਰਾਤ 10 ਵਜੇ ਆ, ਔਰ ਇੰਡੀਆ ਦਾ ਟਾਈਮ ਜਿਹੜਾ ਆ ਉਹ ਸਵੇਰ 7:30 ਵਜੇ ਆ। ਔਰ ਇੰਡੀਆ ਵਾਲੇ ਤੁਸੀਂ ਧਿਆਨ ਰੱਖੋ, ਤੁਹਾਡਾ ਖਾਤਰ ਇੱਥੇ ਦੇ ਲੋਕੀ ਕੁਰਬਾਨੀ ਦੇ ਰਹੇ ਆ, ਉਹਨਾਂ ਨੂੰ ਰਾਤ ਨੂੰ ਲੇਟ ਸੌਣਾ ਪੈਂਦਾ ਆ, ਤੇ ਇਸ ਕਰਕੇ ਅਸੀਂ ਤੁਹਾਡੇ ਲਈ ਇੰਤਜ਼ਾਮ ਕੀਤਾ ਕਿ ਤੁਸੀਂ ਜਾਗ ਸਕੋ। ਪਹਿਲਾਂ ਤੁਹਾਨੂੰ 6:30 ਵਜੇ ਉੱਠਣਾ ਪੈਂਦਾ ਸੀ, ਤੁਹਾਡੇ ਲਈ 1 ਘੰਟਾ ਵਧਾਇਆ ਹੈ। ਇਸ ਕਰਕੇ ਹੁਣ ਤੁਸੀਂ ਜ਼ਿਆਦਾ ਲੇਟ ਨਾ ਹੋਇਆ ਕਰੋ, ਪੂਰੇ 7:30 ਵਜੇ ਆ ਜਾਇਆ ਕਰੋ। ਆਹ ਜਿਹੜਾ ਸਿਸਟਮ ਆ ਨਾ, ਇਹ ਬੜਾ ਇੱਕ ਜ਼ਬਰਦਸਤ ਸਿਸਟਮ ਆ। ਇਹ ਹਰੇਕ ਦਾ ਚਿਹਰਾ ਜਿਹੜਾ ਨਾ ਪ੍ਰਗਟ ਕਰ ਦਿੰਦਾ, ਕੌਣ ਕਿੰਨੇ ਕੁ ਵਜੇ ਆਇਆ ਸੀ, ਕਿੰਨੇ ਕੁ ਵਜੇ ਹਾਜ਼ਰੀ ਲਵਾਈ ਸੀ, ਸਾਰਾ ਪ੍ਰਗਟ ਹੋ ਜਾਂਦਾ ਇੱਥੋਂ। ਸੋ ਇਸ ਲਈ ਤੁਸੀਂ ਤਿਆਰ ਰਿਹਾ ਕਰੋ ਕਿ ਜਿੱਦਾਂ ਇਹ ਔਨ ਹੋਵੇ ਤੇ ਫਟਾਫਟ ਤੁਸੀਂ ਸਾਰੇ ਜਿਹੜੇ ਨਾ ਨਜ਼ਰ ਆਉਣੇ ਸ਼ੁਰੂ ਹੋ ਜਾਓ। ਐਨ ਇੱਕਦਮ ਟਿਕੀ ਲਗਾ ਕੇ ਬੈਠੇ ਰਿਹਾ ਕਰੋ, ਤਾਂ ਕਿ ਤੁਸੀਂ ਜਿਹੜੀਆਂ ਗੱਲਾਂ ਛੁੱਟ ਜਾਂਦੀਆਂ, ਕਿਉਂਕਿ ਫਿਰ ਸਮਝ ਨਹੀਂ ਆਉਂਦੀਆਂ ਵੀ ਅਸੀਂ ਕਿਹੜੀ ਗੱਲ ਕਰ ਰਹੇ ਸੀਗੇ। ਉਹ ਵੀ ਕਈ ਵਾਰੀ ਅਧੂਰਾ ਗਿਆਨ ਵੀ ਲੋਕਾਂ ਦੇ ਲਈ ਠੋਕਰ ਦਾ ਕਾਰਨ ਬਣਦਾ। ਸੋ ਪੂਰੇ ਟਾਈਮ, ਇੰਡੀਆ ਦੇ ਟਾਈਮ ਸਵੇਰੇ 7:30 ਵਜੇ ਰੈਡੀ ਰਿਹਾ ਕਰੋ। ਖੁਦਾ ਤੁਹਾਨੂੰ ਸਾਰਿਆਂ ਨੂੰ ਬਹੁਤ ਜ਼ਿਆਦਾ ਆਸ਼ੀਸ਼ ਦੇਵੇ। ਸਾਰਿਆਂ ਨੂੰ ਜੈ ਮਸੀਹ ਕੀ।